ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਅੰਗਦ ਪਾਰਿਓ ਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰਮ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਨਾਹਿ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਤਿ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਗੁਜਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਆਸ ਕਰਪਾਨ ਖੰਡੋ ਖੜਗ, ਤੁਬਕ ਤਵ ਅਰ ਤੀਰ। ਸਹਿਬ ਸਰੋਹੀ ਸਹਿ ਹਥੀ, ਯਹੀ ਹਮਾਰੇ ਪੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਕਾਰਣ ਨਿਧਾਨ, ਦੀਨਾ ਬੰਧੂ ਪਤਿਤ ਪਾਵਨ। ਜਗਤ ਗੁਰੂ ਨਿਰੰਜਨੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮਹਾਨ ਕਿਰਪਾਲਤਾ ਬਖਸ਼ਿਸ਼ ਦਾ ਸਦਕਾ ਆਪ ਸਾਰੀਆਂ ਸੰਗਤਾਂ ਔਰ ਪ੍ਰਬੰਧਕ ਰਲ ਮਿਲ ਕੇ ਕੋਈ ਸਮਾਂ ਪਹਿਲਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਲੜੀਵਾਰ ਵਿਆਖਿਆ ਔਰ ਸੂਰਜ ਪ੍ਰਕਾਸ਼ ਜੀ ਦੀ ਲੜੀਵਾਰ ਕਥਾ ਇਤਿਹਾਸ ਦੀ, ਇਸੇ ਤਰ੍ਹਾਂ ਹੀ ਕੁਝ ਸਮਾਂ ਪਹਿਲਾਂ ਸਤਿਕਾਰਯੋਗ ਸੋ ਸੰਤ ਗਿਆਨੀ ਸਰਜੀਤ ਸਿੰਘ ਜੀ ਸੋਧੀ ਸਾਹਿਬ, ਜੋ ਵੱਡੇ ਮਹਾਂਪੁਰਖ ਪੰਥ ਰਤਨ ਗਿਆਨੀ ਗੁਰਬਚਨ ਸਿੰਘ ਜੀ ਮਹਾਰਾਜ ਜੀ ਦੇ ਵਿਦਿਆਰਥੀ ਹਨ ਅਤੇ ਆਉਣ ਵਾਲੇ ਸਾਰੇ ਮਹਾਂਪੁਰਖਾਂ ਦੀ ਸੰਗਤ ਕੀਤੀ ਔਰ ਉਹਨਾਂ ਦੀ ਆਸ਼ੀਰਵਾਦ ਵੀ ਪ੍ਰਾਪਤ ਕੀਤੀ। ਅੱਜ ਵੀ ਕਿੰਨੇ ਪੁਸ਼ਤਾਂ ਤੋਂ ਮਹਿਤਾ ਸਾਹਿਬ ਟਕਸਾਲ ਦੇ ਵਿਦਿਆਰਥੀਆਂ ਨੂੰ ਸੰਥਿਆ ਕਰਵਾਉਂਦੇ ਆ ਰਹੇ ਹਨ। ਪਰਦੇਸਾਂ ਵਿੱਚ ਪਰਮੇਸ਼ਰ ਨੇ ਅੰਜਲ ਲਿਖਿਆ, ਇੱਥੇ ਆ ਕੇ ਵੀ ਬੜੇ ਪਿਆਰ ਨਾਲ ਤਨਦੇਹੀ ਨਾਲ ਸੇਵਾ ਨਿਭਾਉਂਦੇ ਹਨ। ਬੜਾ ਇਹਨਾਂ ਦਾ ਪਵਿੱਤਰ ਜੀਵਨ ਹੈ ਔਰ ਬੜੀ ਸਾਦਗੀ, ਮਿੱਠ ਬੋਲੇ ਹੈ, ਗੁਰਮੁਖ ਹੈ, ਮਹਾਂਪੁਰਖਾਂ ਦੀ ਸੰਗਤ ਦੀ ਰੰਗਣ ਹੈ। ਸੋ ਜਿਨ੍ਹਾਂ ਨੇ ਪੂਰਨ ਪੁਰਖਾਂ ਦੀ ਸੰਗਤ ਕੀਤੀ ਹੈ, ਸੋ ਸੰਗਤਾਂ ਦੀ ਮੰਗ ਨੂੰ ਮੁੱਖ ਰੱਖ ਕੇ ਸ੍ਰੀ ਦਸਮ ਗ੍ਰੰਥ ਜੀ ਦੀ ਕਥਾ ਕੋਈ ਸਮਾਂ ਪਹਿਲਾਂ ਗੁਰਦੁਆਰਾ ਧੰਨ ਧੰਨ ਬਾਬਾ ਸੁੰਦਰ ਸਿੰਘ ਸਾਹਿਬ ਜੀ ਮਹਾਰਾਜ ਪਿੰਡਰਾਂ ਵਾਲੇ, ਉਹਨਾਂ ਦੀ ਯਾਦ ਵਿੱਚ ਜੋ ਇਸ ਦੇਸ਼ ਵਿੱਚ ਸਥਾਪਿਤ ਕੀਤਾ ਗਿਆ, ਕਥਾ ਸੋਧੀ ਸਾਹਿਬ ਜੀ ਨੇ ਆਰੰਭ ਕੀਤੀ ਸੀ। ਬਹੁਤ ਸਾਰੇ ਸਿੰਘਾਂ ਵੱਲੋਂ ਵੀ, ਪ੍ਰਬੰਧਕਾਂ ਵੱਲੋਂ ਵੀ
ਮੈਨੂੰ ਪ੍ਰੇਰਨਾ ਦਿੱਤੀ ਗਈ ਸੀ। ਮੈਂ ਇਹ ਬੇਨਤੀ ਕੀਤੀ ਕਿ ਸੋਧੀ ਸਾਹਿਬ ਜੀ ਨੇ ਆਰੰਭ ਕੀਤੀ ਹੈ ਤੇ ਸੋਧੀ ਸਾਹਿਬ ਜੀ ਤੋਂ ਹੀ ਸੰਪੂਰਨ ਕਰਾਈਏ। ਸੋ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੋ ਹਮੇਸ਼ਾ ਅਖੰਡ ਜਾਪ ਚੱਲਦੇ ਹਨ, ਭੋਗ ਪਏ ਅਤੇ ਗਾਂ ਵੀ ਆਰੰਭ ਹਨ, ਉੱਥੇ ਅੱਜ 10ਵੇਂ ਗ੍ਰੰਥ ਜੀ ਦੀ ਜੋ ਕਥਾ ਸੀ ਉਹ ਸੰਪੂਰਨ ਹੋਈ ਹੈ। ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਸਰੂਪ ਹੈ, ਪਹਿਲਾਂ ਬਾਣੀ ਪੋਥੀਆਂ ਦੇ ਸਰੂਪ ਵਿੱਚ ਸੀ। ਪੋਥੀ ਪਰਮੇਸ਼ਰ ਕਾ ਥਾਨ। ਫਿਰ ਬਹੁਤ ਸਾਰੇ ਅਨਮਤੀਏ ਨਾਨਕ ਪਦ ਹੇਠ ਬਾਣੀ ਕਵਿਤਾ ਆਪੋ ਆਪਣੀ ਬਣਾਉਣ ਲੱਗ ਪਏ ਤੇ ਜਿਹੜੀ ਸੱਚੀ ਅਕਾਲੀ ਬਾਣੀ ਸੀ ਇਹਦੇ ਰਲਗੱਡ ਹੋਣ ਦਾ ਡਰ ਸੀ। ਮੁਖੀ ਸਿੱਖਾਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਬੇਨਤੀ ਕੀਤੀ। ਅੱਜ ਤੇ ਪੁਰਾਣੇ ਸਿੱਖ ਮੌਜੂਦ ਹੈ, ਉਹਨਾਂ ਨੂੰ ਸਾਰਾ ਪਤਾ ਹੈ। ਕੱਲ ਨੂੰ ਜਦੋਂ ਨਵੀਨ ਸਿੱਖ ਹੋਣਗੇ ਤੇ ਅਸਲੀਅਤ ਬਾਰੇ ਪਤਾ ਨਹੀਂ ਲੱਗ ਸਕੇਗਾ। ਤੇ ਐਸਾ ਬਾਣੀ ਦਾ ਧਰੁਵਾ ਬਣਿਆ ਜਾਏ ਤਾਂ ਜੋ ਸੱਚੀ ਬਾਣੀ ਵਿੱਚ ਕੱਚੀ ਬਾਣੀ ਮਲਗੋਬਾ ਨਾ ਹੋ ਸਕੇ। ਫਿਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਾਬਾ ਮੋਹਨ ਜੀ ਤੋਂ ਜੋ ਪਹਿਲੇ ਗੁਰੂਆਂ ਦੀ ਬਾਣੀ ਨਾਲ ਨਾਲ ਲਿਖੀ ਜਾਂਦੀ ਸੀ, ਗੁਰਤਾ ਗੱਦੀ ਵੇਲੇ ਉਹ ਪੋਥੀਆਂ ਪਹਿਲੇ ਸਤਿਗੁਰੂ ਦੂਸਰੇ ਸਤਿਗੁਰੂ ਜੀ ਨੂੰ ਸੌਂਪਿਆ ਕਰਦੇ ਸਨ। ਅੱਜ ਉਹ ਪੋਥੀਆਂ ਗੋਇੰਦਵਾਲ ਸੋ ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਤੋਂ ਬਾਅਦ ਬਾਬਾ ਮੋਹਨ ਜੀ ਦੇ ਪਾਸ ਸੁਰੱਖਿਅਤ ਸਨ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਬੜੇ ਆਦਰ ਸਤਿਕਾਰ ਨਾਲ ਪਹਿਲਾਂ ਸਿੱਖਾਂ ਨੂੰ ਭੇਜਿਆ, ਫਿਰ ਆਪ ਬੜੀ ਸੁੰਦਰ ਅੱਜ ਵੀ ਉਹ ਪਾਲਕੀ ਇਸ ਗੱਲ ਦੀ ਗਵਾਹੀ ਦੇ ਰਹੀ ਹੈ। ਗੋਇੰਦਵਾਲ ਸਾਹਿਬ ਦਰਸ਼ਨ ਕਰ ਸਕਦੇ ਹੋ, ਜਿਹਦੇ ਸਤਿਗੁਰੂ ਜੀ ਪੋਥੀਆਂ ਨੂੰ ਬੜੇ ਅਦਬ ਦੇ ਨਾਲ ਸੁਖ ਆਸਣ ਕਰਕੇ ਸ੍ਰੀ ਅੰਮ੍ਰਿਤਸਰ ਰਾਮਸਰ ਸਾਹਿਬ ਵਿਖੇ ਪਹੁੰਚੇ ਸੀ। ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਣ ਦੀ ਸੇਵਾ ਦਿੱਤੀ ਤੇ ਸਤਿਗੁਰੂ ਜੀ ਨੇ ਫੇਰ ਖੁੱਲਾ ਸੱਦਾ ਦਿੱਤਾ, ਜਿਹਦੇ ਵਿੱਚ ਸਾਰੀ ਦੁਨੀਆ ਤੋਂ ਮਹਾਂਪੁਰਖ ਸੰਤ ਭਗਤ ਆਏ ਔਰ ਜਿਹੜੀ ਬਾਣੀ ਅਕਾਲੀ ਬਾਣੀ ਨਾਲ ਮੇਲ ਖਾਂਦੀ ਸੀ, ਕਸਵੱਟੀ ਤੇ ਪੂਰਾ ਲਾ ਕੇ ਉਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਕੀਤਾ। ਗੁਰੂ ਮਹਾਰਾਜ ਦਾ ਸਰੂਪ ਸੰਪੂਰਨ ਕਰਕੇ ਭਾਈ ਬੰਨੋ ਸਾਹਿਬ ਦੀ ਸੇਵਾ ਜਲਦ ਬਣਾਉਣ ਵਾਸਤੇ ਲਾਈ ਗਈ। ਭਾਈ ਬੰਨੋ ਸਾਹਿਬ ਜੀ ਨੇ ਬਹੁਤ ਸਾਰੇ ਲਿਖਾਰੀ ਲਾ ਕੇ ਹਿੰਮਤ ਕਰਕੇ ਇੱਕ ਹੋਰ ਸਰੂਪ ਤਿਆਰ ਕੀਤਾ ਤੇ ਕੁਝ ਸ਼ਬਦ ਜਿਹੜੇ ਸੀ ਵਾਧੂ ਦਰਜ ਕੀਤੇ। ਜਦੋਂ ਮਹਾਰਾਜ ਜੀ ਨੇ ਫੇਰ ਦ੍ਰਿਸ਼ਟੀ ਗੋਚਰ ਕੀਤੇ ਸਰੂਪ ਤੇ ਬੰਨੋ ਦੇ ਲਿਖੇ ਹੋਏ ਸਰੂਪ ਨੂੰ ਖਾਰੀ ਬੀੜ ਦਾ ਨਾਮ ਦਿੱਤਾ ਕਿ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਖਾਰ ਪਾਈ। ਅਸੀਂ ਇਹ ਸਰੂਪ ਤਿਆਰ ਕੀਤਾ ਸੀ, ਇਹ ਹਰਿਮੰਦਰ ਸਾਹਿਬ ਹੀ ਪ੍ਰਕਾਸ਼ ਹੋਣਾ ਸੀ। ਜਿਹੜਾ ਇਹਦਾ ਦਰਸ਼ਨ ਕਰਦਾ ਉਹਦੀ 84 ਕੱਟ ਹੋ ਜਾਣੀ ਸੀ। ਤੁਸੀਂ ਹੁਣ ਇਹ ਸਰੂਪ ਵਾਧੂ ਬਾਣੀਆਂ ਰਲਾ ਕੇ ਤਿਆਰ ਕੀਤਾ ਤੇ ਪ੍ਰਕਾਸ਼ ਤੇ ਕਰ ਹੋਣਗੇ, ਪਰ ਲੋਕਾਂ ਦੇ ਮਨਾਂ 'ਚ ਸਤਿਕਾਰ ਦੀ ਭਾਵਨਾ ਦੀ ਬੜੀ ਘਾਟ ਹੋਵੇਗੀ। ਗੱਜ ਕੇ ਬੋਲੋ। ਅੱਜ ਉਹ ਸਾਰਾ ਕੁਝ ਦੇਖ ਰਹੇ ਹਾਂ। ਮਹਾਰਾਜ ਕਿਰਪਾ ਕਰਨ। ਬਾਣੀ ਦਾ ਸਤਿਕਾਰ ਕਿੰਨੀਆਂ ਜਗ੍ਹਾ 'ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਹੋ ਰਹੇ ਆ। ਪਿਛਲੇ ਦਿਨਾਂ 'ਚ ਇੰਗਲੈਂਡ 11 ਸਰੂਪ ਅਗਨ ਭੇਟ ਹੋਏ। ਪੋਥੀਆਂ ਫਰੀਦਕੋਟੀਏ ਟੀਕੇ ਗੁਟਕਾ ਸਾਹਿਬ ਤੇ ਦਾਸ ਨੇ ਆਪਣੇ ਹੱਥੀਂ ਉਹ ਸਾਰੀ ਸੰਸਕਾਰ ਦੀ ਸੇਵਾ ਸੰਗਤਾਂ ਦੇ ਸਹਿਯੋਗ ਨੌਜਵਾਨ ਪਚੰਗੀਆਂ ਬੜੇ ਪਿਆਰ ਨਾਲ ਸੇਵਾ ਨਿਭਾਈ। ਸੋ ਕਹਿਣ ਤੋਂ ਭਾਵ ਇਹੋ ਜਿਹੇ ਫਾਰਵਰਡ ਦੇਸ਼ਾਂ ਵਿੱਚ ਵੀ ਜਿੱਥੇ ਇੰਨੀ ਪ੍ਰੋਟੈਕਸ਼ਨ ਸੁਰੱਖਿਆ, ਸੋ ਸਾਡੀ ਸੇਵਾ ਦੀਆਂ ਕੋਈ ਘਾਟਾਂ ਜਿਹਦੇ ਕਾਰਨ ਇਹ ਦਿਨ ਦੇਖਣੇ ਪੈ ਰਹੇ ਆ। ਮਹਾਰਾਜ
ਸਮੱਤ ਬਖਸ਼ੇ ਤੇ ਸਾਨੂੰ ਸਾਰਿਆਂ ਨੂੰ ਗੁਰੂ ਘਰਾਂ ਦੇ ਅੰਦਰ ਬੜੀ ਚੌਕਸੀ ਔਰ ਪੂਰਾ ਪਹਿਰਾ ਤੇ ਨਿਯਮ ਦੇ ਨਾਲ ਸਤਿਗੁਰੂ ਜੀ ਦਾ ਜਿਹੜਾ ਸਤਿਕਾਰ ਹੈ ਹਰ ਪੱਖੋਂ ਬਰਕਰਾਰ ਰੱਖਣ ਲਈ ਸਨੱਧਬੱਧ ਹੋਣਾ ਚਾਹੀਦਾ। ਤੇ ਤੀਸਰਾ ਸਰੂਪ ਸਾਧ ਸੰਗਤ ਜੀ, ਜਦੋਂ 9ਵੇਂ ਪਾਤਸ਼ਾਹ ਜੀ ਦੀ ਬਾਣੀ ਦਰਜ ਕਰਨੀ ਸੀ ਜਾਂ ਗੁਰਸਿੱਖਾਂ ਨੂੰ ਅਰਥ ਬੋਧ ਕਰਾਉਣਾ ਸੀ, ਉਸ ਵੇਲੇ ਦਸਮ ਗੁਰੂ ਜੀ ਨੇ ਕੰਠੋਂ ਬਾਣੀ ਆਚਾਰੀ ਭਾਈ ਮਨੀ ਸਿੰਘ ਸਾਹਿਬ ਜੀ ਨੇ ਲਿਖੀ, ਜਿਨ੍ਹਾਂ ਦੇ ਪਰਿਵਾਰ ਵਿੱਚ 58 ਸ਼ਹੀਦ ਹੋਏ ਆ। ਸਭ ਨੂੰ ਵੱਧ ਕੁਰਬਾਨੀ ਵਾਲਾ ਇਹ ਪਰਿਵਾਰ ਹੈ। ਉਸ ਬੀੜ ਨੂੰ ਦਮਦਮੀ ਬੀੜ ਦਾ ਖਿਤਾਬ ਹੈ ਔਰ ਉਸੇ ਨੂੰ ਗੁਰਤਾ ਗੱਦੀ ਦੀ ਨਦੇੜ 300 ਸਾਲਾਂ ਪਿੱਛੇ ਮਨਾਇਆ ਰਸਮ ਹੋਈ ਸੀ। ਅੱਜ ਸਾਰੇ ਪੰਥ ਵਿੱਚ ਸਾਰੇ ਸਥਾਨਾਂ ਤੇ ਇਹੀ ਪ੍ਰਕਾਸ਼ਮਾਨ ਹੈ। ਸੋ ਇਹ ਬੀੜਾਂ ਦੇ 3 ਭੇਦ ਆ। ਅਤਾਰੇ ਬਹੁਤ ਸਾਰੇ ਦਰਸ਼ਨ ਕਰਨ ਲਈ ਮਿਲਦੇ ਆ, ਹੱਥ ਲਿਖਤ ਵੀ, ਪੱਥਰ ਛਾਪਾ ਵੀ, ਅੱਜ ਪ੍ਰੈਸ ਦੁਆਰਾ ਵੀ। ਸੋ ਇਸੇ ਤਰ੍ਹਾਂ ਦਸਮ ਗ੍ਰੰਥ ਦੇ ਸਰੂਪ ਵੀ ਪੁਰਾਤਨ ਹਨ। ਜੋ ਭਾਈ ਸਾਹਿਬ ਮਨੀ ਸਿੰਘ ਜੀ ਨੇ ਸਰੂਪ ਲਿਖਿਆ ਸੀ, ਉਹਦੇ 4 ਅਤਾਰੇ ਬਾਬਾ ਦੀਪ ਸਿੰਘ ਜੀ ਨੇ ਕੀਤੇ ਸਨ। ਉਹਨਾਂ ਚੋਂ ਇੱਕ ਹਜੂਰ ਸਾਹਿਬ ਮੌਜੂਦ ਹੈ, ਦੂਸਰਾ ਪਟਨੇ ਸਾਹਿਬ, ਤੀਸਰਾ ਬਸਤੀ ਸ਼ੇਖ ਗੁਰਦੁਆਰਾ ਜਲੰਧਰ। ਅੱਗੇ ਮੈਂ ਦਰਸ਼ਨ ਕੀਤੇ। ਭਾਵੇਂ ਤਖਤਾਂ ਤੇ ਸੀ, ਬਹੁਤ ਸਾਰੇ ਹਮਲੇ ਹੁੰਦੇ ਰਹੇ, ਯੁੱਗ ਬਦਲਦੇ ਰਹੇ, ਕਿਸ ਤਰ੍ਹਾਂ ਉੱਥੇ ਉਹ ਪਹੁੰਚੇ ਹੈ। ਸੋ ਇੱਕ ਸਰੂਪ ਭਾਈ ਰੂਪੇ, ਜੋ ਪਰਮ ਸਿੰਘ ਧਰਮ ਸਿੰਘ ਸਨ, ਮਹਾਰਾਜ ਦੇ ਹਜ਼ੂਰੀ ਸੇਵਾਦਾਰ, ਉਹਨਾਂ ਦੇ ਪਰਿਵਾਰ ਕੋਲ ਹੈ। ਸੋ ਇਹ 4 ਸਰੂਪ ਹੈ। ਤੇ ਜੋ ਹਜ਼ੂਰ ਸਾਹਿਬ ਸਰੂਪ ਹੈ, ਉਹਦੇ ਵੀ ਤੇ ਬਾਕੀ ਸਰੂਪਾਂ ਦੇ ਵੀ ਦਰਸ਼ਨ ਕਰਨ ਦੇ ਸਮੇਂ ਮਿਲੇ ਹੈ। ਹਜ਼ੂਰ ਸਾਹਿਬ ਵਾਲੇ ਸਰੂਪ ਤੋਂ ਮੈਂ ਲਗਾਤਾਰ 15 ਦਿਨ ਕਥਾ ਵੀ ਕੀਤੀ ਹੈ, ਪ੍ਰਕਾਸ਼ ਵੀ, ਤੋਖਾਸਨ ਵੀ 1-2 ਵਾਰੀ ਕਰਨ ਦਾ ਸਮਾਂ ਮਿਲਿਆ। ਇਸੇ ਤਰ੍ਹਾਂ ਕਰਤਾਰਪੁਰ ਸਾਹਿਬ ਵਾਲਾ ਸਰੂਪ, ਉਹਦਾ ਵੀ 1 ਵਾਰੀ ਦਰਸ਼ਨ ਕੀਤਾ। 12 ਮਾਹਾਂ ਦੀ ਬਾਕ ਦੀ ਕਥਾ ਵੀ ਕੀਤੀ ਹੈ ਵਿਸਾਖੀ ਦੇ ਪੁਰਬ ਤੇ। ਉਹ ਧੀਰ ਮੱਲਿਆਂ ਦੇ ਪਾਸ ਹੈ। ਸੋ ਇਸੇ ਤਰ੍ਹਾਂ ਗੁਰੂ ਘਰ ਦੇ ਜੋ ਧਰਮ ਸ਼ਾਸਤਰ ਹੈ, ਜਿਵੇਂ ਵੇਦ ਹੁੰਦੇ ਆ, ਇਸ ਤਰ੍ਹਾਂ ਉਪਵੇਦ ਹੈ। ਜੋਤਿਸ਼ ਹੈ, ਵੈਦਿਕ ਹੈ, ਭੂਗੋਲਕ ਦੇ ਹੈ, ਸਾਇੰਸ ਵਿਗਿਆਨ ਦੇ ਹੈ, ਭਾਵ 64 ਪ੍ਰਕਾਰ ਦੀ ਵਿਦਿਆ, ਬੇਅੰਤ ਧਰਮ ਪੁਸਤਕ ਵੀ ਹੈ, ਰਾਜਨੀਤੀ ਦੇ ਵੀ ਹੈ, ਜਿਹਨੂੰ ਸਿਮਰਤੀਆਂ ਕਹਿ ਦਿੰਦੇ ਆ, ਪੁਰਾਣ ਹੈ ਜਿਹਨੂੰ ਇਤਿਹਾਸ ਕਹਿ ਦਿੰਦੇ ਆ, ਸ਼ਾਸਤਰ ਹੈ ਜਿਹਦੇ ਵਿੱਚ ਵੇਦਾਂ ਦਾ ਨਿਚੋੜ ਹੈ। ਇਸ ਤਰ੍ਹਾਂ ਵੇਦ ਜਿਹੜੇ ਉਹ ਭਾਰਤੀ ਸਭਾ 'ਚ ਮੂਲ ਹੈ। ਇਸ ਤਰ੍ਹਾਂ ਦੂਜੀਆਂ ਕੌਮਾਂ ਧਰਮਾਂ ਦੇ ਵੀ ਹਰ ਪੱਖ ਦੇ ਪੁਸਤਕ ਮਿਲਦੇ ਆ। ਇਸ ਤਰ੍ਹਾਂ ਗੁਰੂ ਘਰ ਦੇ ਅੰਦਰ ਜੋ ਨਿਰੋਲ ਰੂਹਾਨੀਅਤ ਦਾ ਗਿਆਨ ਦੇਣ ਵਾਲੀ ਬਾਣੀ ਹੈ, ਪਰਮਾਰਥ, ਜੀਵ ਬ੍ਰਹਮ ਦੀ ਏਕਤਾ, 84 ਲੱਖ ਜੂਨਾਂ ਆਵਾਗਮਨ ਨੂੰ ਮਿਟਾਉਣ ਦੀ ਤਾਕਤ ਰੱਖਦੀ ਹੈ, ਉਹ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਬਾਣੀ। ਤੇ ਹੁਣ ਮਹਾਰਾਜ ਨੇ ਆਪਣੇ ਸਿੱਖ ਨੂੰ ਹਰ ਪੱਖੋਂ ਕੁਸ਼ਲ ਬਣਾਉਣਾ ਹੈ। ਹਰ ਮਾਪੇ ਚਾਹੁੰਦਾ ਹੁੰਦਾ ਮੇਰਾ ਬੱਚਾ ਹਰ ਤਰ੍ਹਾਂ ਦੀ ਵਿਦਿਆ ਹੁਨਰ ਸਿੱਖੇ, ਸਿਆਣਾ ਹੋਵੇ। ਉਹ ਫਿਰ ਉਹਨੂੰ ਹਰ ਤਰ੍ਹਾਂ ਦੀ ਵਿਦਿਆ ਦੇਣ ਵਾਸਤੇ ਕਿੰਨਾ ਖਰਚਾ, ਕਿੰਨਾ ਉਦਮ, ਕਿੰਨਾ ਜਫਰ ਜਾਲਦਾ ਹੈ। ਇਸ ਤਰ੍ਹਾਂ ਜਿਹੜੇ ਗੁਰੂ ਮਹਾਰਾਜ ਜੀ ਹਨ, ਉਹ ਵੀ ਆਪਣੇ ਸਿੱਖ ਨੂੰ ਹਰ ਪੱਖ ਤੋਂ ਸੂਝਵਾਨ, ਵਿਦਵਾਨ, ਸੂਰਮਾ, ਦਾਨੀ, ਤਿਆਗੀ, ਬਰਾਗੀ, ਬ੍ਰਹਮ ਗਿਆਨੀ, ਸਾਰੇ ਗੁਣ ਉਹਦੇ 'ਚ ਰੱਖਣਾ ਚਾਹੁੰਦੇ ਹਨ। ਇਸ ਵਾਸਤੇ ਸਤਿਗੁਰੂ ਜੀ ਨੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਜਾਂ ਪੌਂਟਾ ਸਾਹਿਬ ਬਹੁਤ 1800 ਵਿਦਵਾਨ ਰੱਖਿਆ ਸੀ ਔਰ 52 ਕਵੀਆਂ ਦਾ ਜ਼ਿਕਰ ਮਿਲਦਾ ਹੈ। ਵੱਧ ਘੱਟ ਵੀ ਹੁੰਦੇ ਰਹੇ ਹੋਣਗੇ। ਸੋ ਬਹੁਤ ਸਾਰੇ ਜਿਹੜੇ ਭਾਰਤੀ ਸਭਿਅਤਾ ਦੇ ਗ੍ਰੰਥ ਸਨ ਸੰਸਕ੍ਰਿਤ ਦੇ ਅੰਦਰ,
ਫਾਰਸੀ ਅਰਬੀ ਦੇ, ਉਹਨਾਂ ਦਾ ਵੀ ਅਨੁਵਾਦ ਕਰਾਇਆ। ਕਿਉਂਕਿ ਆਪਣੇ ਮਤ ਦਾ ਫੈਲਾਓ ਤਾਂ ਹੋ ਸਕਦਾ ਜੇ ਸਾਨੂੰ ਦੂਏ ਮਤਾਂ ਬਾਰੇ ਨੌਲੇਜ ਹੋਵੇ, ਗਿਆਨ ਹੋਵੇ। ਔਰ ਜਦੋਂ ਅਸੀਂ ਅਨਮਤੀਆਂ ਨਾਲ ਬਚਨ ਕਰਨਾ, ਜੇ ਸਾਨੂੰ ਉਹਨਾਂ ਦੇ ਧਰਮ ਬਾਰੇ ਗਿਆਨ ਨਹੀਂ, ਆਪਣੇ ਧਰਮ ਬਾਰੇ ਗਿਆਨ ਨਹੀਂ, ਫਿਰ ਅਸੀਂ ਆਪਣੇ ਧਰਮ ਦੀ ਸਰਬ ਉਚਤਾ ਦੱਸ ਨਹੀਂ ਸਕਦੇ। ਦੱਸ ਤਾਂ ਹੀ ਸਕਦੇ ਹਾਂ ਜੇ ਪਤਾ ਲੱਗੇ ਕਿ ਉਹਨਾਂ ਦਾ ਧਰਮ ਕਿੰਨੀ ਕੁ ਡੰਗਾਈ 'ਚ ਹੈ ਤੇ ਸਾਡੇ ਧਰਮ ਦੀ ਕਿੰਨੀ ਮਹਾਨਤਾ। ਫਿਰ ਅਸੀਂ ਉਹਨਾਂ ਦੇ ਸ਼ੰਕੇ ਨਿਵਾਰਨ ਕਰਕੇ ਉਹਨਾਂ ਨੂੰ ਗੁਰਸਿੱਖੀ ਲਾਈਨ ਵਿੱਚ ਪ੍ਰਵਿਰਤ ਕਰ ਸਕਦੇ ਹਾਂ, ਅੰਮ੍ਰਿਤ ਛਕਾ ਕੇ ਸਿੰਘ ਸਜਾ ਸਕਦੇ ਹਾਂ। ਇਸ ਵਾਸਤੇ ਮਹਾਰਾਜ ਨੇ ਕਾਸ਼ੀ ਦੇ ਵਿੱਚ ਵੀ ਸੰਸਕ੍ਰਿਤ ਵਿਦਿਆ ਪੜ੍ਹਨ ਵਾਸਤੇ 13 ਸੰਤ ਭੇਜੇ ਸੀ, ਉਹਨਾਂ ਨੂੰ ਨਿਰਮਲਿਆਂ ਦਾ ਖਿਤਾਬ ਦਿੱਤਾ ਸੀ। ਉਹ ਵੀ ਸੰਪਰਦਾਵਾਂ ਚੱਲਦੀਆਂ, ਉਦਾਸੀ ਮਹਾਤਮਾ ਵੀ ਇਹ ਪ੍ਰਚਾਰਕ ਸ਼੍ਰੇਣੀ ਸੀ, ਤੇ ਜੰਗ ਯੁੱਧ ਵਾਲੇ ਸਿੰਘ ਵੀ ਸਨ, ਲੰਗਰ ਵਾਲੇ ਸੀ, ਗੁਰਦੁਆਰਿਆਂ ਦੀ ਕਾਰ ਸੇਵਾ ਵਾਲੇ ਸੀ, ਸ਼ਾਸਤਰ ਤਿਆਰ ਕਰਨ ਵਾਲੇ ਸਿਗਲੀਗਰ ਸਨ। ਹਾਂਜੀ, ਫਿਰ ਮਹਾਰਾਜ ਦਾ ਦਰਬਾਰ, ਸਟੇਜ ਸਜਾਉਣ ਵਾਲੇ, ਕਥਾ ਕੀਰਤਨ ਵਾਲੇ, ਹਾਂਜੀ, ਕਵੀ ਦਰਬਾਰ, ਢਾਡੀ ਦਰਬਾਰ, ਫਿਰ ਸਾਧੂਆਂ ਦੀਆਂ ਮੰਡਲੀਆਂ, ਵਿਦਵਾਨਾਂ ਦੀਆਂ, ਫਿਰ ਇਸੇ ਤਰ੍ਹਾਂ ਘੋੜ ਸਵਾਰੀ, ਨੇਜਾਬਾਜੀ, ਸ਼ਸਤਰ ਅਸਤਰ, ਤੋਪਾਂ ਤੱਕ, ਕਿਲਿਆਂ ਦੀ ਸਿਰਜਣਾ ਕਰਨ ਵਾਲੇ ਬੜੇ ਬੜੇ ਵਿਸ਼ਕਰਮੇ, ਹਰ ਪੱਖ ਦਾ ਵਿਅਕਤੀ ਮਹਾਰਾਜ ਦੇ ਪਾਸ ਸੀ। ਜੇ ਐਸਾ ਨਾ ਹੁੰਦਾ, ਏਡੇ ਵੱਡੇ ਡਿਕਟੇਟਰ ਰਾਜੇ ਦੇ ਨਾਲ ਕੋਈ ਲੋਹਾ ਲੈਣਾ ਸੌਖਾ ਨਹੀਂ। ਕੱਜ ਕੇ ਬੋਲੋ, ਲੋਹਾ ਹੀ ਨਹੀਂ ਲਿਆ। ਔਰੰਗਜ਼ੇਬ ਨੇ 21 ਲੜਾਈਆਂ ਮਹਾਰਾਜ ਦੇ ਗਲ ਪਾਈਆਂ, 21 ਚ ਮਹਾਰਾਜ ਜੇਤੂ ਰਹੇ। ਹਿੰਦੁਸਤਾਨ ਦੇ ਬੜੇ ਬੜੇ ਰਜਵਾੜੇ ਤਾਂ ਉਹਦੀ ਸ਼ਾਨੀ ਭਰ ਰਹੇ ਆ, ਤੇ ਖਾਲਸਾ ਸੁਤੰਤਰਤਾ ਦਾ ਨਗਾਰਾ, ਡਾਂਕਾ, ਨਿਸ਼ਾਨ, ਕਲਗੀ ਜਗਾ, ਇਹ ਸਾਰਾ ਕੁਝ ਕਰਕੇ ਦਿਖਾਇਆ। ਜਦੋਂ ਕਿ ਹਰ ਪੱਖ ਤੇ ਕਲਗੀ ਲਾਉਣੀ, ਘੋੜ ਸਵਾਰੀ, ਸ਼ਸਤਰ ਰੱਖਣਾ, ਕਿਲਾ, ਨਿਸ਼ਾਨ ਚਲਾਉਣਾ, ਨਗਾਰਾ ਵਜਾਉਣਾ ਪਾਬੰਦੀ ਸੀ। ਤੇ ਮਹਾਰਾਜ ਕੋ ਉਸ ਵੇਲੇ ਵੀ 2 ਤੋਪਾਂ ਸਨ, ਜਿਨ੍ਹਾਂ ਦਾ ਨਾਮ ਬਾਗੜ ਤੇ ਬਿਜ ਘੋਖ ਸੀ। ਗੱਜ ਕੇ ਬੋਲੋ। ਉਹਨਾਂ ਚੋਂ ਇੱਕ ਤੋਪ ਲਾਹੌਰ ਪਈ ਹੈ। ਸੋ ਕਹਿਣ ਤੋਂ ਭਾਵ ਕਿਲੇ ਉਹਨਾਂ ਦੇ ਅੱਜ ਨਿਸ਼ਾਨ ਮਿਲ ਰਹੇ ਹਨ। ਸੋ ਮਹਾਰਾਜ ਦੀ ਇਹ ਸਾਰੀ ਹੀ ਬਕਤਬਤਾ ਬੜੀ ਅਲੌਕਿਕ ਹੈ। ਤੇ ਇਸੇ ਤਰ੍ਹਾਂ ਕਾਵ ਰਚਨਾ ਵੀ ਕੀਤੀ ਹੈ। ਕਾਵ ਰਚਨਾ ਦੇ ਵਿੱਚ ਪਿੰਗਲ ਹੈ, ਇਸ ਤਰ੍ਹਾਂ ਨਿਰੁਕਤ ਵਗੈਰਾ, ਜੋਤਿਸ਼, ਕਲਪ, ਵਿਆਕਰਨ ਆਦਿਕ ਜਿਹੜੇ ਅੰਗ ਹੈ। ਤੇ ਫਿਰ ਸੰਗੀਤ ਦਾ ਹੈ, ਸ਼ਿੰਗਾਰ ਰਸ ਆਦਿਕ, ਰੌਦਰ, ਭਿਅੰਕਰ, ਬਿਭਤਵ, ਤੇ ਹਾਸ ਰਸ ਹੈ, ਕਰਣਾ ਰਸ ਹੈ, ਵੀਰ ਰਸ ਹੈ। ਇਹ 9 ਰਸ ਭਾਵ ਜਾਣ ਲੈਣੇ। ਲੰਬੀ ਵਿਆਖਿਆ ਕਰੀਏ ਫਿਰ ਬੜਾ ਸਮਾਂ ਹੋ ਜਾਏਗਾ। ਤੇ ਇਹ ਜਿਹੜੀ 10ਵਾਂ ਗ੍ਰੰਥ ਹੈ, ਇਹ ਐਸਾ ਛੰਦਾਬੰਦੀ ਦਾ ਗ੍ਰੰਥ ਹੈ ਕਿ ਹੁਣ ਜਿਵੇਂ ਤੁਲਸੀਦਾਸ ਜੀ ਨੇ ਰਮਾਇਣ ਬਣਾਈ ਹੈ ਵਾਰਤਕ ਵਿੱਚ, ਉਹਦੇ ਵਿੱਚ ਉਹ ਛਪੈ ਛੰਦ ਦੋਹਰਾ, ਸੋਰਠਾ, ਕਵਿਤ, ਸਵਈਆ, ਚੌਪਈ, ਇਹ ਕੁਝ ਚੰਦ ਛੰਦ ਹੈ। ਤੇ 10ਵਾਂ ਗ੍ਰੰਥ ਵਿੱਚ ਬੇਅੰਤ ਛੰਦ ਹੈ। ਔਰ 10ਵਾਂ ਗ੍ਰੰਥ ਦੇ ਛੰਦਾਂ ਤੇ ਹੀ ਭਾਈ ਸਾਹਿਬ, ਭਾਈ ਸੰਤੋਖ ਸਿੰਘ ਤੇ ਗਿਆਨੀ ਗਿਆਨ ਸਿੰਘ ਨੇ ਸੂਰਜ ਪ੍ਰਕਾਸ਼ ਤਥਾ ਪੰਥ ਪ੍ਰਕਾਸ਼ ਵਿੱਚ ਉਹ ਛੰਦਾਂ ਦੀ ਕਾਫੀ ਵਰਤੋਂ ਕੀਤੀ ਹੈ। ਉਹ ਮਹਾਰਾਜ ਤੋਂ ਹੀ ਲਿਆ ਅਨੁਭਵ ਸਾਰਾ। ਫਿਰ ਕਾਵ ਰਚਨਾ ਦੇ ਜਿਹੜੇ ਰਸ ਹੈ, ਹੁਣ ਤੁਲਸੀਦਾਸ ਜੀ ਜਿੱਥੇ ਸ਼ਿੰਗਾਰ ਰਸ ਹੈ ਬਿਲਕੁਲ ਖਾਮੋਸ਼ ਹੈ, ਤੇ ਮਹਾਰਾਜ ਸ਼ਿੰਗਾਰ ਰਸ ਦਾ ਵਰਣਨ ਕਰਨ ਲੱਗੇ ਬਿਲਕੁਲ ਨਿਸੰਕੋਚ ਉਹਨਾਂ ਨੇ ਵਰਣਨ ਕੀਤਾ ਹੈ। ਕਿਉਂਕਿ ਅਸਲੀ ਵਿਦਵਾਨ ਤਾਂ ਉਹੀ ਹੈ ਜਿਹੜਾ ਹਰ ਰਸ ਨੂੰ ਕਾਵ ਰਚਨਾ ਦੇ ਖਾਕੇ ਵਿੱਚ ਭਰ ਸਕੇ। ਗੱਜ ਕੇ ਬੋਲੋ। ਸਾਹਿਤਕ ਪੱਖ ਲੈ ਲਓ, ਸੰਗੀਤਕ ਪੱਖ ਲੈ ਲਓ, ਸ਼ਸਤਰ ਅਸਤਰ ਦਾ ਪੱਖ ਲੈ ਲਓ, ਪ੍ਰੇਮਾ ਭਗਤੀ ਦਾ ਪੱਖ ਲੈ ਲਓ, ਸੂਰਵੀਰਤਾ, ਤਿਆਗ, ਬਰਾਗ, ਗਿਆਨ, ਧਿਆਨ ਦਾ ਪੱਖ ਲੈ ਲਓ, ਰੂਹਾਨੀਅਤ, ਪਰਮਾਰਥ ਦਾ, ਹਰ ਵਿਸ਼ੇ ਉੱਤੇ ਮਹਾਰਾਜ ਨੇ ਬਚਨ ਲਿਖਿਆ। ਫਿਰ ਜਿਹੜਾ 5 ਵਕਾਰ ਆ, ਇਹਨਾਂ ਉੱਤੇ ਵੀ ਪੂਰਾ ਲਿਖਿਆ। ਮੌਕੇ ਦੇ ਮੌਜੂਦਾ ਰਾਜੇ, ਮੌਕੇ ਦੀ ਪਰਜਾ। ਆ ਬੀਬੀ ਜੀ ਬੱਚੇ ਨੂੰ ਪਾਸੇ ਲੈ ਜਾਓ। ਤੇ ਆਪਣਾ
हर पक्ष जिहड़ा है ਉਹਨੂੰ ਸੰਪੂਰਨ कि ड्यूटी भाई तुहाडी सेवादारां दी है, तुसीं ड्यूटी नहीं दिंदे। फिर बरसी हो जाती है कि तुसीं सेवादार एक जन ड्यूटी दिया करो ना। आ यही कुछ होया इंग्लैंड, बीबियां सुखमनी पढ़दियां सी, उत्थे गुरु ग्रंथ ਸਾਹਿਬ ਨੂੰ भेट करके एक बंदा दौड़ गया। इन्ने भी सारी मिट्टी दे माधो होके नहीं संगत च बैठना, उत्थे दी प्रोटैक्शन चाहिदी है, उत्थे दी हर चीज दे उत्ते नियमबद्ध कंट्रोल चाहिदा। 1:30 बजे दिन दे अंदर सुखमणियां पढ़ रही ते सुखासन जगन भेट हो गया महाराज स्वरूप। इतनी बड़ी कमजोरी है साडे बैठिया ही हो जाता, फिर की करांगे। यही तो चीजां हन बाणी पढ़न दा। अज असीं ये बाणी वीर रस वाली पढ़दे नहीं, इसे करके साडी जिहड़ी आत्मा है वो बिल्कुल दबेली जा रही है। सो आओ, प्रकरण चल रहा सी, विशा बहुत लंबा होएगा ते समा बड़ा समास है, क्योंकि अज मैं आखिरी दिन आप जी की सेवा च हाँ, फिर फ्लाइट भी है, अज लंडन जाना है। सो 10वां ग्रंथ विजय मुक्त 100 साखी रहतनामे ਅਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਜਿਹੜੇ ਮਹਾਰਾਜ ਤੋਂ ਉੱਤਰ ਗ੍ਰੰਥ ਭਾਈ ਨੰਦ ਲਾਲ, ਭਾਈ ਗੁਰਦਾਸ ਦੀਆਂ 12 ਕਵਿਤ ਸਵਈਏ, ਸਰਬਲੋ ਗ੍ਰੰਥ ਜਿਹੜਾ ਉਹ ਬੁੱਢਾ ਦਲ ਨੇ ਪਹਿਲਾਂ ਹਜੂਰ ਸਾਹਿਬ ਖਰੜਾ ਸੀ, ਬੁੱਢੇ ਦਲ ਨੇ ਛਪਾਇਆ, ਹੁਣ ਉਹ ਪ੍ਰੈਸ ਤੇ ਵੀ ਮਿਲਦਾ ਹੈ। ਉਹਦੇ 3 ਭਾਗ ਹੈ। ਉਹ ਸਾਡੇ ਨੇੜੇ ਹੀ ਸੰਤ ਰਹਿੰਦੇ ਸੀ, ਹਰਨਾਮ ਦਾਸ ਅਦਾਸੀ ਸਾਧੂ, ਉਹਨਾਂ ਨੇ ਹੀ ਉਸ ਦਾ ਅਨੁਵਾਦ ਕੀਤਾ। ਉਹ ਮੇਰੇ ਕੋਲ ਆਉਂਦੇ ਰਹੇ ਤੇ ਬੜੇ ਵਿਦਵਾਨ ਸਨ, ਤੇ 10ਵਾਂ ਗ੍ਰੰਥ ਦਾ ਵੀ ਉਹਨਾਂ ਨੇ ਟੀਕਾ ਕੀਤਾ ਸੀ। ਉਹ ਟੀਕਾ ਨਾਮਧਾਰੀਆਂ ਨੇ ਉਹਨਾਂ ਤੋਂ ਲੈ ਲਿਆ, ਹਾਲੇ ਤੱਕ ਛਪਿਆ ਨਹੀਂ। ਇਹ ਕਾਰਨ ਨਹੀਂ ਪਤਾ ਕੀ ਹੈ। ਸੋ ਇਸੇ ਤਰ੍ਹਾਂ ਪੰਡਿਤ ਨਰੈਣ ਸਿੰਘ ਜੀ ਨੇ ਟੀਕਾ ਕੀਤਾ, ਜੋ 10 शायद 8 जिल्दां च है, ते इसे तरह ਗਿਆਨੀ ਬਿਸ਼ਨ ਸਿੰਘ ਜੀ ਨੇ ਪਹਿਲਾਂ ਕੀਤਾ ਸੀ। ਰਤਨ ਸਿੰਘ ਜੱਗੀ ਹੈ, ਉਹਨ ਵੀ ਕੀਤਾ ਟੀਕਾ। ਇਸ ਤਰ੍ਹਾਂ ਹੋਰ ਵੀ ਕਈਆਂ ਨੇ ਯਤਨ ਕੀਤੇ ਆ। ਤੇ ਛੋਟੇ ਜਿਹੜੇ ਆ 10 ਗ੍ਰੰਥੀ ਜਾਂ 5 ਗ੍ਰੰਥੀ, ਡਾਕਟਰ ਭਾਈ ਵੀਰ ਸਿੰਘ ਜਾਂ ਹੋਰ ਪੰਡਿਤ ਨਰੈਣ ਸਿੰਘ, ਕਈ ਗੁਰਮੁਖ ਜਨਾਂ ਨੇ ਕੀਤੇ। ਇਸੇ ਤਰ੍ਹਾਂ ਹੁਣ ਮਹਿਰੋਂ ਵਾਲੇ ਸਿੰਘਾਂ ਨੇ ਵੀ ਯਤਨ ਕੀਤਾ ਹੈ। पर तकरीबन जिन्ने टीके पढ़े है आपो अपनी वैसे पसंद है, पर मैं पंडित नरैण सिंह जी वाला टीका जिहड़ा वो सब नूं वध पसंद कीता। उन्होंने अर्थ बहुत सोहणे खोले है। बाकी जिहड़े टकसालां च पढ़दे है उन्हां को कईयां को कापियां भी हन जां औखे शब्दां दे अर्थ वगैरह। इसे तरह पंजाबी यूनीवर्सिटी ने भी 10वां ग्रंथ ते अपने ਗਿਆਨੀ ਰਣਧੀਰ ਸਿੰਘ ਉਹਨਾਂ ਨੇ ਉਹ ਰਿਸਰਚ ਕੀਤੀ ਹੈ। 10ਵਾਂ ਗ੍ਰੰਥ ਦੇ ਕੋਸ਼ ਜਿਹੜੇ ਹੈ ਉਹ ਲਿਖੇ ਹੈ। ਇਸ ਤਰ੍ਹਾਂ ਇਹਦਾ ਤੁਕ ਤਤਕਰਾ ਵੀ ਬਣਿਆ, ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਤੁਕ ਤਤਕਰਾ ਉਹ ਵੀ ਦਰਸ਼ਨ ਹੋਏ ਹੈ। ਸੋ ਚਿੱਤਰੋ ਪਖਿਆਨ ਦੀਆਂ ਪੋਥੀਆਂ ਜਿਹੜੀਆਂ, ਉਹਨਾਂ ਦੀ ਵਿਆਖਿਆ ਕਈਆਂ ਨੇ ਇੰਗਲਿਸ਼ ਵਿੱਚ ਵੀ ਜਾਂ ਹੋਰ ਭਾਸ਼ਾ 'ਚ ਵੀ ਕੱਲੇ ਵੀ ਹੋਏ ਹੈ। ਕਈ ਅਨਬਾਣੀਆਂ ਦੇ ਵੀ ਟੀਕੇ, ਵਿਚਿੱਤਰ ਨਾਟਕ ਆ, ਕਾਲ ਉਸਤਤ ਆ, ਜਫਰਨਾਮਾ, ਜੁਦੇ ਵੀ ਦੇਖਣ ਵਿੱਚ ਮਿਲਦੇ ਹਨ। ਸੋ ਹੁਣ ਇਸ ਪਾਸੇ ਸੇਵਾ ਤੁਸੀਂ ਲਾਈ ਹੈ ਤੇ ਬਹੁਤ ਕੁਝ ਦ੍ਰਿਸ਼ਟੀ ਗੋਚਰ ਕਰਨਾ ਪੈਂਦਾ ਹੈ। ਅਨ ਧਰਮਾਂ ਦੇ ਗ੍ਰੰਥ ਜਿਹੜੇ ਕੁਰਾਨ ਸ਼ਰੀਫ ਹੈ ਜਾਂ ਬਾਈਬਲ, ਜੈਨ ਬੌਧ ਮਤ ਦੇ ਜਾਂ ਹੋਰ ਮਤਾਂ ਦੇ ਵੀ ਸਾਡੇ ਲੋਕਾਂ ਨੂੰ ਪੜ੍ਹਨੇ ਪੈਂਦੇ ਆ। ਕਿਉਂ? ਬਾਕੀ ਵਾਸਤੇ ਗੁਰਬਾਣੀ ਦੀ ਮਹਾਨਤਾ ਤਾਂ ਹੀ ਦੱਸ ਸਕਦੇ ਆ ਜੇ ਸਾਨੂੰ ਦੋਹਾਂ ਧਰਮਾਂ ਬਾਰੇ ਵੀ ਨੌਲੇਜ ਹੋਵੇ। ਜੇ ਨਹੀਂ ਹੋਵੇਗਾ ਤੇ ਮਹਾਨਤਾ ਕਿਵੇਂ ਦੱਸਾਂਗੇ? ਸੋ ਇਸੇ ਤਰ੍ਹਾਂ 10ਵੇਂ ਗੁਰੂ ਜੀ ਨੇ ਦੂਜੇ ਧਰਮਾਂ ਬਾਰੇ ਦੂਸਰੇ ਗ੍ਰੰਥਾਂ ਦਾ ਅਨੁਵਾਦ ਕਰਾਇਆ। ਇਹ ਜਿਹੜਾ ਗ੍ਰੰਥ ਤਿਆਰ ਹੋਇਆ ਸੀ, ਇਹਦਾ 9 ਮਣ ਕੱਚਾ ਵਜਨ ਸੁਣਨ ਵਿੱਚ ਆਇਆ ਹੈ। ਜਦੋਂ ਫਿਰ ਜੰਗ ਯੁੱਧ
ਤੇ ਤੁਹਾਨੂੰ ਪਤਾ ਉਸ ਵੇਲੇ ਤੇ ਮਾਂ ਪੁੱਤ ਨੂੰ ਨਹੀਂ ਸੰਭਾਲਦੀ ਲੜਾਈਆਂ 'ਚ। ਬਹੁਤ ਸਾਰਾ ਲਿਟਰੇਚਰ, ਬਹੁਤ ਕੀਮਤੀ ਸਮਾਨ, ਕਿੰਨੀ ਤਬਾਹੀ ਹੋਈ। ਰਾਣਾ ਨੂੰ ਪਿਆਰੇ ਸਿੰਘ, ਮਾਤਾ ਜੀ, ਸਾਹਿਬਜ਼ਾਦੇ ਤੇ ਹੋਰ ਕਿੰਨਾ ਨੁਕਸਾਨ। ਉਹ ਇਤਿਹਾਸ ਪੜ੍ਹੋ, ਆਪ ਜੀ ਨੂੰ ਪਤਾ ਲੱਗਦਾ, ਸੁਣ ਤੋਂ ਵੀ ਪਤਾ ਲੱਗਦਾ। ਪਰ ਫੇਰ ਵੀ ਇੰਨੇ ਸੰਘਰਸ਼ਾਂ ਦੇ ਵਿੱਚ ਇਤਨੀ ਵੱਡੀ ਰਚਨਾ ਕਰਨੀ, ਇਹ ਮਹਾਰਾਜ ਜੀ ਦਾ ਹੀ ਕੰਮ ਹੈ। ਗੱਜ ਕੇ ਬੋਲੋ। ਸਾਧ ਸੰਗਤ ਜੀ, ਇੱਕ ਲਾਲ ਪਗੜੀ ਵਾਲਾ ਸਿਪਾਹੀ 2-3 ਦਿਨ ਘਰ ਗੇੜਾ ਮਾਰ ਜਾਏ ਤੇ ਰੋਟੀ ਨਹੀਂ ਅੰਦਰ ਲੰਘਦੀ। ਇੱਥੇ ਰੋਜ਼ ਲੜਾਈਆਂ, ਰੋਜ਼ ਜੰਗ। ਹਾਂਜੀ, 9 ਸਾਲ ਦੀ ਉਮਰ ਤੋਂ ਗੁਰਤਾ ਗੱਦੀ ਸਾਂਭੀ ਹੈ ਤੇ 42 ਸਾਲ ਦੇ ਉਮਰ ਤੱਕ ਚੱਲੇ ਆ। ਇੰਨੀ ਉਮਰ ਦੇ ਅੰਦਰ ਇਤਨੇ ਕਰਤੱਵ ਕਰਨਾ ਤੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਗੁਰੂ ਗ੍ਰੰਥ ਗੁਰਤਾ ਗੱਦੀ ਦੇ ਕੇ ਜਿਹੜੇ ਦੇਸ਼ ਵਿੱਚੋਂ ਧਰਮ ਦਾ ਨਿਸ਼ਾਨ ਮਿਟਾਉਣਾ ਚਾਹੁੰਦੇ ਸੀ। ਤੀਸਰ ਪੰਥ ਖਾਲਸਾ ਪ੍ਰਗਟਾਨੀ, ਬੈ ਪ੍ਰਗਟਿਓ ਮਰਦ ਅਗੰਬੜਾ ਬਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਹ ਉਹਦਾ ਹੀ ਆ, ਤੇਰੀ ਉਪਮਾ ਤੋਹੇ ਬਣਿਆ। ਇਹ ਉਹੀ ਕਰ ਗਿਆ, ਇਹ ਛਾਲ ਉਹੀ ਮਾਰ ਗਿਆ। ਇਹ ਖਾਲਸੇ ਦੇ ਬਖਸ਼ਾਂ ਜਾਂ ਖਾਲਸੇ ਨੇ ਵੀ ਕੰਮ ਘੱਟ ਨਹੀਂ ਕੀਤੇ, ਗੁਰੂ ਦੀ ਬਖਸ਼ਿਸ਼ ਲੈ ਕੇ। ਅੱਜ ਵੀ ਜੇ ਬਖਸ਼ਿਸ਼ ਦੇ ਪਾਤਰ ਬਣੋਗੇ ਫਿਰ ਤਾਂ ਸਭ ਕੁਝ ਮਿਲੇਗਾ। ਸੋ ਹੁਣ 10ਮ ਗ੍ਰੰਥ ਹੈ ਤੇ ਮਹਿਮਾ ਪ੍ਰਕਾਸ਼ ਹੈ। ਸੂਰਜ ਪ੍ਰਕਾਸ਼ 14 ਜਿਲਦਾਂ, ਮਹਿਮੇ ਦੀਆਂ 3, ਸੇਵਾਦਾਰ ਦੀਆਂ ਪਰਚੀਆਂ। ਇਸ ਤਰ੍ਹਾਂ ਹੋਰ ਵੀ ਆਪਣੇ ਗੁਰਪੁਰਬ ਪ੍ਰਕਾਸ਼ ਹੈ। ਬਹੁਤ ਸਾਰੇ ਇਤਿਹਾਸਕ ਪੱਖੋਂ ਵੀ ਪੁਸਤਕ ਮਿਲਦੇ ਆ। ਅੱਜ ਤਾਂ ਬਹੁਤ ਕਿਤਾਬਾਂ ਲਿਖੀਆਂ ਜੋ ਕੋਈ ਗਿਣਤੀ ਨਹੀਂ। ਵਿਦਿਆ ਪੜ੍ਹਦੇ ਨਹੀਂ, ਇੱਕ ਦੂਜੀ ਨਕਲ ਕਰਕੇ ਇੱਧਰ ਉੱਧਰ ਲਿਖੀ ਜਾਂਦੇ ਆ। ਪਰ ਉਹਨਾਂ ਦੇ ਅੰਦਰ ਸਾਹਿਤਕ ਪੱਖ ਦੀ, ਸਿਧਾਂਤ ਦੀ ਬੜੀ ਕਮਜ਼ੋਰੀ ਹੁੰਦੀ ਹੈ। ਕਿਤੇ ਸਹੀ ਵੀ ਲਿਖ ਜਾਂਦੇ ਆ, ਕਿਤੇ ਗਲਤ ਵੀ, ਸੰਗਤ ਨੂੰ ਭੰਬਲ ਭੂਸੇ ਵੀ ਪਾ ਦਿੰਦੇ। ਪਰ ਜਦੋਂ ਤੱਕ ਸ਼ਾਸਤਰ ਬੇਤੇ ਪੂਰੇ ਨਾ ਬਣੀਏ, ਉਦੋਂ ਤੱਕ ਅਸੀਂ ਨਾ ਸਿਧਾਂਤ ਨੂੰ ਸਮਝ ਸਕਦੇ ਹਾਂ, ਨਾ ਦੂਏ ਨੂੰ ਸਮਝਾ ਸਕਦੇ ਹਾਂ। ਇਹ ਦੋਹਾਂ ਗੱਲਾਂ ਦੀ ਲੋੜ ਹੈ। ਸੋ ਇਸ ਵਾਸਤੇ ਜਿਵੇਂ ਇਹ ਕੰਨਾ ਆ, ਇੱਕ ਸਾਧ ਸੰਗਤ ਜੀ ਲੂਲਾ ਆ। ਹੁਣ ਜਿਹੜਾ ਸੂਰਮਾ ਉਹਨੂੰ ਦੀਦਾ ਨਹੀਂ, ਲੂਲਾ ਚੱਲ ਨਹੀਂ ਸਕਦਾ। ਜੇ ਅੰਨਾ ਉਹਨੂੰ ਘਨੇੜੀ ਚੱਕ ਲੈ, ਉਹਦਾ ਸਫ਼ਰ ਤੈਅ ਹੋ ਜਾਊਗਾ। ਉਹਦੀਆਂ ਅੱਖਾਂ ਹਨ, ਉਹ ਦਰਖਤ ਤੋਂ ਫਲ ਵੀ ਖਾ ਸਕਦੇ। ਦੋਨੋਂ ਰਲ ਕੇ ਸੋਹਣਾ ਕੰਮ ਕਰ ਲੈਂਦੇ। ਇਸੇ ਤਰ੍ਹਾਂ ਜੇ ਵਿਚਾਰ ਦੇ ਨਾਲ ਬੰਦਾ ਚੱਲਦਾ ਫਿਰ ਤਾਂ ਬਹੁਤ ਕੁਝ ਪ੍ਰਾਪਤ ਕਰ ਲੈਂਦਾ। ਬਾਕੀ ਹਰ ਗੱਲ ਵਿਚਾਰ ਦੇ ਉੱਤੇ ਖੜੀ ਹੈ, ਸੋਚ ਤੇ ਖੜੀ ਹੈ। ਤੁਹਾਡੀ ਸੋਚ ਨੈਗੇਟਿਵ ਦੇਖ ਰਹੀ ਹੈ ਕਿ ਪੋਜ਼ਿਟਿਵ ਦੇਖ ਰਹੀ ਹੈ। ਕਈਆਂ ਦਾ ਹਿਸਾਬ ਹੁੰਦਾ ਉਹ ਨਹੀਂ ਹਰ ਵੇਲੇ ਪੋਜ਼ਿਟਿਵ ਹੀ ਦੇਖੀ ਜਾਣਾ, ਕਈ ਨੈਗੇਟਿਵ ਦੇਖਦੇ। ਪਰ ਜਿਹੜੇ ਸਿਆਣੇ ਆ ਉਹ ਦੋਹਾਂ ਪੱਖਾਂ ਨੂੰ ਦੇਖ ਕੇ ਸੱਤ ਅਸੱਤ ਦਾ ਨਿਰਣਾ ਕਰਕੇ ਵਿਚਰਦੇ। ਸੋ ਇਸੇ ਤਰ੍ਹਾਂ ਸਾਧ ਸੰਗਤ ਜੀ, ਹੁਣ ਉਹ ਮਹਾਂਪੁਰਖ ਕੋਈ ਬੈਠੇ ਸੀ, 3 ਲੜਕੀਆਂ ਪਾਣੀ ਭਰਨ ਜਾ ਰਹੀਆਂ ਖੂਹ ਤੇ। ਉਹ ਕਥਾ ਕਰਦੇ ਆ, ਉਹ ਨਹੀਂ ਤਾਂ ਆਪਣੇ ਰੰਗ 'ਚ ਵਚਨ ਕੀਤਾ, ਨਾ ਅਗਲੀ ਦੇ ਨਾ ਪਿਛਲੀ ਦੇ, ਬਲਿਹਾਰੇ ਜਾਈਏ ਵਿਚਲੀ ਦੇ। ਉਹ ਕੁੜੀਆਂ ਨੇ ਘਰ ਦੱਸਿਆ ਕਿ ਸੰਤ ਜੀ ਨੇ ਆਹ ਗੱਲ ਕਹੀ ਹੈ। ਉਹ ਆ ਗਿਆ ਜੀ ਡਾਂਗਾ ਲੈ ਕੇ, ਸਾਡੀਆਂ ਲੜਕੀਆਂ ਨੂੰ ਸੰਤ ਜੀ ਟੀਚਰ ਕੀਤੀ ਹੈ। ਉਹ ਕਹਿੰਦੇ ਗੁਰਮੁਖ ਅਸੀਂ ਤਾਂ ਤੁਹਾਡੀਆਂ ਲੜਕੀਆਂ ਨੂੰ ਦੇਖਿਆ ਵੀ ਨਹੀਂ, ਆ ਸੰਗਤ ਬੈਠੀ ਸੀ, ਅਸੀਂ ਤਾਂ ਕਥਾ ਕਰ ਰਹੇ ਸੀ। ਅਸੀਂ ਤਾਂ ਇਹ ਗੱਲ ਬੋਲੀ ਹੈ, ਬਾਲਕਪਨ ਦੀ ਉਮਰ ਹੈ ਤੇ ਅਖੀਰੀ ਹੈਗੀ ਹੈ ਬੁਢਾਪੇ ਦੀ। ਵਿਚਲੀ ਜਿਹੜੀ ਜਵਾਨੀ ਹੈ, ਜਿਨ ਸੰਭਾਲ ਲਿਆ ਉਹਨ ਮਨੁੱਖਿਆਂ ਨੂੰ ਸਫਲ ਕਰ ਲਿਆ। ਚਾਹੇ ਵਿਸ਼ੇ ਵਿਕਾਰ ਭੋਗ ਲਓ, ਚਾਹੇ ਵਿਦਿਆ ਪੜ੍ਹ ਲਓ, ਚਾਹੇ ਕੋਈ ਗੁਣ ਵਿਦਿਆ ਸਿੱਖ ਲਓ, ਚਾਹੇ ਪਰਮਾਰਥ। ਬਚਪਨ ਅਗਿਆਨਤਾ ਦੀ ਹੁੰਦੀ ਹੈ, ਬੁਢਾਪੇ ਵਿੱਚ ਕਮਜ਼ੋਰੀ ਰੋਗ ਲੱਗ ਜਾਂਦੇ ਆ। ਜੋ ਜਵਾਨ ਬੰਦਾ ਸਫਲਤਾ ਦੂਜਾ ਨਹੀਂ। ਵੈਸੇ ਤਾਂ ਕੋਈ ਐਸਾ ਨਹੀਂ ਕਿ ਮਹਾਰਾਜ ਬਖਸ਼ਿਸ਼ ਕਰੇ, ਪਰ ਫੇਰ ਵੀ ਉਮਰ ਦਾ ਤਕਾਜ਼ਾ ਬਹੁਤ ਕੰਮ ਦਿੰਦਾ। ਹੁਣ ਗੱਲ ਵਿਚਾਰ ਦੀ ਹੈ, ਉਹਨਾਂ ਦਾ ਸ਼ੰਕਾ ਦੂਰ ਹੋ ਗਈ। ਇਸੇ ਤਰ੍ਹਾਂ ਸਾਂਖੀਆ ਜ਼ਹਿਰ ਉਹਨਾਂ ਲਈ ਹੈ ਜਿਹੜਾ ਸੰਨਿਆਸੀ ਨਹੀਂ। ਜਿਹੜਾ ਉਹਨੂੰ ਮਾਰਨ ਜਾਣਦਾ, ਕੁਸ਼ਤਾ ਬਣਾ ਲੈਂਦਾ, ਨਮੂਨੀਆ ਵੀ ਸਾਂਖੀਏ ਨਹੀਂ ਹਟਦਾ। ਪਾਰਾ ਕੱਚਾ ਗਾਲ ਦਿੰਦਾ, ਕੁਸ਼ਤਾ ਬਣ ਲਈ ਕੋੜ ਹਟਾਉਂਦਾ ਹੈ ਉਹੀ ਪਾਰਾ। ਕੋੜ ਕਰਦਾ ਵੀ ਹੈ, ਹਟਾਉਂਦਾ ਵੀ।
ਇਸੇ ਤਰ੍ਹਾਂ ਜਿਹੜੇ ਧਰਮ ਸ਼ਾਸਤਰ ਆ ਇਹਨਾਂ ਦੇ ਵਿੱਚ ਦੋ ਪੱਖ ਚੱਲਦੇ ਆ। ਇੱਕ ਹੁੰਦਾ ਵਿਧੀ ਪੱਖ, ਹੁੰਦਾ ਨਿਖੇਧੀ ਪੱਖ। ਵਿਧੀ ਪੱਖ ਕੀ ਹੈ? ਮਰਜ਼ਾਦਾ ਵਾਲਾ ਪੱਖ। ਗੁਰੂ ਨੇ ਮਰਜ਼ਾਦਾ ਬਣਾਈ, ਤੁਸੀਂ 5 ਕਕਾਰ ਰੱਖਣੇ ਆ ਤੇ ਕੋਈ ਮਾੜਾ ਕਰਮ ਨਹੀਂ ਕਰਨਾ। ਸਾਡਾ ਧਰਮ ਕਹਿੰਦਾ ਗਲਤ ਕੰਮ ਨਹੀਂ ਕਰਨਾ, ਇਹ ਵਿਧੀ ਪੱਖ। ਨਿਖੇਧੀ ਕੀ ਹੈ? ਸ਼ਰਾਬ ਮਾੜੀ ਹੈ, ਤੰਬਾਕੂ ਮਾੜਾ, ਹਾਂਜੀ, ਪਰ ਇਸਤਰੀ ਦੀ ਕੁਸੰਗਤ ਮਾੜੀ ਹੈ, ਇਸਤਰੀਆਂ ਲਈ ਪਰ ਪੁਰਸ਼ ਦੀ ਕੁਸੰਗਤ ਮਾੜੀ ਹੈ, ਰੋਮਾਂ ਦੀ ਬੇਅਦਬੀ ਮਾੜੀ ਹੈ। ਜਿਹੜਾ ਇਹ ਦੱਸਿਆ ਸੀ ਕਿ ਰੋਮ ਕੇਸ ਰੱਖਣੇ ਆ, ਇਹ ਗੁਰੂ ਦਾ ਹੁਕਮ ਹੈ, ਇਹ ਪਰਮਾਤਮਾ ਦੀ ਦਰਗਾਹੀ ਦਾਤ ਹੈ, ਇਹ ਵਿਧੀ ਪੱਖ ਹੈ। ਉਹ ਵੀ ਕੇਸ ਰੱਖਣ ਦਾ ਭਾਵ ਹੈ। ਜਿਹੜਾ ਕਿ ਕੇਸ ਨਹੀਂ ਕੱਟਣੇ ਬੱਜਰ ਕਰਿਆ, ਤੇ ਉਹ ਵੀ ਕੇਸ ਰੱਖਣ ਦਾ ਹੀ ਭਾਵ ਹੈ। ਭਾਵ ਇੱਕੋ ਹੀ ਹੈ। ਵਿਧੀ ਪੱਖ ਦੁਆਰਾ ਵੀ ਆਪਾਂ ਉੱਥੇ ਹੀ ਪਹੁੰਚਣਾ ਚਾਹੁੰਦੇ ਆ, ਨਿਖੇਧੀ ਪੱਖ ਦੁਆਰਾ ਉਸ ਗਲਤ ਕੰਮ ਦੀ ਆਲੋਚਨਾ ਕਰਕੇ ਪਹੁੰਚਣਾ ਫਿਰ ਵੀ ਉੱਥੇ ਚਾਹੁੰਦੇ ਆ। ਪਰ ਕਈ ਬੰਦੇ ਗ੍ਰੰਥ ਵਿੱਚ ਲਿਖੇ ਹੋਏ ਨਾ ਵਿਧੀ ਪੱਖ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ, ਨਾ ਨਿਖੇਧੀ ਦੀ। ਉਹਨੇ ਬਸ ਥੂ ਕਰਨਾ ਹੀ ਸਿੱਖ ਲਿਆ, ਆ ਨਹੀਂ ਚੰਗਾ, ਆ ਨਹੀਂ ਚੰਗਾ, ਆ ਨਹੀਂ ਚੰਗਾ। ਜੋ ਭਾਈ ਤੂੰ ਕਹਿ ਰਿਹਾ ਉਹੀ ਚੰਗਾ, ਬਾਕੀ ਸਾਰੇ ਗਲਤ ਆ। ਗੱਜ ਕੇ ਬੋਲੋ। ਚੰਦ ਤੇ ਥੁੱਕੀ ਜਾਓ, ਚੰਦ ਨੂੰ ਕੀ ਥੁੱਕਦਾ ਅਸਰ? ਆਕਾਸ਼ ਵੱਲ ਨੂੰ ਮੂੰਹ ਕਰਕੇ ਥੁੱਕੀ ਜਾਓ, ਆਪਣੇ ਮੂੰਹ ਤੇ ਪੈਂਦਾ। ਸੂਰਜ ਚੜ੍ਹਦੇ ਨੂੰ ਗਾਲਾਂ ਕੱਢੀ ਜਾਓ, ਉਹਦਾ ਪ੍ਰਕਾਸ਼ ਘਟ ਜਾਏਗਾ। ਇਸ ਗੱਲ ਦਾ ਵੀ ਬਹੁਤਾ ਮਾਈਂਡ ਕਰਨ ਦੀ ਲੋੜ ਨਹੀਂ। ਜਿੱਥੇ ਜਿੱਥੇ ਕਿਸੇ ਦੀ ਡਿਊਟੀ ਲਾਈ ਹੈ, ਸੂਰਜ ਜਿਹੜਾ ਉਹਨ ਰੂੜੀਆਂ ਹੀ ਸਾਫ਼ ਕਰਨੀਆਂ। ਇੱਲਾਂ ਗਿਲ ਜਾਣਾ, ਸਾਧ ਸੰਗ ਹੱਡਾ ਰੋੜੀ ਦੇ ਵਿੱਚ ਹੀ ਜਾਣਾ। ਕਾਮਾਂ ਨੇ ਬੇਸ਼ਟਾ ਹੀ ਫਰੋਲਣਾ, ਹੰਸਾਂ ਨੇ ਮੋਤੀ ਚੁਗਣੇ। ਹੰਸਾਂ ਹੀਰਾ ਮੋਤੀ ਚੁਗਣਾ, ਬਗ ਡੱਡਾਂ ਪਾਲਣ ਜਾਵੇ। ਆਪਾਂ ਦੇਖਣਾ ਆਪਣਾ ਜੀਵਨ ਅਸੀਂ ਹੰਸ ਬਿਰਤੀ ਦਾ ਬਣਾਉਣਾ ਕਿ ਕਾਗ ਬਿਰਤੀ ਦਾ ਬਣਾਉਣਾ। ਜੇ ਤਾਂ ਹੰਸ ਬਿਰਤੀ ਦਾ ਬਣਨਾ, ਇਹ ਅਸਤ ਵਸਤੂ ਤਿਆਗੋ, ਸਤ ਵਸਤੂ ਗ੍ਰਹਿਣ ਕਰੋ। ਗੱਜ ਕੇ ਬੋਲੋ। ਸੋਧੀ ਜੀ ਬੈਠੇ ਸਿਆਣੇ ਆ। ਸਾਡੇ ਸੰਪਰਦਾਵਾਂ ਵਿੱਚ ਜਿੱਥੇ ਗੁਰੂ ਮਹਾਰਾਜ ਦੀ ਕਥਾ, ਇਤਿਹਾਸ ਦੀ, ਉੱਥੇ ਵੇਦਾਂਤ ਦੇ ਗ੍ਰੰਥ, ਨਿਆਏ ਦੇ ਵਿਆਕਰਨ ਵਗੈਰਾ, ਭਾਈ ਨੰਦ ਲਾਲ ਰਚਨਾਵਾਂ, ਗਜ਼ਲਾਂ, ਤੌਸੀਫੋ ਸਨਾ, ਦਸਤੂਰ ਅਲ ਇਨਸ਼ਾ, ਅਰਜੁਲ ਅਲਫਾਜ਼ ਔਰ ਜ਼ਿੰਦਗੀ ਨਾਮਾ, ਬੰਦਗੀ ਨਾਮਾ, ਜੋਤ ਵਿਕਾਸ, ਇਹ ਭਾਈ ਨੰਦ ਲਾਲ ਦੀਆਂ ਰਚਨਾਵਾਂ। ਬਹੁਤਿਆਂ ਨੇ ਨਾਂ ਹੀ ਅੱਜ ਸੁਣਿਆ ਹੋਣਾ। ਇਸੇ ਤਰ੍ਹਾਂ ਸਾਧ ਸਿੰਘ ਬਹੁਤ ਕੁਝ ਆ। ਸੋ ਦਸਮ ਗੁਰੂ ਜੀ ਨੇ ਅਨੁਵਾਦ ਕਰਾਏ ਆ, ਤੇ ਨਾਲ ਬਚਨ ਵੀ ਕਹੇ, ਦਸਮ ਕਥਾ ਭਗਉਤ ਕੀ ਭਾਖਾ ਕਰੀ ਬਣਾਏ, ਅਵਰ ਵਾਸਨਾ ਨਾਹੀ ਧਰਮ ਜੁੱਧ ਕਹਿ ਚਾਹੇ। ਉਹ ਜਿਹੜੇ ਸੂਰਮੇ ਸੀ, ਭਾਵੇਂ ਕਿਸੇ ਮੱਤ ਦੇ ਸੀ, ਖੜਕ ਸਿੰਘ ਵਰਗੇ, ਜਿਨ੍ਹਾਂ ਦੇ ਕ੍ਰਿਸ਼ਨ ਜੀ ਨਾਲ ਯੁੱਧ ਹੋਏ, ਉਹਨਾਂ ਦੇ ਪ੍ਰਕਰਮ ਨੇ ਲਿਖੇ ਕਿ ਸੂਰਵੀਰਾਂ ਦਾ ਇਤਿਹਾਸ ਪੜ੍ਹ ਕੇ ਸਾਡੇ ਸਿੰਘਾਂ 'ਚ ਸੂਰਵੀਰਤਾ, ਤਿਆਗ ਬਰਾਗ ਦੀਆਂ ਸਾਖੀਆਂ ਲਿਖੀਆਂ, ਗਿਆਨ ਦੀਆਂ, ਧਰਮ ਦੀਆਂ, ਰਾਜਨੀਤੀ ਦੀਆਂ, ਹਰ ਪੱਖ ਤੋਂ ਪਾਤਸ਼ਾਹ ਨੇ ਕਿਰਪਾ ਕੀਤੀ। ਫਿਰ ਸ਼ਾਸਤਰ ਦੇ ਨਾਮ ਗਿਣੇ। 10 ਪਹਿਲਾਂ ਜਿਸ ਤਰ੍ਹਾਂ ਜਪਜੀ ਸਾਹਿਬ ਦੀ ਬਾਣੀ ਨਿਰੋਲ ਬ੍ਰਹਮ ਗਿਆਨ ਦੀ, ਤੇ ਜਾਪ ਸਾਹਿਬ ਦੇ ਅੰਦਰ 1400 ਪਰਮਾਤਮਾ ਦਾ ਨਾਮ ਆ। 1400 ਰੱਬ ਦਾ ਨਾਮ ਆ। ਇਹਦੇ ਚ ਉਹਦੇ ਨਾਮ ਲੈ ਲੈ ਕੇ ਉਹਨੂੰ ਨਮਸਤਲ ਸਲਾਮੇ, ਨਮਸਤਲ ਕਾਮੇ। ਜੇ ਛੰਦ ਦੀ ਚਾਲ ਨਾ ਪੜ੍ਹੀਏ ਕਿੰਨਾ ਆਨੰਦ ਆਉਂਦਾ। ਗੱਜ ਕੇ ਬੋਲੋ। ਜਾਜਰੀ ਛੰਦ ਪੜ੍ਹੋ, ਆਪਾਂ ਉਵੇਂ ਪੜ੍ਹਦੇ ਆਨੰਦ ਨਹੀਂ ਆਉਂਦਾ। ਜੇ ਉਸ ਚਾਲ ਚ ਪੜ੍ਹੀਏ ਦੇਖੋ ਕਿੰਨਾ। ਗੋਬਿੰਦੇ ਮਕੰਦੇ ਉਦਾਰੇ ਅਪਾਰੇ, ਹਰਿਯੰ ਕਰਿਯੰ ਨਾਮੇ ਅਕਾਮੇ। ਇਹ ਜਾਜਰੀ ਹਨ। ਇਹ ਛੰਦਾਂ ਦੀ ਵਰਤੋਂ ਕੀਤੀ। ਜੋ ਮਹਾਰਾਜ ਦੀ ਕਾਵਿ ਰਚਨਾ ਹੈ, ਇਹੋ ਜਿਹੀ ਅੱਜ ਕੋਈ ਕਰ ਹੀ ਨਹੀਂ ਸਕਿਆ, ਆਸ ਵੀ ਨਹੀਂ ਕੋਈ ਕਰੇ। ਅੱਜ ਹੁਣ ਬੜੇ ਬੜੇ ਫਲਾਸਫਰ ਆ, ਉਹਨਾਂ ਨੂੰ ਕਹੋ ਤੁਸੀਂ ਕੋਈ ਛੰਦ ਇਹੋ ਜਿਹਾ ਰਚ ਕੇ ਦਿਖਾਓ, ਤੇ ਮਹਾਰਾਜ ਦੀਆਂ ਗੱਲਾਂ ਮਹਾਰਾਜ ਜਾਣਦੇ ਆ। ਸੋ ਫੇਰ ਅਕਾਲ ਉਸਤਤ ਉਸ ਬਾਣੀ ਦਾ ਨਾਮ ਆ। ਗੁਰੂ ਨਾਨਕ ਸਾਹਿਬ ਨੇ ਜਾਪ ਰੱਖਿਆ, ਮਹਾਰਾਜ ਨੇ ਉਹਦਾ ਜਾਪ। ਔਰ ਜਪਜੀ ਤੋਂ ਬਾਅਦ ਇਹ ਜਾਪ ਆਇਆ। ਜਾਪ ਤੋਂ ਬਾਅਦ ਅੰਮ੍ਰਿਤ ਸਵਈਏ ਆਏ।
ਅੰਮ੍ਰਿਤ ਸਵਈਆਂ ਤੋਂ ਬਾਅਦ ਚੌਪ ਭਜਾਈ। ਉਹ ਸਤਸੰਗ ਰਾਜਾ, ਸਾਧ ਸੰਗ ਦੇਖ ਲਓ ਧਰਮੀ, ਰਾਖਸ਼ਾਂ ਨਾਲ ਯੁੱਧ, ਉਹਦੀ ਰੱਖਿਆ ਵਾਸਤੇ ਭਗਵਾਨ ਆਏ ਹੈ। ਉਹਦੀ ਜਿਵੇਂ ਰੱਖਿਆ ਹੋਈ ਹੈ, ਚੌਪੇ ਆਚਾਰੀ ਹੈ ਧਰਮੀ ਦੀ। ਗੱਜ ਕੇ ਬੋਲੋ। ਸੋ ਕਹਿਣ ਤੋਂ ਭਾਵ ਫਿਰ ਅਕਾਲ ਉਸਤਤ ਆ, ਨਰੋਲ ਅਕਾਲ ਦੀ ਉਸਤਤ ਆ। ਔਰ ਸਾਰੇ ਰਾਗੀ ਗਾਉਂਦੇ ਆ, ਮਾਨਸ ਕੀ ਜਾਤ ਸਭ ਹੈ ਏਕ ਹੈ ਪਹਿਚਾਨ ਵੋ। ਇਹ ਅਕਾਲ ਉਸਤਤ ਦੇ ਹੀ ਸ਼ਬਦ ਹੈ। ਇਸੇ ਤਰ੍ਹਾਂ ਵਿਚਿੱਤਰ ਨਾਟਕ ਹੈ। ਅੱਜ ਲੋਕਾਂ ਨੇ ਆਪਣੀਆਂ ਸਵੈਂਗ ਜੀਵਨੀਆਂ ਹੁਣ ਲਿਖਣ ਲੱਗੇ ਆ, ਪਰ ਮਹਾਰਾਜ ਆਪਣੀ ਸਵੈਂਗ ਜੀਵਨੀ ਪਹਿਲਾਂ ਲਿਖ ਕੇ ਗਏ ਕਿੰਨੀਆਂ ਸਦੀਆਂ। ਪਿਛਲਾ ਵੀ ਤੇ ਅਗਲਾ ਵੀ ਸਾਰਾ, ਭੂਤ ਭਵਿੱਖ ਵਰਤਮਾਨ ਦਾ ਤ੍ਰੈ ਕਾਲ ਦਰਸੀ। ਉਹ ਵੀ ਰਾਗੀਆਂ ਦੀਆਂ ਟੇਪਾਂ ਵਿਕ ਰਹੀਆਂ। ਹੇਮਕੁੰਟ ਪਰਵਤ ਹੈ ਜਹਾਂ ਅਬ ਹਮ ਆਪਣੀ ਕਥਾ ਬਖਾਨੋ। ਮੂਵੀਆਂ ਵੀ ਵਿਕ ਰਹੀਆਂ, ਟੇਪਾਂ ਵੀ, ਵਿਆਖਿਆ ਵੀ ਹੋਈ ਹੈ। ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਅਸੀਂ ਉਹੀ ਬਾਣੀ ਗਾ ਕੇ ਪੈਸੇ ਵੀ ਕਮਾਉਂਦੇ ਹਾਂ, ਉਹਦੀ ਆਲੋਚਨਾ ਵੀ ਕਰਦੇ ਹਾਂ। ਜਿਹੜੀ ਥਾਲੀ 'ਚ ਖਾਣਾ ਉਸੇ ਥਾਲੀ 'ਚ ਛੇਕ ਕਰਨਾ ਕੋਈ ਸਿਆਣੇ ਬੰਦਿਆਂ ਦਾ ਕੰਮ ਨਹੀਂ। ਗੱਜ ਕੇ ਬੋਲੋ। ਇਸੇ ਪ੍ਰਕਾਰ ਫਿਰ ਸਾਧ ਸੰਗਤ ਜੀ 24 ਅਵਤਾਰਾਂ ਦੀ ਕਥਾ ਵਰਣਨ ਕੀਤੀ ਹੈ। ਔਰ ਉਹਦੇ ਵਿੱਚ ਨੇਕ ਕਲੰਕ ਦੀ ਹੈ, ਭਾਗ ਪਿਆ ਹਰ ਸੰਭਲ ਕੇ ਹਰ ਜੂ ਹਰ ਮੰਦਰ ਆਵੇਂਗੇ। ਵਿਸ਼ਨੂੰ ਦੇ 23 ਅਵਤਾਰ ਹੋ ਚੁੱਕੇ ਆ, 24ਵਾਂ ਹੋਣਾ, ਉਹਦਾ ਨਾਮ ਹੈ ਨੇਕ ਕਲੰਕ। ਨੇਕ ਕਲੰਕ ਬੱਜੀ ਡੰਕ ਚੜੂ ਦਲ ਅਰਵਿੰਦ ਜੀਓ। ਸੋ ਇਸ ਪ੍ਰਕਾਰ ਕਲੰਕ ਤੋਂ ਰਹਿਤ। ਸੋ ਸਤਿਗੁਰੂ ਜੀ ਦੇ ਜਿਹੜੇ ਅਵਤਾਰ ਹੈ ਸੁਤੰਤਰ ਹੈ, ਕਿਉਂਕਿ ਆਪ ਜਦੋਂ ਇੱਛਾ ਹੁੰਦੀ ਆਪਣੀ ਮੌਜ ਦੇ ਮਾਲਕ। ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਫਿਰ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਗੁਣ ਗਰਾਹੀ ਬਿਰਤੀ ਬਣ ਦਾ ਉਪਦੇਸ਼ ਦਿੱਤਾ। ਜਿਵੇਂ ਦੱਤਾਤਰੇయ ਜੀ ਨੇ 24 ਗੁਰੂ ਧਾਰੇ ਗੁਣ ਸਿੱਖਣ ਲਈ। ਹੁਣ ਦੇਖੋ ਸਾਡੇ ਪਰਮਾਰਥ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ, ਪਰ ਜੇ ਕਿਸੇ ਨੇ ਮਕੈਨਿਕੀ ਸਿੱਖਣੀ ਹੈ, ਕਿਸੇ ਮਕੈਨਿਕ ਕੋਲ ਜਾਣਾ ਪਏਗਾ। ਡਾਕਟਰੀ ਸਿੱਖਣੀ ਹੈ, ਡਾਕਟਰਾਂ ਕੋਲ। ਸਰਜੀਕਲ ਆਪਰੇਸ਼ਨ ਹੈ, ਸਰਜੀ ਕੋਲ ਜਾਣਾ ਪਏਗਾ। ਗੱਡੀ ਦੀ ਡਰਾਈਵਰੀ ਸਿੱਖਣੀ, ਉਹ ਵੀ ਕਿਸੇ ਤੋਂ ਸਟੇਅਰਿੰਗ ਫੜਨਾ ਸਿੱਖਣਾ ਪਊ। ਕੋਈ ਵੀ ਦੁਨੀਆ ਦੀ ਵਿਦਿਆ ਆ ਉਸਤਾਦ ਤੋਂ ਬਿਨਾਂ ਪ੍ਰਗਟ ਨਹੀਂ ਹੁੰਦੀ। ਬਿਨਾਂ ਮੁਰਸ਼ਿਦਾਂ ਰਾਹ ਨਾ ਹੱਥ ਆਵੇ, ਬਿਨਾਂ ਦੁੱਧ ਨਾ ਰਿਝਦੀ ਖੀਰ ਮੀਆਂ। ਸਾਹਿਤ ਆ, ਸੰਗੀਤ ਆ, ਜੋ ਵੀ ਹੈ। ਸੋ ਇੱਥੇ ਤੱਕ ਹੁਣ ਗੁਰੂ ਗ੍ਰੰਥ ਸਾਹਿਬ ਜੀ ਬ੍ਰਹਮ ਵਿਦਿਆ ਤਾਂ ਬਹੁਤ ਕਠਿਨ ਹੈ। ਇਹਦੇ ਵਾਸਤੇ ਵੀ ਤਾਂ ਜਿਹੜੇ ਸੰਪਰਦਾਈ ਮਹਾਂਪੁਰਖ ਆ ਉਹਨਾਂ ਤੋਂ ਪੜ੍ਹਨਾ ਪਊਗਾ, ਤਾਂ ਹੀ ਸਮਝ ਆਏਗੀ। ਇਤਿਹਾਸ ਸੰਗੀਤ ਹੈ। ਸੋ ਉਹਦੇ ਵਾਸਤੇ 24 ਗੁਣ ਗਰਾਹੀ ਉਸਤਾਦਾਂ ਦਾ ਵਰਣਨ ਕੀਤਾ ਹੈ ਕਿ ਸਾਨੂੰ ਗੁਣ ਗਰਾਹੀ ਬਣਨਾ ਚਾਹੀਦਾ। ਜਿਵੇਂ ਸ਼ਹਿਦ ਦੀ ਮੱਖੀ ਆ, ਉਹ ਹਰ ਫੁੱਲ ਤੋਂ ਤੱਤ ਲਿਆ ਕੇ ਕਿਤਨਾ ਮਿੱਠਾ ਸ਼ਹਿਦ ਤਿਆਰ ਕਰਦੀ ਹੈ। ਉਹਦਾ ਡੰਗ ਬੜਾ ਤੇਜ਼ ਆ, ਆਪਣੇ ਮੂੰਹ ਨਾਲ ਤਿਆਰ ਕਰਦੀ ਹੈ। ਉਹਦੀ ਝੂਠ ਵੀ ਕੋਈ ਨਹੀਂ ਸਮਝਦਾ। ਸਾਰੇ ਖਾਂਦੇ ਆ, ਬੜਬੜੀ ਬਵੇਕੀ ਵੀ ਖਾਂਦੇ। ਗੱਜ ਕੇ ਬੋਲੋ। ਕਿ ਦੁੱਧ 'ਚ ਪਾ ਕੇ ਪੀ ਲੈਂਦੇ, ਜਿਹਨੂੰ ਬਾਏ ਬੂਏ ਜ਼ਿਆਦਾ ਹੁੰਦੀ। ਕਈ ਤਾਂ ਰੋਟੀ ਦੇ ਪਾ ਕੇ ਰੋਟੀ ਖਾ ਲੈਂਦੇ, ਦਾਲ ਨਾ ਹੋਵੇ। ਸੋ ਕਹਿਣ ਤੋਂ ਭਾਵ ਉਹ ਮੱਖੀ ਇਤਨਾ ਵਧੀਆ ਪਦਾਰਥ ਤਿਆਰ ਕਰਦੀ ਹੈ। ਇਸ ਤਰ੍ਹਾਂ ਜਿਹੜੇ ਗੁਣ ਗਰਾਹੀ ਬੰਦੇ ਆ, ਜਿੱਥੋਂ ਵੀ ਚੰਗੀ ਚੀਜ਼ ਮਿਲਦੀ ਉੱਥੋਂ ਹੀ ਗ੍ਰਹਿਣ ਕਰ ਲੈਂਦੇ। ਤੇ ਜਿਹੜੇ ਦੋਖ ਦ੍ਰਿਸ਼ਟੀ ਵਾਲੇ ਆ, ਮੱਖੀ ਜਿਹੜੀ ਹੈ ਉਹ ਬੇਸਟੇ ਤੇ ਵੀ ਬਹਿ ਜਾਂਦੇ, ਜਲੇਬੀਆਂ ਤੇ ਵੀ ਬਹਿ ਜਾਂਦੀ ਹੈ। ਉਹਦੇ ਤੇ ਫਿਰ DDT ਛਿੜਕ ਹੁੰਦੀ ਹੈ। ਗੱਜ ਕੇ ਬੋਲੋ। ਦੇਖ ਲੋ ਕੀ ਹਾਲਤ ਹੁੰਦੀ, ਕਿਉਂ ਗੰਦ ਖਿਲਾਰਦੀ। ਸ਼ਹਿਦ ਦੀ ਮੱਖੀ ਲੋਕ ਆਪ ਤਿਆਰ ਕਰ ਰਹੇ। ਸਾਡੇ ਹੁਣ ਪੰਜਾਬ 'ਚ ਕਈ ਗਰੀਬ ਲੋਕ ਆ, ਉਹ ਖੋਖੇ ਰੱਖੇ ਆ, ਇਹਦੇ ਨੇ ਗੁਜ਼ਾਰਾ ਕਰਦੇ ਆ। ਇੱਧਰ ਵੀ ਦੇਖਿਆ ਬੋਤਲਾਂ ਵੇਚਦੇ ਕਈ ਨਹੀਂ। ਸੋ ਗੁਣ ਗਰਾਹੀ ਬਿਰਤੀ ਬਣਾਉਣੀ ਹੈ ਉਪਦੇਸ਼। ਫਿਰ ਗਿਆਨ ਪ੍ਰਬੋਧ ਆ, ਇਹਦੇ ਵਿੱਚ ਪੂਰਾ ਨੌਲੇਜ ਦਿੱਤਾ ਗਿਆ।
ਹਰ ਪੱਖ ਦਾ ਇਸ ਸਰਲੇਖ ਥੱਲੇ ਬਾਣੀ। ਸ਼ਾਸਤਰ ਨਾਮ ਮਾਲਾ। ਹੁਣ ਜੇ ਸੂਰਮੇ ਨੂੰ ਇਹ ਹੀ ਨਹੀਂ ਪਤਾ ਵੀ ਸ਼ਾਸਤਰ ਕਿਹੜੇ ਕਿਹੜੇ ਆ, ਸ਼ਾਸਤਰਾਂ ਨੂੰ ਉਹਦਾ ਪਿਆਰ ਨਹੀਂ ਪੈਂਦਾ, ਉਹਨਾਂ ਦੇ ਸਿੱਖਣ ਦਾ ਸ਼ੌਂਕ ਨਹੀਂ, ਜਿਨ੍ਹਾਂ ਦੁਆਰਾ ਉਹ ਸਿੱਖੇ ਜਾਂਦੇ ਉਹਨਾਂ ਉਸਤਾਦਾਂ ਦੀ ਭਾਲ ਨਹੀਂ ਕਰਦਾ, ਉਹ ਸੂਰਮਾ ਟ੍ਰੇਨਡ ਕਿਵੇਂ ਹੋ ਸਕਦਾ? ਗੱਜ ਕੇ ਬੋਲੋ। ਸ਼ਾਸਤਰਾਂ ਦੇ ਨਾਂ ਲਿਖੇ ਆ, ਉਹਨਾਂ ਦਾ ਅਰਥ ਨਹੀਂ ਪਤਾ ਕਿਹੜੇ ਕਿਹੜੇ ਸ਼ਾਸਤਰ ਆ, ਉਹ ਟ੍ਰੇਨਿੰਗ ਕਿਵੇਂ ਲਏਗਾ? ਪਹਿਲਾਂ ਤਾਂ ਸ਼ਾਸਤਰਾਂ ਦੇ ਨਾਂ ਹੋਣੇ ਚਾਹੀਦੇ, ਥਿਊਰੀ ਵੀ ਹੋਣੀ ਚਾਹੀਦੀ, ਜਿਓਮੈਟ੍ਰੀਕਲੀ ਵੀ ਹੋਣਾ ਚਾਹੀਦਾ, ਸਬਜੈਕਟ ਆਬਜੈਕਟ ਹਰ ਗੱਲ ਦਾ ਗਿਆਨ ਹੋਣਾ ਚਾਹੀਦਾ। ਸ਼ਾਸਤਰ ਨਾਮ ਮਾਲਾ ਚੋਂ ਸ਼ਾਸਤਰਾਂ ਦੇ ਨਾਂ ਦੱਸੇ ਗਏ ਆ, ਔਰ ਇੱਕ ਇੱਕ ਸ਼ਾਸਤਰ ਨੂੰ ਕੀ ਕਹਿੰਦੇ ਆ। ਜਿਵੇਂ ਹੁਣ ਵਿਚਾਰ ਦੇ ਤੌਰ ਤੇ ਲੈ ਲਓ, ਅੰਗਰੇਜ਼ਾਂ ਵਿੱਚ ਗੋਡ ਦੇ ਮੁਕਾਬਲੇ ਤੇ ਕੋਈ ਅੱਖਰ ਨਹੀਂ ਹੈ, ਪਰ ਸਾਡੇ ਸਾਹਿਤ ਵਿੱਚ ਰੱਬ ਦੇ ਪਤਾ ਨਹੀਂ ਕਿੰਨੇ ਕੁ ਨਾਮ ਰੱਖੇ ਹੋਏ ਸਾਡੇ ਵਿਦਵਾਨਾਂ ਨੇ। ਇਹਨਾਂ ਦਾ ਹੁਣ ਤਲਵਾਰ ਲਈ ਸੋਰਡ ਹੀ ਹੋਏਗਾ, ਦੂਆ ਅੱਖਰ ਨਹੀਂ ਲੱਜੇਗਾ। ਸਾਡੇ ਕਿਰਪਾਨਾਂ ਦੇ ਹਜ਼ਾਰਾਂ ਨਾਂ ਲਿਖੇ, ਗ੍ਰੰਥਾਂ 'ਚ ਲਿਖੇ। ਇਤਨਾ ਵੱਡਾ ਸਾਹਿਤ, ਇਤਨਾ ਵੱਡਾ ਲਿਟਰੇਚਰ ਹੈ। ਇਹ ਆਲੋਚਨਾ ਕਰਨੀ ਤਾਂ ਬੜੀ ਸੌਖੀ ਹੈ, ਪਰ ਜੋ ਕਰਕੇ ਦਿਖਾਉਣਾ ਉਹ ਬੜਾ ਕਠਿਨ ਹੁੰਦਾ। ਛੋਟੀ ਜ਼ਬਾਨ ਨਾਲ ਨਿੰਦਿਆ ਤਾਂ ਬਹੁਤ ਵੱਡੇ ਦੀ ਕੀਤੀ ਜਾਂਦੀ ਹੈ, ਪਰ ਜਿੱਥੇ ਵੱਡਾ ਪਹੁੰਚਾ ਉੱਥੇ ਪਹੁੰਚਣਾ ਬੜਾ ਔਖਾ। ਫਿਰ ਇਸੇ ਤਰ੍ਹਾਂ ਚਰਿਤਰੋਪਖਿਆਨ ਹੈ। ਹੁਣ ਜਿਹੜੇ 5 ਦੂਤ ਆ, ਸਾਰੇ ਇਹਨਾਂ ਦੀ ਚਰਚਾ ਕਰਦੇ ਆ। ਇਹ ਦੁਸ਼ਮਣ ਆ ਬੰਦੇ ਦੇ, ਮਾਨਸਿਕ ਦੁਸ਼ਮਣ, ਇੱਕ ਬਾਹਰਲੇ ਇੱਕ ਅੰਦਰਲੇ, ਇਹ ਹਰ ਵੇਲੇ ਪੀੜਤ ਕਰਦੇ ਆ। ਗੁਰੂ ਗ੍ਰੰਥ ਸਾਹਿਬ ਵੀ ਇਹ ਕਾਮੰਗ ਨਰਕ ਵਿਸਰਾਮ, ਕਾਮੀ ਕੀੜਾ ਨਰਕਾ ਪਰਿਆ ਨਰਕੇ ਮਾਹੇ, ਇਹ ਘੜੀ ਸੋ ਕਾਰਨੇ ਫਿਰ ਜੋਨੀ ਪਾਏ, ਇਹ ਲਿਖੇ ਹੋਏ। ਇਸ ਤਰ੍ਹਾਂ ਚਰਿਤਰੋਪਖਿਆਨ ਦੇ ਵਿੱਚ ਜਿਹੜੇ ਬੰਦੇ ਕਰੈਕਟਰ ਤੋਂ ਗਿਰੇ ਸੀ, ਇਹ ਨਹੀਂ ਕਿ ਇਸਤਰੀਆਂ ਬਾਰੇ ਚਾਹੇ ਪੁਰਸ਼ ਕੋਈ ਵੀ ਸੀ, ਜਿਹੜਾ ਸਾਧ ਸੰਗਤ ਜੀ ਕਰੈਕਟਰਲੈਸ ਬੰਦਾ ਸੀ, ਉਸ ਨੇ ਕਿਹੜੀ ਕਿਹੜੀ ਗਲਤੀ ਕੀਤੀ, ਕਿਸ ਤਰ੍ਹਾਂ ਕੀਤੀ, ਉਹ ਸਾਰੀਆਂ ਕਹਾਣੀਆਂ ਦਸੀਆਂ। ਰਾਜੇ ਬਿਕਰਮ ਨੇ ਆਪਣੇ ਵਜ਼ੀਰ ਬੈਤਾਲ ਨੂੰ ਪੁੱਛਿਆ ਕਿ ਮੈਨੂੰ ਇਹਨਾਂ ਬਾਰੇ ਦੱਸਿਆ ਜਾਏ। ਉਹਨੂੰ ਸੁਣਾਈਆਂ। ਉਹ ਕਈ ਦੇਸਾਂ ਦੀਆਂ ਸਟੋਰੀਆਂ, ਇੱਕ ਦੀਆਂ ਨਹੀਂ, ਫਲਾਣੇ ਥਾਂ ਹੋਇਆ, ਫਲਾਣੇ ਥਾਂ ਹੋਇਆ। ਉਹਨਾਂ ਦੇ ਦੱਸਣ ਦਾ ਮਤਲਬ ਕੀ ਹੈ ਕਿ ਉਹਨਾਂ ਨੂੰ ਪੜ੍ਹ ਕੇ ਬਕਾਰਾਂ ਤੋਂ ਬੰਦਾ ਬਚ ਜਾਏ। ਜੇ ਹੁਣ ਦੱਸਿਆ ਜਾਏਗਾ ਤੈਨੂੰ ਦਮਾ ਆ ਪਾਥਿਆ, ਆ ਕਪਾਥਿਆ, ਇਹ ਖਾਣ ਨਾਲ ਬਿਮਾਰੀ ਵੱਧਦੀ ਹੈ, ਇਹ ਖਾਣ ਨਾਲ ਘਟਦੀ, ਤੇ ਫੇਰ ਦਵਾਈ ਖਾ। ਇਸੇ ਤਰ੍ਹਾਂ ਜਿਹੜਾ ਚੰਗਾ ਡਾਕਟਰ ਆ, ਉਹ ਪੱਥ ਵੀ ਦੱਸਦਾ, ਉਹ ਫੱਥ ਵੀ ਦੱਸਦਾ, ਫਿਰ ਦਵਾਈ ਦਿੰਦਾ ਤੇ ਤੰਦਰੁਸਤੀ ਹੁੰਦੀ ਹੈ। ਹਜੂਰ ਪਾਤਸ਼ਾਹ ਜਿਹੜੇ ਆ ਸਾਡੇ ਮਾਨਸਿਕ ਰੋਗਾਂ ਦਾ ਇਲਾਜ ਕਰਨਾ ਚਾਹੁੰਦੇ ਆ, ਉਹ ਸਾਨੂੰ ਹਰ ਬਿਮਾਰੀ ਤੋਂ ਬਚਾਉਣਾ ਚਾਹੁੰਦੇ। ਹੁਣ ਦੇਖੋ, ਡਾਕਟਰ ਕੋ ਗਲਿਆ ਸੜਿਆ ਮਰੀਜ਼ ਜਾਂਦਾ, ਜੋ ਤੋਂ ਨਫ਼ਰਤ ਕਰੇਗਾ, ਚੱਲ ਦੌੜ ਜਾ, ਛੂ ਦੀ ਬਿਮਾਰੀ ਖਿਲਾਰੇਗਾ, ਉਹਨੂੰ ਆਪਾਂ ਡਾਕਟਰ ਨਹੀਂ ਕਹਾਂਗੇ, ਉਹ ਨਫ਼ਰਤ ਨਹੀਂ ਕਰੇਗਾ। ਅਸੀਂ ਕੋਲ ਬੈਠੇ ਸੂਕ ਮੰਨਾਂਗੇ, ਡਾਕਟਰ ਨਹੀਂ ਕਰੂਗਾ ਕਦੀ ਵੀ। ਉਹਦਾ ਦਿਮਾਗ ਇਹੋ ਜਿਹਾ, ਉਹ ਸਾਫ਼ ਕਰੇਗਾ, ਚੀਰ ਫਾੜ ਕਰੇਗਾ, ਪੱਟੀ ਕਰੇਗਾ, ਰਾਜੀ ਕਰੇਗਾ। ਜਿਹੜੇ ਰਾਜੀ ਹੋ ਜਾਏਗਾ, ਜਿਹਦੇ ਆਪਣੇ ਜ਼ਖਮ ਹੈ ਉਹਨੂੰ ਵੀ ਘਿਰਣਾ ਹੋ ਜਾਂਦੀ ਹੈ, ਕੋੜ ਤੋਂ ਦੁਖੀ ਹੈ ਪਰ ਪੇਸ਼ ਨਹੀਂ, ਪਰ ਡਾਕਟਰ ਨਹੀਂ ਘਿਰਣਾ ਕਰਦਾ, ਉਹਨੂੰ ਵੀ ਤੰਦਰੁਸਤ ਕਰਦਾ। ਇਸ ਤਰ੍ਹਾਂ ਮਹਾਰਾਜ ਜਿਹੜੇ ਆ, ਉਹਨਾਂ ਦੇ ਕੋਲ ਕਿੰਨੇ ਵੀ ਕੌਡੇ ਰਾਜ, ਸੱਜਣ ਠੱਗ, ਭੂਮੀਏ ਚੋਰ, ਬੇਸਵਾ ਵਰਗੇ ਦੁਰਾਚਾਰੀ ਆਏ, ਉਹਨਾਂ ਨੇ ਉਹਨਾਂ ਨਾਲ ਨਫ਼ਰਤ ਨਹੀਂ ਕੀਤੀ, ਉਹਨਾਂ ਨੂੰ ਕੋਲ ਜਗ੍ਹਾ ਦਿੱਤੀ ਸੰਗਤ, ਔਰ ਉਹਨਾਂ ਨੂੰ ਸੋਝੀ ਦਿੱਤੀ, ਉਹਨਾਂ ਦਾ ਇਲਾਜ ਕਰਕੇ ਉਹਨਾਂ ਨੂੰ ਸਮਾਜ ਦੇ ਸੇਵਾਦਾਰ ਬਣਾਤਾ। ਗੱਜ ਕੇ ਬੋਲੋ। ਹੁਣ ਭਾਂਡਾ ਮੈਲਾ ਹੋਇਆ, ਰੋਜ਼ ਮੈਲੇ ਹੁੰਦੇ ਆ, ਕੱਪੜੇ ਰੋਜ਼ ਮੈਲੇ ਹੁੰਦੇ, ਆਪਣੇ ਹੱਥ ਰੋਜ਼ ਮੈਲੇ ਨਾਲ ਧੋਣੇ ਆ, ਸਾਬਣ ਸਾਫ ਕੇ ਫੇਰ ਵਰਤੋਂ ਚ ਆਉਂਦੇ, ਸਾਰਾ ਕੁਝ ਕਰਦੇ ਆ। ਇਸੇ ਤਰ੍ਹਾਂ ਸਾਡੇ ਅੰਦਰ ਇਹ ਮੈਲਾਂ ਹਨ, ਉਹਨਾਂ ਦੀ ਨਿਵਰਤੀ ਵਾਸਤੇ ਸਾਰਾ ਕੁਝ ਹੈ। ਜਿਵੇਂ ਹੁਣ ਸਾਧ ਸੰਗਤ ਜੀ ਇੱਕ ਟੂਕਾਂ ਦੇਣ ਲੱਗਿਆ, ਚਰਿੱਤਰ ਕੀ ਹੈ? ਇੱਕ ਮੈਦਲ ਖਾਂ ਪਠਾਨ ਹੈ ਤੇ ਪੀਂਗ ਦੀ ਰੋਤਿਆ, ਤੇ ਸਾਧ ਸੰਗਤ ਜੀ ਲੜਕੀਆਂ ਲੜਕੇ ਅੱਗੇ ਪੀਂਘਾਂ ਸਾਡੇ ਦੇਸ਼ ਝੂਟਦੇ ਹੁੰਦੇ ਸੀ, ਅਸੀਂ ਵੀ ਛੋਟੇ ਹੁੰਦੇ ਦੇਖਿਆ, ਬਜ਼ੁਰਗਾਂ ਨੇ ਸਾਤੋਂ ਜ਼ਿਆਦਾ ਦੇਖਿਆ। ਤੇ ਰੁੱਤਸ ਪ੍ਰਭਾ ਨਾਮ ਦੀ ਇੱਕ ਲੜਕੀ ਹੈ,
ਉਹ ਆਪਣੀ ਸਹੇਲੀ ਨਾਲ ਪੀਂਘ ਝੂਟ ਰਹੀ ਹੈ। ਤੇ ਉਹ ਜਿਹੜਾ ਮੈਗਲ ਖਾਂ ਪਠਾਨ ਉਸ ਵੇਲੇ ਉਹਨਾਂ ਰਾਜ ਸੀ, ਬਹੁਤ ਜ਼ਿਆਦਾ ਦੁਰਾਚਾਰ ਹੁੰਦਾ ਰਿਹਾ ਸਾਡੇ ਦੇਸ਼ ਵਿੱਚ। ਹੋਣ ਦਾ ਕਾਰਨ ਇਹ ਸੀ, ਉੱਥੇ ਦੇ ਜਿਹੜੇ ਰਾਜੇ ਸੀ, ਸਿੰਘਾਂ ਸ਼ਾਹਾਂ ਸੁਰਤ ਗਵਾਈਆ, ਰੰਗ ਤਮਾਸ਼ੇ ਚ ਆਏ, ਰੰਗਾਂ ਤਮਾਸ਼ਾ ਲੱਗ ਗਿਆ, ਫੌਜੀ ਬਲ ਕਮਜ਼ੋਰ ਹੋ ਗਿਆ, ਅੰਤਰਰਾਸ਼ਟਰੀ ਬਲ ਕਮਜ਼ੋਰ ਹੋ ਗਿਆ, ਹਮਲੇ ਤੇ ਹਮਲੇ ਹੋਏ। ਜੇ ਪਿਰਥੀ ਚੰਦ ਨੇ ਮੁਕਾਬਲਾ ਕੀਤਾ, ਜੈ ਚੰਦ ਦੀ ਫੌਜ ਨੇ ਉਹਦੋਂ ਪਿੱਛੋਂ ਹਮਲਾ ਕੀਤਾ ਔਰ ਸੱਦਣ ਵਾਲਾ, ਤੇ ਜਿਹੜੇ ਪਿਰਥੀ ਚੰਦ ਮਾਰਿਆ ਗਿਆ ਤੇ ਸ਼ਾਹਬਦੀਨ ਗੌਰੀ ਉਧਰ ਤੁਰਿਆ, ਇਹ ਭੱਜ ਗਿਆ ਤੇ ਬੇੜੀ 'ਚ ਬੈਠ ਕੇ ਗੰਗਾ ਤੋਂ ਪਾਰ ਨਿਕਲ ਬੇੜੀ ਵਿੱਚੇ ਡੁੱਬ ਕੇ ਮਰ ਗਿਆ ਉੱਥੇ, ਦੇਸ਼ ਧਰੋਹੀ, ਤੇ ਸਦਾ ਲਈ ਦੇਸ਼ ਗੁਲਾਮ ਕਰਾਤਾ। ਇਹ ਫੁੱਟ ਦੀਆਂ ਨਿਸ਼ਾਨੀਆਂ। ਸੋ ਇਸ ਕਰਕੇ ਇਸੇ ਤਰ੍ਹਾਂ ਖਾਲਸਿਆਂ ਦਾ ਰਾਜ ਆਇਆ, ਉਦੋਂ ਵੀ ਡੋਗਰਿਆਂ ਬੁਰਸ਼ਿਆਂ ਨੇ ਜੋ ਕੁਝ ਪਤਾ ਹੀ ਆ ਤੁਹਾਨੂੰ। ਸੋ ਇਸ ਵਾਸਤੇ ਸਾਧ ਸੰਗਤ ਜੀ, ਇਹ ਜਿਹੜੀਆਂ ਵਿਚਾਰਾਂ ਹੈਗੀਆਂ, ਉਹ ਮੈਗਲ ਖਾਂ ਪਠਾਨ ਜਦੋਂ ਬਗਾਨਾ ਰਾਜ ਹੁੰਦਾ ਸਭ ਕੁਝ ਹੁੰਦਾ। ਹੁਣ ਤੁਹਾਡੇ ਤੇ ਕੀ ਕੁਝ ਨਹੀਂ ਹੋਇਆ, ਗੱਜ ਕੇ ਬੋਲੋ। ਜਿਹੜੀ ਕੌਮ ਦਾ ਆਪਣਾ ਰਾਜ ਨਹੀਂ, ਆਪਣਾ ਦੇਸ਼ ਨਹੀਂ, ਆਪਣਾ ਅਸੂਲ ਨਹੀਂ, ਆਪਣਾ ਕਾਨੂੰਨ ਨਹੀਂ, ਹੁਣ ਏਅਰਪੋਰਟਾਂ ਤੇ ਜਾਂਦੇ ਆ, ਤੁਹਾਡੀ ਪੁੱਛ ਪੜਤਾਲ ਜ਼ਿਆਦਾ ਹੁੰਦੀ ਹੈ। ਤੇ ਜਿਹੜੀ ਕੌਮ ਦਾ ਆਪਣਾ ਰਾਜ ਨਹੀਂ, ਸਮਾਜ ਨਹੀਂ, ਬੜਾ ਔਖਾ ਹੈ। ਸੋ ਉਸ ਵੇਲੇ ਵੀ ਇਸ ਤਰ੍ਹਾਂ ਹੀ ਸੀ। ਉਹਨਾਂ ਦੀ ਨਾ ਧੀ ਭੈਣ ਦੀ ਇੱਜ਼ਤ ਵੱਜਦੀ, ਨਾ ਧਰਮ ਸਥਾਨਾਂ ਦੀ ਇੱਜ਼ਤ ਵੱਜਦੀ ਹੈ, ਕੁਛ ਵੀ ਨਹੀਂ ਬਚਦਾ। ਹਰ ਪਾਸੇ ਨੁਕਸਾਨ ਹੁੰਦਾ ਹੈ। ਤੁਹਾਡਾ ਕਮਾਇਆ ਧਨ ਵੀ ਧੱਕੇ ਨਾਲ ਲੁੱਟ ਲੈਂਦੇ, ਖੋਹ ਲੈਂਦੇ ਆ, ਜਿਨ੍ਹਾਂ ਦੇ ਹੱਥ ਵਿੱਚ ਸੱਤਾ ਹੁੰਦੀ ਹੈ। ਇਸੇ ਕਰਕੇ ਮਹਾਰਾਜ ਨੇ ਕਿਹਾ, ਰਾਜ ਬਿਨਾਂ ਨੇ ਧਰਮ ਚਲਾਇਆ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ, ਸ਼ਾਸਤਰਨ ਕੇ ਅਧੀਨ ਹੈ ਰਾਜ। ਇਹ ਮਹਾਰਾਜ ਦਾ ਸਿਧਾਂਤ ਹੈ। ਬਿਨਾਂ ਤੇਗ ਤੀਰੰਗ ਨਰੰਗ ਭੇਟ ਜਾਨੋ, ਗਹੂ ਕਾਨ ਤਾਕੂ ਕਿਤਾ ਲੈ ਸਧਾਨੋ, ਇਹੀ ਮੋਰ ਆ ਗਿਆ ਸੁਨੋ ਹੈ ਪਿਆਰੇ, ਬਿਨਾਂ ਤੇ ਕੇਸੰਗ ਦੇਹੋ ਨਾ ਦੀਦਾਰੇ। ਹੋਂ ਸਫਲਾ ਤਬ ਹੀ ਜਗ ਥੈ ਹੋਂ, ਲਗ ਜਾਤਨ ਕੋ ਬੜਪਨ ਦੈ ਹੋਂ, जिन की जात और कुल माही, न सरदारी भई कदाही, तिन्ही को सरदार बने तब है गोबिंद सिंह नाम कह। चिड़िया से मैं बाज तड़ाऊं, 1.25 लाख एक लड़ाऊं, तब है गोबिंद सिंह नाम कहूं। जामे रंचना मिथ्या पाखी, पार ब्रह्म गुरु नानक साखी, कीटन ते कर हों मरगिंदू। ये पातशाह दे बचन है। सो कहण तो भाव साध संगत जी, वो मैगल खां पठान ने उस लड़की नूं वेख्या कि ਉਹਦੇ ਮਨ ਵਿੱਚ ਕੋਈ ਦੂਸ਼ਿਤ ਭਾਵ ਪੈਦਾ ਹੋਇਆ। ਉਹਨ ਮੂੰਮੋਂ ਠਗਣੀ ਨੂੰ ਭੇਜਿਆ ਲਿਆਉਣ ਵਾਸਤੇ, ਤੇ ਲੜਕੀ ਨੇ ਆਪਣਾ ਧਰਮ ਬਚਾਉਣ ਵਾਸਤੇ ਕਿਹਾ ਕਿ ਮਹਾਰਾਜ ਸਵਲਾ ਹਾਂ, ਕਿ ਮੈਂ ਆਪਣੇ ਆਪ ਫਲਾਣੇ ਦਿਨ ਆਵਾਂਗੀ। ਉਸ ਨੇ ਉਹਦੇ ਵਾਸਤੇ ਵਸਤਰ ਭੇਜ ਦਿੱਤੇ। ਉਹ ਲੜਕੀ ਬਚਨ ਮੁਤਾਬਕ ਚਲੇ ਗਈ ਤੇ ਜਾ ਕੇ ਉਹ ਜਿਹੜੇ ਵਸਤਰ ਸੀ ਉਹਦੀ ਲੜਕੀ ਨੂੰ ਦੇ ਆਏ। ਵਸਤਰ ਸੋਹਣੇ ਸੋਹਣੇ ਪਹਿਨ ਲੈ। ਉਹ ਸਾਧ ਸੰਗ ਆ ਗਈ। ਉੱਥੇ ਹੁਣ ਚਰਿੱਤਰ ਵਿੱਚ ਲਿਖਦੇ ਆ, ਏਕ ਤਰਨ ਦੂਜੈ ਮਦੀ, ਤੀਜੈ ਧਨ ਧਾਮ, ਤਾਂ ਕੀ ਗਤ ਕਿਆ ਜਾਣੀਏ ਬਚੇ ਬਚਾਵੇ ਰਾਮ। ਹੁਣ ਤੁਸੀਂ ਲੈ ਲਓ ਵੀ ਕੀ ਮਾੜੀ ਗੱਲ ਹੈ। ਇੱਕ ਤਾਂ ਜਵਾਨ ਹੋਵੇ, ਦੂਜਾ ਮਦੀ ਸ਼ਰਾਬੀ ਹੋਵੇ, ਤੀਜਾ ਘਰ ਚ ਮਾਇਆ ਖੁੱਲੀ ਹੋਵੇ। ਕਹਿੰਦੇ ਉਹ ਵਿਅਕਤੀ ਰੱਬ ਬਚਾ ਲੈ, ਮਾੜੀ ਕਰਤੂਤ ਤੋਂ, ਮਾੜੀ ਹਰਕਤ ਤੋਂ ਬਚ ਨਹੀਂ ਸਕਦਾ। ਉਹਨੇ ਆਪਣੀ ਲੜਕੀ ਦਾ ਸਤ ਭੰਗ ਕੀਤਾ। ਇਹ ਸਿੱਖਿਆ ਦਿੱਤੀ ਆ ਕਿ ਸਿੱਖੋ ਇਹਨਾਂ ਤਿੰਨਾਂ ਔਗਣਾਂ ਤੋਂ ਬਚਿਓ ਜੇ ਤੁਸੀਂ ਆਪਣਾ ਕਰੈਕਟਰ ਹਾਈ ਰੱਖਣਾ ਚਾਹੁੰਦੇ ਆ। ਫਿਰ ਇਸੇ ਤਰ੍ਹਾਂ ਇੱਕ ਘਰ ਵਿੱਚ ਡਾਕੂ ਚਲੇ ਗਏ। ਉਹ ਡਾਕੂ ਚਲੇ ਗਏ ਆ ਤੇ ਬੀਬੀ ਇਕੱਲੀ ਸੀ। ਉਹਨੀ ਕਹਾ ਰੱਖ ਜੋ ਕੁਝ ਹੈ। ਉਹ ਰੋਣ ਲੱਗ ਪਏ। ਕਹਿੰਦੇ ਕੀ ਗੱਲ? ਕਹਿੰਦੇ ਜੀ ਮੈਂ ਇਸ ਘਰ 'ਚ ਬਹੁਤ ਔਖੀ ਆ। ਮੈਨੂੰ ਮੇਰੇ ਸਹੁਰਿਆਂ ਨੇ, ਘਰ ਵਾਲੇ ਨੇ ਸੂਲੀ ਟੰਗਿਆ ਹੋਇਆ, ਚਿੱਤਰ ਖੇਲਿਆ ਕਿ ਮੈਨੂੰ ਵੀ ਨਾਲੇ ਲੈ ਚਲੋ, ਸੋਨਾ ਵੀ ਧਨ ਵੀ ਸਭ ਲੈ ਚਲੋ, ਪਰ ਜਾਣਾ ਤਾਂ ਹੁਣ ਆਪਾਂ ਹੈਗਾ ਆ। ਸਾਡੇ ਪਰਿਵਾਰ ਦੇ ਕਿਸੇ ਬਾਹਰ ਗਏ ਆ ਤੇ ਲੈ ਚਲੀਏ ਸਭ ਕੁਝ, ਪਰ ਆਪਾਂ ਹੁਣ ਕੁਝ ਖਾ ਚਲੀਏ। ਤੇ ਮਾਰੇ ਹਾਸ ਰਸ ਵੀ ਦੱਸਦੇ। ਕਹਿੰਦੇ ਉਹ ਬੀਬੀ ਦੀ ਚਿਤਰਾਈ ਵੀ ਦੱਸਦੇ ਆ। ਉਹ ਸਾਧ ਸੰਗਤ ਉਹਨੇ ਫਿਰ ਭੰਗ ਵਾਲੇ ਪਕੌੜੇ ਤਿਆਰ ਕੀਤੇ। ਭੰਗ ਚੰਗੀ ਪਾਤੀ, ਉਹ ਖਿਲਾਤੇ ਉਹਨਾਂ ਡਾਕੂਆਂ ਨੂੰ। ਇੰਨੀ ਭੰਗ ਸੀ ਉਹ ਖਾਂਦਿਆਂ ਗੁੱਟ ਹੋ ਗਏ। ਤੇ ਜਿਹੜੀ ਕੜਾਹੀ ਦੇ ਤੇਲ 'ਚ ਪਕੌੜੇ ਤਲੇ ਸੀ ਨਾ,
ਉਹ ਤੱਤਾ ਤੱਤਾ ਤੇਲ ਉਹਨਾਂ ਦੇ ਸਿਰ 'ਚ ਪਾ ਕੇ ਮਾਰ ਦਿੱਤੇ। ਫਿਰ ਰਾਜੇ ਕੋਲ ਚਲ ਗਈ, ਮਹਾਰਾਜ ਆ ਡਾਕੂ ਮੈਨੂੰ ਲੁੱਟਣ ਆਏ ਸੀ, ਮੈਂ ਇਸ ਢੰਗ ਦੇ ਨਾਲ ਆਪਣੀ ਇੱਜ਼ਤ ਵੀ ਬਚਾਈ, ਜਰ ਜੋਰੂ ਜ਼ਮੀਨ ਵੀ ਬਚਾਈ ਤੇ ਉਹਨਾਂ ਨੂੰ ਵੀ ਖਤਮ ਕਰਤਾ ਤੇ ਰਾਜੇ ਤੋਂ ਵੀ ਇਨਾਮ ਲੈ ਲਿਆ। ਰਾਜੇ ਤੋਂ ਵੀ ਇਨਾਮ ਲੈ ਲਿਆ। ਇਸ ਤਰ੍ਹਾਂ ਦੀਆਂ ਸਾਖੀਆਂ ਹੈਗੀਆਂ ਹੈ। ਹੁਣ ਘਰਾਂ ਦੇ ਵਿੱਚ ਅਸੀਂ ਕਈ ਵਾਰੀ ਭੜੋਲੇ ਜਿਹੜੀਆਂ ਗਾਲਾਂ ਕੱਢਦੇ ਆ, ਉੱਥੇ ਧੀ ਬੈਠੀ ਹੁੰਦੀ ਆ, ਮਾਂ ਬੈਠੀ ਹੁੰਦੀ, ਭੈਣ ਹੁੰਦੀ ਹੈ, ਕੋਈ ਉਹਨੂੰ ਅਸ਼ਲੀਲ ਨਹੀਂ ਦੱਸਦਾ। ਟੈਲੀਵਿਜ਼ਨਾਂ ਦੇ ਵਿੱਚ ਅੱਜ ਕੱਲ ਇਹੋ ਜਿਹੀਆਂ ਮੂਵੀਆਂ ਬਣੀਆਂ ਹੋਈਆਂ, ਇਸਤਰੀਆਂ ਦੇ ਨਗਨ ਔਰ ਅਰਧ ਨਗਨ ਚਿੱਤਰ ਆ। ਤੇਲ ਦੀ ਸ਼ੀਸ਼ੀ ਲੈ ਲਓ, ਸਾਬਣ ਦਾ ਪੈਕਟ ਲੈ ਲਓ, ਹਰ ਉੱਤੇ ਇਸਤਰੀਆਂ ਦੇ ਅਰਧ ਨਿਗਨ ਚਿੱਤਰ ਛਪੇ ਹੁੰਦੇ ਆ। ਇਸ ਯੁੱਗ ਵਿੱਚ ਇਤਨਾ ਅਸ਼ਲੀਲ ਪੁਣਾ ਚਾਰ ਚਫੇਰੇ ਛਾਇਆ ਹੋਇਆ, ਪਰ ਸਾਧ ਸੰਗਤ ਜਿੱਥੇ ਹਜ਼ੂਰ ਨੇ ਸਾਡਾ ਅਸ਼ਲੀਲ ਪੁਣਾ ਦੂਰ ਕਰਨ ਵਾਸਤੇ ਸਾਨੂੰ ਸਿੱਖਿਆ ਦਿੱਤੀ ਹੈ, ਅਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਹਾਂ। ਹੁਣ ਮੇਲ ਤੇ ਫੀਮੇਲ ਡਾਕਟਰੀ ਦੀਆਂ ਦੋਨੋਂ ਕਿਤਾਬਾਂ ਆ, ਇਸਤਰੀਆਂ ਬਾਰੇ ਵੀ ਡਾਕਟਰੀ ਕਿਤਾਬਾਂ, ਪੁਰਸ਼ਾਂ ਬਾਰੇ ਵੀ। ਹੁਣ ਬੀਬੀਆਂ ਵੀ ਡਾਕਟਰ ਆ, ਉਹ ਕਹਿਣਾ ਅਸੀਂ ਪੁਰਸ਼ਾਂ ਦੇ ਹਾਂਜੀ ਗ੍ਰੰਥ ਹੀ ਨਹੀਂ ਪੜ੍ਹਨੇ ਤੇ ਪੁਰਸ਼ ਕਹਿਣ ਇਸਤਰੀਆਂ ਦੇ ਨਹੀਂ ਪੜ੍ਹਨੇ, ਫਿਰ ਤਾਂ ਉਹ ਡਾਕਟਰੀ ਕਰ ਹਟੇ। ਫਿਰ ਹੁਣ ਆਪਰੇਸ਼ਨ ਹੁੰਦੇ ਆ, ਬੀਬੀਆਂ ਦੇ ਆਪਰੇਸ਼ਨ ਪੁਰਸ਼ ਕਰਦੇ ਡਾਕਟਰ ਹਾਂਜੀ, ਔਰ ਪੁਰਸ਼ਾਂ ਦੇ ਇਸਤਰੀਆਂ ਕਰਦੀਆਂ। ਡਾਕਟਰ ਦਾ ਤਾਂ ਦਿਮਾਗ ਹੀ ਇੰਨਾ ਉੱਚਾ ਹੁੰਦਾ, ਉਹਦੇ ਵਿੱਚ ਇਹੋ ਜਿਹੀ ਘਟੀਆ ਸੋਚ ਹੁੰਦੀ ਹੀ ਨਹੀਂ। ਤੇ ਮਹਾਰਾਜ ਤੇ ਸਾਧ ਸੰਗਤ ਸਾਡੇ ਰੂਹਾਨੀਅਤ ਦੇ ਡਾਕਟਰ ਆ, ਸਾਡੇ ਅੰਦਰ ਦਾ ਸਾਰਾ ਮਵਾਦ ਕੱਢ ਕੇ ਸਾਨੂੰ ਬੜਾ ਸਵੱਛ ਔਰ ਪਵਿੱਤਰ ਜੀਵਨ ਦੇਣਾ ਚਾਹੁੰਦੇ ਆ। ਮੇਰਾ ਖਿਆਲ ਇੰਨੀ ਕੁ ਗੱਲ ਹੀ ਬਹੁਤ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ। ਫਿਰ ਟਿੱਡੇ ਜੱਟ ਦੀ ਹੈ ਹਾਂਜੀ, ਉਹ 'ਚ ਲਿਖਿਆ ਹੋਇਆ ਕਿ ਉਹਦੇ ਘਰ ਵਾਲੀ ਜਿਹੜੀ ਸੀ ਬੜੀ ਅਮੋੜ ਚੱਲਦੀ ਸੀ। ਉਹਨ ਪੇਕੀ ਜਾਣਾ ਸੀ, ਭਾਵ ਉਹਦੇ ਸਹੁਰੀ ਕਹਿੰਦੇ ਆਪਾਂ ਪੁਲ ਤੋਂ ਚੱਲੀਏ, ਕਹਿੰਦੇ ਨਹੀਂ ਮੈਂ ਤਾਂ ਬੇੜੀ 'ਚ ਜਾਣਾ। ਉਹ ਕਹਿੰਦਾ ਚੱਲ ਬੇੜੀ ਸਹੀ ਹੈ, ਕਹਿੰਦਾ ਨਹੀਂ ਬੇੜੀ 'ਚ ਨਾ, ਮੈਂ ਗਾਂ ਦੀ ਪੂਛ ਆਣੀ, ਉਹ ਪੂਛ ਫੜ ਲਈ। ਕਹਿੰਦੇ ਚੱਲ ਮੈਂ ਵੀ, ਉਹਨੂੰ ਪੂਛ ਛੱਡਤੀ, ਉਹ ਦਰਿਆ 'ਚ ਰੁੜ ਗਈ। ਉਹ ਹੁਣ ਟਿੱਡਾ ਜਿੱਧਰੋਂ ਪਾਣੀ ਆਉਂਦਾ ਉਧਰ ਉਹਨੂੰ ਲੱਜਣ ਜਾ ਰਿਹਾ। ਉਹ ਕਹਿੰਦੇ ਟਿੱਡਿਆ ਕਿੱਧਰ ਚੱਲਿਆ? ਕਹਿੰਦੇ ਮੇਰੇ ਘਰ ਵਾਲੀ ਰੁੜ ਗਈ, ਉਹਨੂੰ ਲੈਣ ਚੱਲਿਆ। ਕਹਿੰਦੇ ਸਾਈਂ ਲੋਕਾ ਉਹ ਰੁੜ ਕੇ ਰਹਿਣ ਨੂੰ ਜਾਊਗੀ, ਪਾਣੀ ਐਨੂੰ ਜਾਂਦਾ। ਕਹਿੰਦੇ ਨਹੀਂ ਉਲਟ ਚੱਲਣ ਵਾਲੀ ਹੁੰਦੀ ਸੀ। ਗੱਜ ਕੇ ਬੋਲੋ। ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਕਹਾਣੀਆਂ ਜਿਹੜੀਆਂ ਉਹ ਦੱਸੀ, ਉਹਦਾ ਮਤਲਬ ਦੱਸਿਆ ਕਿ ਇਸਤਰੀ ਨੂੰ ਪਤੀ ਤੋਂ ਮੋੜ ਨਹੀਂ ਚੱਲਣਾ ਚਾਹੀਦਾ। ਪਤੀ ਹਾਂਜੀ ਜਿਹੜਾ ਹੈ ਉਹਨੂੰ ਇਸਤਰੀ ਤੋਂ ਬਾਗੀ ਹੋ ਕੇ ਨਹੀਂ ਚੱਲਣਾ ਚਾਹੀਦਾ। ਇਹ ਗ੍ਰਸਤ ਰੂਪੀ ਗੱਡੀ ਦੇ ਦੋਨੇ ਪੜੂਏ ਆ, ਜਿਹਨੂੰ ਦੋਨੋਂ ਬੈਲੈਂਸ ਵਿੱਚ ਚੱਲਦੇ ਆ, ਇੱਕ ਦੂ ਦਾ ਬਚਨ ਮੰਨ ਕੇ ਚੱਲਦੇ। ਧਨ ਫਿਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀਐ ਸੋਏ। ਹਜੂਰ ਪਾਤਸ਼ਾਹ ਜੀ ਸਾਨੂੰ ਸਾਡਾ ਜਿਹੜਾ ਜੀਵਨ ਆ ਉਹਦਾ ਸੰਤੁਲਨ ਸਹੀ ਰੱਖਣ ਵਾਸਤੇ ਉਪਦੇਸ਼ ਦਿੰਦੇ ਆ ਹਾਂਜੀ, ਕਿਉਂਕਿ ਸਭ ਤੋਂ ਵੱਡੀ ਬੰਦੇ ਨੂੰ ਬਿਮਾਰੀ ਹੈ ਸੈਕਸ ਦੀ। ਜੇ ਕੋਈ ਲੋਭੀ ਹੋਇਆ ਇੰਨਾ ਕਹਿ ਦਿਆਂਗੇ ਲੋਭੀ ਆ, ਕ੍ਰੋਧੀ ਹੋਏ ਕ੍ਰੋਧੀ ਆ ਜੀ, ਇਹ ਬੜਾ ਮੋਹ ਕਰਦਾ। ਪਰ ਜਦੋਂ ਬੰਦਾ ਕਰੈਕਟਰ ਤੋਂ ਡਿੱਗ ਪੈਂਦਾ ਹੈ, ਇਹ ਬੱਜਰ ਕ੍ਰੈਤ ਵਿੱਚ ਆ, ਤੇ ਬੰਦੇ ਕਿਸੇ ਪਾਸੇ ਮੂੰਹ ਦੇਣ ਜੋਗਾ ਨਹੀਂ ਰਹਿੰਦਾ। ਇਸ ਕਰਕੇ ਮਹਾਰਾਜ ਨੇ ਇਸ ਵਿਸ਼ੇ ਨੂੰ ਬੜੇ ਵਿਸਤਾਰ ਵਿੱਚ ਲਿਖਿਆ ਕਿ ਤੁਸੀਂ ਇਹਨਾਂ ਵਿਕਾਰਾਂ ਤੋਂ ਬਚ ਕੇ ਆਪਣੇ ਜੀਵਨ ਨੂੰ ਸਤਵਾਦੀ ਬਣਾਓ। ਜੋ ਜਪਜੀ ਸਾਹਿਬ ਦਾ ਮੋਰਲ ਹੈ, ਜਤ ਪਹਾਰਾ ਧੀਰੇ ਸੁਨਿਆਰ, ਅਹਰਨ ਮਤ ਵੇਦ ਹਥਿਆਰ, ਭਉ ਖੱਲਾ ਅਗਨ ਤਪਤਾਓ, ਭਾਂਡਾ ਪਾਓ ਅੰਮ੍ਰਿਤ ਢਾਲ ਘੜੀਐ, ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਨਕਾਰ, ਨਾਨਕ ਨਦਰੀ ਨਦਰ ਨਿਹਾਲ। ਸੋ ਇਸ ਵਾਸਤੇ ਹੁਣ ਜੇ ਡਾਕਟਰੀ ਦੀਆਂ ਕਿਤਾਬਾਂ ਨੂੰ ਕਹੀਏ, ਇਹ ਬੜਾ ਓਪਨ ਹੀ ਲਿਖਿਆ, ਉੱਥੇ ਚਿੱਤਰ ਵੀ ਵਾਹੇ ਹੋਏ ਆ, ਉੱਥੇ ਸਾਰੇ ਅੰਗਾਂ ਬਾਰੇ ਵੀ ਪੂਰਾ ਨੌਲੇਜ ਦਿੱਤਾ ਹੋਇਆ। ਫਿਰ ਇਹ ਹੈ ਕਿ ਅਸ਼ਲੀਲਪੁਣਾ ਕਰਦਾ ਕੌਣ ਹੈ? ਜਿਹੜੇ ਬੰਦੇ ਅਸ਼ਲੀਲਪੁਣਾ ਕਰਦੇ ਉਹਨਾਂ ਨੂੰ ਬਹੁਤਾ ਡਰ ਲੱਗਦਾ ਹੈ, ਕਿਉਂਕਿ ਜਿੱਥੇ ਫੋੜਾ ਹੁੰਦਾ ਮੱਖੀ ਉੱਥੇ ਬਹਿੰਦੀ ਹੈ, ਤੇ ਜਿਨ੍ਹਾਂ ਦਾ ਆਪਣਾ ਕਰੈਕਟਰ ਹਾਈ ਹੈ ਉਹਨਾਂ ਵਾਸਤੇ ਇਹੋ ਜਿਹੀਆਂ ਗੱਲਾਂ ਨਹੀਂ ਹੁੰਦੀਆਂ। ਸੋ ਇਸ ਕਰਕੇ ਫਿਰ ਉਸ ਤੋਂ ਅੱਗੇ ਇਹ ਚਰਿਤਰੋਪਖਿਆਨ ਦੇ ਆਖਰੀ ਉਹ ਧਰਮੀ ਰਾਜੇ ਦੀ ਅਕਾਲ ਪੁਰਖ ਨੇ ਰੱਖਿਆ ਕੀਤੀ ਹੈ, ਉੱਥੇ ਚੌਪਈ ਹੈ। ਹੁਣ ਆਪਾਂ ਤਾਂ ਹਮਰੀ ਕਰੋ ਪੜ੍ਹਦੇ ਆ ਨਾ, ਇਹਦੇ ਉੱਪਰ ਹੋਰ ਵੀ ਚੌਪਈਆਂ। ਗੱਜ ਕੇ ਬੋਲੋ। ਇਸ ਤੋਂ ਅੱਗੇ ਫਿਰ ਜਫਰਨਾਮਾ ਹੈ, ਜਿੱਤ ਦੀ ਚਿੱਠੀ। ਜਦੋਂ ਮਹਾਰਾਜ ਇੱਥੇ ਦੀਨੇ ਕਾਂਗੜ ਪਹੁੰਚੇ, ਉੱਥੇ ਪਹਿਲਾਂ ਔਰੰਗਜ਼ੇਬ ਵੱਲੋਂ ਇੱਕ ਪੱਤਰ ਆਇਆ
ਆਮ ਜਾਣੀ ਗਿਆਨੀ ਦੱਸਦੇ ਵੀ ਮਹਾਰਾਜ ਨੇ ਉਹਨੂੰ ਚਿੱਠੀ ਲਿਖੀ। ਮਹਾਰਾਜ ਨੂੰ ਉਹਨੂੰ ਚਿੱਠੀ ਲਿਖਣ ਦੀ ਕੋਈ ਲੋੜ ਨਹੀਂ, ਉਸ ਦੁਰਜਨ ਨੂੰ। ਉਸ ਵੱਲੋਂ ਚਿੱਠੀ ਆਈ ਹੈ, ਕਾਸਦ ਲਿਆਇਆ, ਉਹਦੇ ਵਿੱਚ ਉਸਨੇ ਗੁਰੂ ਮਹਾਰਾਜ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਹੈ। ਮੈਂ ਤੁਹਾਨੂੰ ਮਿਲਣਾ ਚਾਹੁੰਦਾ। ਜਦੋਂ ਬੰਦਾ ਕ੍ਰੀਤੀਆਂ ਕੁਕਰਮ ਕਰਦਾ ਫਿਰ ਬੇੜੀ ਡੋਲਦੀ ਹੈ, ਪਾਪ ਦੀ ਬੇੜੀ ਭਰ ਕੇ। 9ਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਭਾਈ ਮਤੀ ਦਾਸ ਨੇ ਉਹਨੂੰ ਦਿੱਲੀ ਨਹੀਂ ਰਹਿਣ ਦਿੱਤਾ, ਔਰੰਗਾਬਾਦ ਰਿਹਾ। ਉੱਥੇ ਮਰਿਆ ਤੇ ਉੱਥੇ ਹੀ ਦੱਬਿਆ। ਗੱਜ ਕੇ ਬੋਲੋ। ਤੇ ਜਿੱਥੇ ਮਹਾਰਾਜ ਦੀ ਸ਼ਹੀਦੀ ਹੋਈ ਹੈ, ਸੀਸਗੰਜ ਦੇ ਸਰਦਲ ਤੇ ਦਿਨਾਂ ਚੱਲ ਜਾਇਓ, ਰਾਤ ਚੱਲ ਜਾਇਓ, ਉਹ ਕਦੀ ਮਸਤਕਾਂ ਤੋਂ ਖਾਲੀ ਨਹੀਂ ਦੇਖੋਗੇ, ਖਾਲੀ ਨਹੀਂ ਦੇਖੋ। ਜਿੱਥੇ ਸੀਸ ਕਟਿਆ ਉੱਥੇ ਸੀਸਗੰਜ ਹੈ, ਜਿੱਥੇ ਸੀਸ ਦਾ ਸੰਸਕਾਰ ਹੋਇਆ ਆਨੰਦਪੁਰ ਸਾਹਿਬ ਉੱਥੇ ਵੀ ਸੀਸ, ਜਿੱਥੇ ਧੜ ਦਾ ਹੋਇਆ ਰਕਾਬਗੰਜ। ਉਹ ਜਿਹੜਾ ਔਰੰਗਜ਼ੇਬ ਦਿੱਲੀ ਦਾ ਮਾਲਕ ਆਉਂਦਾ ਸੀ, ਉਹਨੂੰ ਜੀਂਦੇ ਨੂੰ ਦਿੱਲੀ 'ਚ ਥਾਂ ਨਹੀਂ ਮਿਲੀ। 3.5 ਫੁੱਟ ਔਰੰਗਾਬਾਦ ਉਹ ਮਹਾਰਾਸ਼ਟਰ ਜਾ ਕੇ ਤੇ ਕੱਚੀ ਕਬਰ ਹੈ, ਕੁੱਤੇ ਲੱਤਾਂ ਚੱਕ ਚੱਕ ਮੂਤਦੇ ਆ। ਤੇ ਜਿੱਥੇ ਪਾਤਸ਼ਾਹ ਦਾ ਸਥਾਨ, ਜੋਤਾਂ ਜਗਦੀਆਂ, ਧੂਪ ਤੁਖਦੇ ਆ, ਅਖੰਡ ਜਾਪ ਚੱਲਦੇ ਆ, ਹਾਂਜੀ ਸਿਮਰਨ ਹੁੰਦੇ ਆ, ਕਥਾ ਕੀਰਤਨ ਹੁੰਦੇ ਆ, ਲੰਗਰ ਦੀਵਾਨ ਚੱਲਦੇ ਆ, ਆਇਆਂ ਨੂੰ ਆਰਾਮ ਵਿਸ਼ਰਾਮ ਮਿਲਦਾ, ਮਨ ਨੂੰ ਸ਼ਾਂਤੀ। ਅੱਜ ਵੀ ਧਰਮ ਦੀ ਰੱਖਿਆ ਕਰ ਰਹੇ ਪਾਤਸ਼ਾਹ, 9ਵੇਂ ਪਾਤਸ਼ਾਹ। ਸੋ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਦੇਣ ਕਿਰਪਾ ਹੈ। ਕੋਈ ਵੀ ਲੀਡਰ ਜਿੱਤਦਾ ਪਹਿਲਾਂ ਸੀਸਗੰਜ ਸਾਹਿਬ ਮੱਥਾ ਟੇਕਣ ਆਉਂਦਾ, ਪਹਿਲਾਂ ਵੀ ਬਾਅਦ ਚ ਵੀ ਅਸ਼ੀਰਵਾਦ ਮਾਰ ਕਿਰਪਾ ਕਰੋ ਹਜੂਰ। ਸਿੱਖਾਂ ਦਾ ਜਿਹੜਾ ਦਿਲ ਹੈ, ਦਿਲ ਹੁੰਦਾ ਧੜ ਚ, ਉਹ ਦਿੱਲੀ ਹੈ, ਤੇ ਦਿਮਾਗ ਆਨੰਦਪੁਰ ਸਾਹਿਬ ਹੈ। ਗੱਜ ਕੇ ਬੋਲੋ। ਜੇ ਮਹਾਰਾਜ ਦੇ ਸੀਸ ਦਾ ਉੱਥੇ ਸੰਸਕਾਰ ਹੋਇਆ ਤੇ ਹਜੂਰ ਨੇ ਵੀ ਸੀਸ ਭੇਟ ਲਏ ਉੱਥੇ। ਪਿਤਾ ਦਾ ਤਾਂ ਮੈਂ ਕੀਤਾ, ਤੁਹਾਡੇ ਵੀ ਲੈ ਕੇ ਕੁਰਬਾਨੀ ਕਰਨੀ ਹੈ, ਪਰਖ ਫੇਰੇ ਹੋਣੀ ਹੈ। ਫੇਰੇ 5 ਪ੍ਰਵਾਨ 5 ਪ੍ਰਧਾਨ ਬਣੇ, 5 ਸਿੱਖਨ ਮੈਂ ਮੇਰੋ ਬਾਸਾ। ਆ ਵਿਸਾਖੀ ਆਪ ਜੀ ਨੇ ਮਨਾਈ ਹੈ, ਸਾਲਾਨਾ ਖਾਲਸੇ ਦਾ ਜਨਮ ਦਿਨ। ਕੋਈ ਕੌਮ ਆਪਣਾ ਜਨਮ ਨਹੀਂ ਦੱਸ ਸਕਦੀ, ਇਹ ਵੀ ਖਾਲਸੇ ਦਾ 300 ਸਾਲੇ ਵੀ, ਹਰ ਸਾਲ ਵੀ ਪਾਤਸ਼ਾਹ ਦੀ ਕਿਰਪਾ। ਸੋ ਸਾਧ ਸੰਗਤ ਜੀ, ਫਿਰ ਜਫਰਨਾਮਾ, ਇਹ ਚਿੱਠੀ ਮਹਾਰਾਜ ਨੇ ਫਾਰਸੀ ਚ ਲਿਖੀ ਕਿ ਕਾਂਗੜ ਕਨੁੱਤ। ਉਹਦੇ ਵਿੱਚ ਫਿਰ 12 ਹਕਾਇਤਨਾਮਾ ਸਾਖੀ। ਹੁਣ ਉਹ ਜਿਹੜੀਆਂ ਸਾਖੀਆਂ ਉਹ ਬਹੁਤ ਖੁਲਾਸੇ ਬਚਨ, ਕਿਉਂਕਿ ਔਰੰਗਜ਼ੇਬ ਨੂੰ ਉਹ ਸਾਖੀਆਂ ਦੇ ਨਾਲ ਪੂਰਾ ਸ਼ਰਮਿੰਦਿਆ ਕੀਤਾ। ਤੇਰੇ ਨੂੰ ਆਹ ਜਨਾਨੀ ਚੰਗੀ ਸੀ, ਉਹ ਚ ਆ ਗੁਣ ਸੀ, ਤੂੰ ਤਾਂ ਜਨਾਨੀ ਨੂੰ ਵੀ ਗਿਆ ਗੁਜਰਿਆ। ਉਹਦੇ ਜਿਹੜੇ ਗੁਣ ਉਹ ਵੀ ਦੱਸੇ ਆ, ਤੂੰ ਘੋੜ ਸਵਾਰਿਆ, ਨੇਜੇਬਾਜ਼ ਆ, ਤੂੰ ਇਸ ਤਰ੍ਹਾਂ ਫਲਾਨਾ ਤੇ ਮਕੜਾ। ਉਹਦੇ ਜਿਹੜੇ ਔਗਣ ਆ ਉਹ ਵੀ ਦੱਸੇ। ਇਹ ਵੀ ਦੇਖੋ ਮਹਾਰਾਜ ਦੀ ਕਲਮ ਆ, ਉਹਦੀਆਂ ਸਿਫਤਾਂ ਵੀ ਲਿਖੀਆਂ ਹੋਈਆਂ, ਉਹਦੇ ਔਗਣ ਵੀ ਦੱਸੇ। ਫਿਰ ਤੂੰ ਮਾਰ ਕਿਉਂ ਖਾਧੀ? ਉਹਦੇ ਕਰਕੇ। ਅਸੀਂ ਕਿੱਥੇ ਖੜੇ ਆ? ਤੇਰੇ ਕੋਲ ਫੌਜਾਂ ਸੀ, ਤੇਰੇ ਕੋਲ ਕਿਲੇ ਸੀ, ਤੇਰੇ ਕੋਲ ਆਹ ਕੁਝ ਸੀ, ਪਰ ਸੱਚੇ ਪਾਤਸ਼ਾਹ ਕਹਿੰਦੇ ਜਜ ਦਾ ਅਕਾਲ ਸਾਡਾ, ਰਾਖਾ ਦਾ ਅਕਾਲ ਹੀ ਸੀ। ਗੱਜ ਕੇ ਬੋਲੋ। ਜੇ ਮੇਰੇ 4 ਸਾਹਿਬਜ਼ਾਦੇ ਮਾਰ ਲਿਆ, 4 ਚੰਗਿਆੜੀਆਂ ਨੂੰ ਬੁਝਾ ਕੇ ਕੀ ਕਰੇਗਾ? ਤੈਂ ਭਾਂਬੜ ਬਾਲ ਲੈ। ਤੇਰੇ ਘੋੜਿਆਂ ਦੇ ਨਾਲਾਂ ਦੇ ਪੈਰ ਮੈਂ ਪੰਜਾਬ ਦੀ ਧਰਤੀ ਵਿੱਚ ਨਹੀਂ ਪੈਣ ਦਿਆਂਗਾ। ਉਸ ਵੇਲੇ ਵੀ ਮਹਾਰਾਜ ਕਿੰਨੀ ਚੜ੍ਹਦੀ ਕਲਾ ਵਿੱਚ ਹੈ ਜੀ, ਹਰ ਹਕਾਇਤ ਪਿੱਛੋਂ ਹੀ ਲਿਖਦੇ ਆ, ਵਿਦੇ ਸਾਕੀਆ ਸਾਗਰੇ ਸਬਜ਼ ਰੰਗ ਕਿ ਮਾਰਾ ਵਕਾਰਾ ਦਰੇ ਵਕਤ ਜੰਗ। ਹੇ ਮੇਰੇ ਸਾਕੀ ਭਗਵਾਨ, ਮੈਨੂੰ ਸਬਜ਼ ਰੰਗ ਦਾ, ਨਾਮ ਰੂਪੀ ਰੰਗ ਦਾ ਪਿਆਲਾ ਦੇ ਦਿਓ, ਜਿਹਨੂੰ ਮੈਂ ਪੀ ਕੇ ਆਪਣੇ ਅੰਦਰਲੇ ਔਰ ਬਾਹਰਲੇ ਦੁਸ਼ਮਣਾਂ ਤੇ ਵਿਜੈ ਪ੍ਰਾਪਤ ਕਰ ਸਕਾਂ। ਤੇ ਅਸੀਂ ਉਹਨੂੰ ਸੁੱਖ ਨਿਧਾਨ ਬਣਾ ਲਿਆ। ਗੱਜ ਕੇ ਬੋਲੋ। ਇਹ ਦੁੱਖ ਨਿਧਾਨ ਬਣ ਜਾਂਦਾ ਜੇ ਜ਼ਿਆਦਾ ਕੰਮ ਚੱਲ ਪੈਂਦਾ। ਉੱਥੇ ਨਾਮ ਰੂਪੀ ਸਬਜ਼ ਰੰਗ ਦਾ ਪਿਆਲਾ ਮੰਗਿਆ ਪਾਤਸ਼ਾਹ ਨੇ। ਇਹ ਪਾਤਸ਼ਾਹ ਦੀ ਬਾਣੀ, ਤੇ ਇਹਦੇ ਵਿੱਚ ਸਾਧ ਸੰਗਤ ਜੀ ਅਸਫੋਟਕ ਤੇ ਲੱਖੀ ਜੰਗਲ ਖਾਲਸਾ ਕਈ ਹਕਾਇਤਾਂ ਦੇ ਭੋਗ ਪਾਉਂਦੇ ਆ, ਕਈ ਉੱਥੇ ਪਾਉਂਦੇ ਆ, ਕਿਉਂਕਿ ਕਈ ਬੀੜਾਂ ਵਿੱਚ ਉਹ ਹੈ ਤੇ ਕਈਆਂ ਚ ਨਹੀਂ। ਸੋ ਅੱਜ ਸੋਧੀ ਸਾਹਿਬ ਨੇ ਇਹ ਉਦਮ ਕੀਤਾ ਸੀ ਤੇ ਮਹਾਰਾਜ ਦੀ ਕਿਰਪਾ ਨਾਲ ਇਹ ਸੰਪੂਰਨ ਵਿਆਖਿਆ ਵੀ ਹੋਈ ਤੇ ਅੱਜ ਸੰਪੂਰਨਤਾ ਹੋਈ ਹੈ। ਸੋ ਹੁਣ ਤੁਸੀਂ ਬਹੁਤਿਆਂ ਨੇ ਸੁਣਿਆ, ਤੁਸੀਂ ਸਾਨੂੰ ਦੱਸ ਦਿਓ ਕਿ ਸੁਣ ਕੇ ਕਿੰਨੇ ਕੁ ਆਸ਼ਲੀਲ ਬਣੇ ਆ। ਗੱਜ ਕੇ ਬੋਲੋ।
ਸਿਨੇਮਾ ਟੈਲੀਵਿਜ਼ਨਾਂ 'ਚ ਗੰਦੀਆਂ ਫਿਲਮਾਂ ਦੇਖਦੇ ਆ, ਉਹਨਾਂ ਦੇ ਕਿਸੇ ਦੀ ਨੁਕਤਾਚੀਨੀ ਨਹੀਂ। ਵਿਆਹਾਂ ਸ਼ਾਦੀਆਂ 'ਚ ਫੈਸ਼ਨ ਪ੍ਰਸਤੀ ਔਰ ਮੂਵੀਆਂ ਕਿਸ ਤਰ੍ਹਾਂ ਦੀਆਂ ਬਣਾਉਂਦੇ ਆ, ਕੀ ਕੁਝ ਹੁੰਦਾ, ਅਸ਼ਲੀਲਪੁਣਾ ਬੰਦਾ ਹੀ ਕਰਦਾ ਹੈ। ਕਿਉਂਕਿ ਜਿਹਦੇ 'ਚ ਆਪਣੇ 'ਚ ਕੋਈ ਕਮਜ਼ੋਰੀ ਹੁੰਦੀ ਆ ਨਾ, ਜਦੋਂ ਦੱਸਿਆ ਜਾਏ ਉਹਨੂੰ ਬੜਾ ਦੁੱਖ ਲੱਗਦਾ ਹੈ। ਤੇ ਜੇ ਅਸੀਂ ਆਪਣੇ ਆਪ ਨੂੰ ਉੱਚਾ ਤੇ ਸੁੱਚਾ ਬਣਾ ਲਈਏ ਫਿਰ ਤਾਂ ਇਹੋ ਜਿਹਾ ਹੁੰਦਾ ਹੀ ਨਹੀਂ। ਇਹ ਤਾਂ ਬਹੁਤ ਵੱਡੀ ਉੱਚੀ ਵਿਚਾਰਧਾਰਾ ਬਣ ਜਾਂਦੀ ਹੈ। ਇਸ ਕਰਕੇ ਗੁਰਮੁਖ ਪਿਆਰਿਓ, ਅੱਜ ਦਾ ਇਨਸਾਨ ਆਪਾਂ ਦੀਵਾ ਬਾਲਦੇ ਆਂ, ਜੇ ਤਾਂ ਘਿਓ ਰਹੂਗਾ ਬੱਤੀ ਦੇ ਥੱਲੇ ਇਹ ਤਾਂ ਦੀਵਾ ਬਲਦਾ ਰਹੂਗਾ, ਤੇ ਜੇ ਘਿਓ ਬੱਤੀ ਦੇ ਉੱਤੇ ਚਲੇ ਗਿਆ ਜਿੰਨੀ ਮਰਜ਼ੀ 30 ਲਾਈ ਚਲੋ ਨਹੀਂ ਬਲਣਾ। ਜੇ ਤਾਂ ਅਸੀਂ ਗੁਰੂ ਦੀ ਬੁੱਧੀ ਦੇ ਥੱਲੇ ਆਪਣੀ ਬੁੱਧੀ ਰੱਖਾਂਗੇ, ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਹੋਊ। ਜੇ ਗੁਰੂ ਦੀ ਬੁੱਧੀ ਤੋਂ ਆਪਣੀ ਬੁੱਧੀ ਨੂੰ ਅਕਲ ਲੈ ਜਾਵਾਂਗੇ ਫਿਰ ਹਨੇਰਾ ਹੀ ਹਨੇਰਾ ਆ। ਇਹ ਤੁਹਾਡੀ ਮਰਜ਼ੀ ਹੈ, ਕਿਉਂਕਿ ਖੁੱਲਿਆ ਜਿੱਥੇ ਮਰਜ਼ੀ ਘੁੰਮੋ, ਜੋ ਮਰਜ਼ੀ ਕਰੋ, ਰਸੇ ਵੱਡੇ ਹੋਏ ਆ ਜਿੱਥੇ ਮਰਜ਼ੀ, ਪਰ ਅਵਾਰਾ ਹੋਣ ਨਾਲ ਡੰਡੇ ਵੀ ਪੈਂਦੇ ਹੁੰਦੇ ਆ। ਜੇ ਗੁਰੂ ਦੇ ਬਚਨ ਵਿੱਚ, ਹੁਕਮ ਵਿੱਚ ਬੱਝ ਕੇ ਮਰਜ਼ਾਦਾ ਵਿੱਚ ਤੁਰਾਂਗੇ ਫਿਰ ਬਖਸ਼ਿਸ਼ ਵੀ ਹੈ। ਇਸ ਕਰਕੇ ਗੁਰਮੁਖ ਪਿਆਰੋ, ਸਤਿਗੁਰੂ ਗਰੀਬ ਨਿਵਾਜ, ਕਿਉਂਕਿ ਸਾਡਾ ਜਿਹੜਾ ਮਿਸ਼ਨ ਹੈ ਕਿਸੇ ਦੀ ਆਲੋਚਨਾ ਕਰਨ ਦਾ ਨਹੀਂ। ਜੇ ਕੋਈ ਦੇਖ ਕੇ ਕਿਸੇ ਗੱਲ ਦੀ ਈਰਖਾ ਸਾੜਾ ਕਰਦਾ, ਉਹਦਾ ਦੁੱਖ ਉਹਨੂੰ ਹੀ ਆ। ਬਾਕੀ 10 ਗ੍ਰੰਥ ਤੋਂ ਜਿਹੜੇ ਅਖਿਆਈ ਮੰਨਦੇ ਆ, ਮੱਲੋ ਮਰੀ ਤਾਂ ਕਿਸੇ ਦੇ ਢਿੱਡ 'ਚ ਪੈਂਦਾ ਨਹੀਂ। ਉਹਨਾਂ ਦੀ ਨਹੀਂ ਸ਼ਰਧਾ ਨਾ ਪੜਨ, ਜਿਹੜੇ ਪੜ੍ਹਦੇ ਆ ਉਹਨਾਂ ਨੂੰ ਕਿਉਂ ਰੋਕਣ। ਇਹ ਤਾਂ ਹੈ, ਦੇਖੋ ਬਾਜ਼ਾਰ ਦੇ ਵਿੱਚ ਸਾਰਾ ਕੁਝ ਪਿਆ। ਜਿਨ੍ਹਾਂ ਨੇ ਦਵਾਈ ਬਣਾਉਣੀ ਉਹ ਸੰਖਿਆ ਲਿਆ ਕੇ ਸੰਨਿਆਸੀ ਤੋਂ ਪੁਸ਼ਤਾ ਬਣਾ ਕੇ ਇਲਾਜ ਕਰਦੇ ਆ। ਜਿਨ੍ਹਾਂ ਦੀ ਬਿਰਤੀ ਭੈੜੀ ਆ ਉਹ ਦੁੱਧ 'ਚ ਮਿਲਾ ਕੇ ਦੂਏ ਦਾ ਸੰਸਾਰ ਤੋਂ ਘੋਗਾ ਚੱਕਦੇ। ਸੰਖਿਆ ਇੱਕੋ ਹੀ ਹੈ, ਪਕਸ਼ ਦੋ। ਬੰਦੇ ਦਾ ਆਪਣਾ ਜੀਵਨ ਵੀ ਅੰਮ੍ਰਿਤਮਈ ਵੀ ਹੈ, ਜ਼ਹਿਰਮਈ ਵੀ ਹੈ। ਜੇ 5 ਵਿਕਾਰਾਂ ਦੇ ਅਧੀਨ ਹੋ ਕੇ ਚੱਲਦਾ ਜ਼ਹਿਰਮਈ ਹੈ। ਜੇ ਸਤ ਸੰਤੋਖ ਦਇਆ ਧਰਮ ਆਦਿ ਗੁਣ ਲੈ ਕੇ ਤੁਰਦਾ ਅੰਮ੍ਰਿਤਮਈ ਬਣ ਜਾਂਦਾ। ਹੁਣ ਤੁਸੀਂ ਵਿਚਾਰ ਕਰੋ, ਅਸੀਂ ਆਪਣਾ ਜੀਵਨ ਅੰਮ੍ਰਿਤਮਈ ਬਣਾਉਣਾ ਹੈ ਜਾਂ ਜ਼ਹਿਰਮਈ ਬਣਾਉਣਾ ਹੈ। ਜਿਹੜੇ ਗਿਆਨਵਾਨ ਆ ਉਹਨਾਂ ਵਾਸਤੇ ਤਾਂ ਕੋਈ ਬੁਰਾਈ ਹੈ ਹੀ ਨਹੀਂ। ਫਰੀਦਾ ਹਮ ਸਭ ਤੇ ਬੁਰੇ, ਹਮ ਤਾਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਾ ਮੀਤ ਹਮਾਰਾ ਸੋਏ। ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ, ਉੱਥੇ ਕਿਤੇ ਜੀ ਰਾਸਧਾਰੀਆਂ ਨੇ ਰੱਖ ਲਿਆ ਸਮਾਗਮ, ਇਹ ਸੰਗਤ ਬਹੁਤ ਆਉਂਦੀ, ਕਾਠੋ ਚੜਾਵਾ ਚੰਗਾ ਚੜੂਗਾ। ਉਹ ਡੇਰੇ ਦੇ ਸੇਵਾਦਾਰ ਇਕੱਠੇ ਹੋ ਕੇ ਮਹਾਂਪੁਰਖਾਂ ਕੋ ਗਏ, ਮਹਾਂਪੁਰਖੋ ਆ ਨਕਲੀਆਂ ਰਾਸਧਾਰੀਆਂ ਨੇ ਇੱਥੇ ਪ੍ਰੋਗਰਾਮ ਰੱਖ ਲਿਆ, ਭਜਨ ਕਿਵੇਂ ਕਰਾਂਗੇ, ਸਾਰੀ ਰਾਤ ਤੇ ਲੱਚਰ ਗੀਤ ਗਾਉਣਗੇ। ਤੇ ਮਹਾਂਪੁਰਖ ਕਹਿਣ ਗੁਰੂ ਭਲੀ ਕਰ ਸੀ, ਭਲਾ ਹੋ ਜਾ ਸੀ। ਉਹ ਪੋਠੋ ਹਰੀ ਬੋਲੀ ਸੀ ਉਧਰ, ਗੁਰੂ ਨਾਨਕ ਭਲੀ ਕਰ ਸੀ, ਪਾਤਸ਼ਾਹ ਭਲਾ ਕਰ ਸੀ। ਹੁਣ ਇਹ ਜਿਹੜੇ ਹੁੰਦੇ ਆ ਰੇਡੀਓ ਸਿੰਗਰ ਵਿਆਹਾਂ ਤੇ ਸਾਦੇ ਆ, ਇਹਨਾਂ ਨੂੰ ਟਿਕਟ ਵੀ ਦਿੰਨੇ ਆ, ਤੇ ਪੰਜਾਬ ਤਾਂ 4.5 ਲੱਖ ਆ, ਤੁਸੀਂ ਤਾਂ ਬਹੁਤ ਜ਼ਿਆਦਾ ਦਿੰਨੇ ਆ। ਉਹ ਸਾਰੇ ਲੱਚਰ ਗੀਤ ਸੁਣਾਉਂਦੇ, ਅਸ਼ਲੀਲ ਕਦੀ ਨਹੀਂ ਕਿੰਤੂ ਹੁੰਦੀ, ਨਾ ਪੈਸੇ ਦਿੰਨੇ ਆ। ਗੱਜ ਕੇ ਬੋਲੋ, ਕਿੰਤੂ ਨਹੀਂ ਕਰਦਾ ਕੋਈ ਵੀ। ਆ ਗੰਦੇ ਰਿਕਾਰਡਾਂ ਤੇ ਕਹਿੰਦੇ ਚੋਂਦਾ ਚੋਂਦਾ ਸੁਣਾਇਓ, ਗੱਜ ਕੇ ਬੋਲੋ। ਸਿਨੇਮੇ ਨੂੰ ਕਹਿਣਗੇ ਅਸਲੀ ਗੁਰਦੁਆਰਾ ਇਹ, ਜਿਹੜੇ ਜਾਂਦੇ ਹੀ ਦਿਖਾਲ ਦਿੰਦੇ ਪ੍ਰਤੱਖ। ਉੱਥੇ ਨਹੀਂ ਕੋਈ ਸ਼ੰਕਾ ਕਰਦਾ, ਕੀ ਕੁਝ ਦੇਖਦੇ, ਕੀ ਕੁਝ ਧਮੱਚੜ ਪੈਂਦੇ ਆ ਵਿਆਹਾਂ ਸ਼ਾਦੀਆਂ। ਤੁਸੀਂ ਤਾਂ ਮੇਰੇ ਨਾਲੋਂ ਜ਼ਿਆਦਾ ਆ ਸਾਡੀਆਂ ਮੂਵੀਆਂ ਜਾ ਕੇ ਅਰਬ 'ਚ ਵਿਕਦੀਆਂ, ਕਹਿੰਦੇ ਸਿੰਘਣੀਆਂ ਦਾ ਨਾਚ ਦੇਖ ਲਓ। ਅਸੀਂ ਜਿਹੜੇ ਕੰਮ ਕਰਦੇ ਆ, ਇਤਨੀ ਮਿੱਟੀ ਪੁੱਟ ਹੋ ਰਹੀ ਹੈ, ਇਸ ਪਾਸੇ ਧਿਆਨ ਦਈਏ। ਅਸੀਂ ਕੀ ਕਰਦੇ, ਸਾਡੇ ਘਰਾਂ 'ਚ ਕੀ ਅਸ਼ਲੀਲਪੁਣਾ ਹੋ ਰਿਹਾ। ਜੇ ਬਾਣੀ ਦੇ ਨੁਕਤੇ ਲੈ ਕੇ ਤੁਰਾਂਗੇ ਅਸ਼ਲੀਲਪੁਣਾ ਖਤਮ ਹੋ ਜਾਊਗਾ। ਮਾਰੇ ਸਵੱਛਤਾ ਪਵਿੱਤਰਤਾ ਦੇਣਗੇ, ਚੜ੍ਹਦੀ ਕਲਾ ਦੇਣਗੇ, ਬਖਸ਼ਿਸ਼ ਕਰਨਗੇ। ਕਿਹੜੇ ਨੁਕਤੇ ਦੇ ਪ੍ਰੇਮ ਸਿੰਘ ਬੋਲ ਰਹੇ ਸੀ, ਬਸ ਇੱਥੇ ਹੀ ਭੁੱਲ ਜਾਣਾ। ਕਿਹੜਾ ਜੀ? ਹਾਂਜੀ ਹਾਂਜੀ ਦੱਸੋ ਬਈ। ਹਾਂਜੀ ਨਕਲਾਂ ਲੱਗਦੀਆਂ ਸੀ। ਹੁਣ ਸਰੋਤੇ ਤੁਸੀਂ ਦੇਖ ਲਓ ਇੰਨੇ ਕਿਆ, 14 ਗੁਣ ਸਰੋਤੇ ਚਾਹੀਦੇ, 14 ਵਕਤ 'ਚ 28 ਗੁਣ ਹੁਣ ਫੇਰ ਗੱਲ ਬਣਨੀ ਹੈ।
ਹੁਣ ਮੇਰੇ ਪਾਸ ਟਾਈਮ ਨਹੀਂ, ਮੈਂ ਕੱਲੇ ਕੱਲੇ ਦੱਸ ਦਿਆਂ। ਜੇ ਸਾਨੂੰ ਕਹਿੰਦੇ ਅਸੀਂ ਚੁੱਪ ਕਰਕੇ ਬਹਿ ਜੰਨੇ ਆ, ਕਹਿੰਦੇ ਨੇ ਸਾਧ ਬੇਲੀਆਂ ਖਾਂਦੇ ਆ, ਫੌਜ ਵਾਲੇ ਵੀ ਤੁਹਾਡਾ ਹਾਲ ਨਹੀਂ ਪਾਉਂਦੇ। ਜੇ ਫੌਜ ਨਾ ਹੋਵੇ, 4 ਗੁੰਡੇ ਦੇਖ ਲਓ ਤਾਲਵਾਨਾਂ ਨੇ ਸੂਲੀ ਟੰਗੇ ਹੋਏ ਸਾਰੇ। ਫੌਜ ਹੀ ਆ ਜਿਹੜੀ ਥੰਮ ਰੱਖਦੀ ਆ। ਮੈਂ ਫੌਜੀ ਦਾ ਪੋਤਿਆਂ ਦੇ ਫੌਜੀ ਦਾ ਹੀ ਚੇਲਾ ਆ। ਚੇਲੇ ਵੀ ਅਸੀਂ ਫੌਜੀਆਂ ਦੇ ਹੀ ਆ, ਫੌਜੀ ਸਾਧਾਂ ਦੇ। ਕਹਿਣ ਤੋਂ ਭਾਵ ਸਾਧ ਸੰਗਤ ਜੀ, ਬਾਬਾ ਕਰਮ ਸਿੰਘ ਜੀ ਮਹਾਰਾਜ, ਉਹਨੀ ਸੁਪਾਰੀਆਂ ਪਾਨ ਚੱਬੇ, ਹਾਂਜੀ ਕੱਥੇ ਚੱਬੇ, ਵੀ ਗਲ ਸਾਫ਼ ਹੋਣ, ਜਰਾ ਲੈਚੀਆਂ ਲੂਚੀਆਂ ਖਾਧੀਆਂ, ਤੇ ਨਕਲੀ ਆ ਹੈ, ਨਕਲੀ ਆਪਾਂ ਨਕਲਾਂ ਆਪ ਲਵਾਉਣੇ ਆ। ਅਸ਼ਲੀਲਪਣਾ ਪੈਸੇ ਦੇ ਕੇ ਘਰਾਂ 'ਚ ਕਰਾਉਨੇ ਆ। ਤੇ ਆ ਜਿਹੜਾ ਮੇਕਅਪ ਦਾ ਸਮਾਨ ਹੈ ਸਾਰਾ ਅਸ਼ਲੀਲਪਣਾ ਹੀ ਆ। 3-3 ਘੰਟੇ ਡਰਾਇੰਗ ਰੂਮਾਂ 'ਚ ਬਹਿ ਕੇ ਆ ਬੀਬੀਆਂ ਦੇ ਭਰਵੱਟੇ ਮੁੰਨਣੇ ਤੇ ਕਰਜਨ ਫੈਸ਼ਨ ਦੀਆਂ ਬੁਲਬੁਲਾਂ ਬਣਾਉਣੀਆਂ, ਇਹ ਸਾਰਾ ਅਸ਼ਲੀਲਪਣਾ ਨਹੀਂ ਤੇ ਹੋਰ ਕੀ ਹੈ। ਕਲੱਬਾਂ ਪੱਬਾਂ 'ਚ ਬਹਿ ਕੇ ਸ਼ਰਾਬਾਂ ਬੋਤਲਾਂ ਪੀਣੀਆਂ, ਕਈ ਤਰ੍ਹਾਂ ਦੇ ਸਾਹ ਜੀ ਹੋਰ ਕਰਮ ਕਰਨੇ, ਇਹ ਕਿਆ ਅਸ਼ਲੀਲਪਣਾ ਨਹੀਂ? ਇਹ ਅਸ਼ਲੀਲਪਣਾ ਨਜ਼ਰ ਨਹੀਂ ਆ ਰਿਹਾ। ਜੋ ਅਸ਼ਲੀਲਪੁਣੇ ਨੂੰ ਰੋਕਣ ਵਾਸਤੇ ਵਿਚਾਰ ਦਿੱਤੀ ਜਾਂਦੀ ਹੈ, ਉੱਤੇ ਕਿੰਤੂ ਇਹ ਸਾਡੀ ਬੁੱਧੀ ਦੀ ਕਮਜ਼ੋਰੀ ਦਾ ਲੱਛਣ ਹੈ। ਅਸੀਂ ਇੰਨੇ ਅਸ਼ਲੀਲ ਹੋ ਗਏ, ਸਾਨੂੰ ਸਭ ਕੁਝ ਅਸ਼ਲੀਲ ਹੀ ਨਜ਼ਰ ਆਉਣ ਲੱਗ ਪਿਆ। ਜਿਹਨੂੰ ਪੀਲੀਆ ਹੋ ਜਾਏ ਨਾ, ਉਹਦੀ ਨਿਗਾਹ ਪਾਟਣ ਲੱਗ ਪੈਂਦੀ ਹੈ, ਇੱਕ ਚੰਦ ਦੇ ਕਈ ਦਿਸਣ ਲੱਗ ਪੈਂਦੇ। ਉਹਨੂੰ ਪੀਲੀਏ ਦੀ ਦਵਾਈ ਖਾ ਲੈਣੀ ਚਾਹੀਦੀ ਹੈ। ਤੇ ਜਿਹਦੇ ਮਨ 'ਚ ਆਪਣੀ ਕਮਜ਼ੋਰੀ ਆ, ਕਮਜ਼ੋਰੀ ਦੂਰ ਕਰ ਲੈਣੀ ਚਾਹੀਦੀ ਹੈ। ਜਦੋਂ ਦੂਰ ਹੋ ਜਾਏ, ਉਹਨੂੰ ਕਮਜ਼ੋਰੀ ਦਾ ਪੱਖ ਨਜ਼ਰ ਹੀ ਨਹੀਂ ਆਉਂਦਾ। ਉਹਦਾ ਕਹਿੰਦੇ ਫਰੀਦਾ ਹਮ ਸਭ ਤੇ ਬੁਰੇ, ਹਮ ਤਾਂ ਭਲੋ ਸਭ ਕੋਈ, ਜਿਹਨੇ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਵੀਰਾ ਆਪਨ ਬੁਰਾ ਮਿਟਾਵੇ, ਤਾਹੂ ਬੁਰਾ ਨਿਕਟ ਨਹੀਂ ਆਵੇ। ਦੇਖੋ ਮਹਾਂਪੁਰਖ ਕਹਿੰਦੇ ਮਹਾਰਾਜ ਹੁਣ ਸਾਰੀ ਰਾਤ ਆਹ ਕੰਮ ਚੱਲਣਾ, ਕਿਵੇਂ? ਤੇ ਮਹਾਂਪੁਰਖ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਭਲੀ ਕਰ ਸੀ, ਭਲਾ ਹੋ ਜਾ ਸੀ। ਉਹ ਹੁਣ ਜੀ ਆ ਗਏ ਤੇ ਹੁਣ ਗਾਉਣਾ ਹੁੰਦਾ ਰਗ ਦਾ ਹੀ ਰਾਗੀ ਹੈ। ਜੇ ਰਾਗੀ ਨਾ ਕੰਮ ਕਰੇ, ਰਾਗੀ ਕਾਹਦਾ? ਉਹ ਸੋਧੀ ਸਾਹਿਬ ਸਾਰਿਆਂ ਦੇ ਗਲ ਬਹਿ ਗਏ, ਆਵਾਜ਼ਾਂ ਇਹਨਾਂ ਨਿਕਲਣ। ਉਹ ਕਹਿੰਦੇ ਕਮਾਲ ਦੀ ਗੱਲ, ਪਹਿਲੀ ਵਾਰੀ ਗਲ ਬਹਿ ਗਏ, ਤੇ ਹੁਣ ਜਵਾਬ ਕੀ ਦੇਾਂਗੇ? ਜਿਹਨੇ ਅਖਾੜਾ ਲਾਇਆ ਪੈਸੇ ਤਾਂ ਹੀ ਮਿਲਣਗੇ ਜੇ ਤਿੱਖਾ ਗਾਵਾਂਗੇ, ਆਵਾਜ਼ਾਂ ਨਿਕਲਣਾ। ਉਹਨੇ ਇਹ ਕਾਰਨ ਕੀ ਬਣਿਆ? ਹੁਣ ਕਾਰਨ ਲਾਈਦੇ, ਕਹਿੰਦੇ ਕਾਰਨ ਇਹ ਹੋਇਆ, ਇੱਥੇ ਸਤਵਾਦੀ ਮਹਾਂਪੁਰਖ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਦੇ ਤਪ ਸਥਾਨ ਦੇ ਨੇੜੇ ਅਸੀਂ ਇਹ ਅਸ਼ਲੀਲਪੁਣੇ ਦਾ ਅਖਾੜਾ ਲਾਉਣ ਲੱਗੇ ਸੀ। ਇਹ ਸਾਨੂੰ ਖੁਦਾ ਦੀ ਮਾਰ ਵਗ ਗਈ ਹੈ, ਤਾਂ ਜ਼ਬਾਨਾਂ ਬੰਦ ਹੋ ਗਈਆਂ। ਇਕੱਠੇ ਹੋ ਕੇ ਆ ਗਏ, ਮਹਾਰਾਜ ਬਖਸ਼ ਲੋ। ਪਠਾਣਾ ਦਾ ਦੇਸ਼, ਅਫਗਾਨਿਸਤਾਨ ਦਾ, ਜਿੱਥੇ ਗਿੱਟਾ ਨੰਗਾ, ਕੋਈ ਨੰਗੀ ਲੱਤ ਨਹੀਂ ਨਿਕਲ ਸਕਦਾ, ਨੰਗੇ ਸਿਰ, ਇਤਨੀ ਸਖਤੀ। ਪਰ ਉੱਥੇ ਮਹਾਂਪੁਰਖ ਬੈਠਾ ਸੀ, ਬੁਕਿਆ ਸਿੰਘ ਅਜਾੜ ਵਿੱਚ ਸਭ ਮਰਗਾਵਲ ਭੰਨੀ ਜਾਏ। ਜਾਂ ਗੁਰੂ ਨਾਨਕ ਪਾਤਸ਼ਾਹ ਜਾਂ ਗੁਰੂ ਨਾਨਕ ਦੇ ਪਿਆਰੇ ਬਾਬਾ ਖੁਦਾ ਸਿੰਘ ਵਰਗਿਆਂ ਨੇ ਡਾਂਕੇ ਵਜਾਏ ਜਾ ਕੇ। ਸਾਧ ਸੰਗਤ ਜੀ ਹੁਣ ਆ ਗਏ, ਬੇਨਤੀਆਂ ਕਰਦੇ, ਮਹਾਰਾਜ ਸਾਡੀ ਰੋਜੀ ਮਾਰੀ ਜਾਣੀ ਹੈ, ਅਸੀਂ ਤਾਂ ਬਹੁਤ ਪੈਸਾ, ਸਾਤੋਂ ਗਲਤੀ ਹੋ ਗਈ, ਅਸੀਂ ਤਾਂ ਕੀਤਾ ਸੀ ਵੀ ਸੰਗਤ ਬਹੁਤ ਆਉਂਦੀ ਹੈ, ਕੋਈ ਸਾਡੇ ਵੱਲ ਨੂੰ ਵੀ ਆ ਜਾਣਗੇ, ਜਿਆਦੇ ਲੋਟੇ ਮਾਇਆ ਦੇ ਭਰਨਗੇ। ਮਹਾਂਪੁਰਖ ਕਹਿੰਦੇ ਤੁਸੀਂ ਖੁਦਾ ਦੀ ਉਸਤਤ ਕਰੋ, ਤੁਹਾਡੇ ਗਲ ਖੁੱਲ ਜਾਣਗੇ। ਇਹ ਅਸ਼ਲੀਲ ਗੀਤ ਨਾ ਗਾਓ। ਫਿਰ ਕਹਿੰਦੇ ਅਸੀਂ ਵੀ ਸੁਣਾਂਗੇ। ਉਹਨਾਂ ਜੀ ਮਾਫੀ ਮੰਗੀ, ਪ੍ਰਤੱਗਿਆ ਕੀਤੀ, ਅੱਜ ਤੋਂ ਬਾਅਦ ਅਸ਼ਲੀਲ ਗੀਤ ਨਹੀਂ ਗਾਵਾਂਗੇ, ਖੁਦਾ ਦੀ ਬੰਦਗੀ ਕਰਾਂਗੇ। ਉਹਨਾਂ ਨੇ ਫਿਰ ਗੁਰੂ ਨਾਨਕ ਪਾਤਸ਼ਾਹ ਖੁਦਾ ਦੀ ਉਸਤਤ ਚ ਕਵਾਲੀਆਂ ਗਾਈਆਂ ਤੇ ਮਹਾਂਪੁਰਖਾਂ ਨੇ ਵੀ ਸੁਣਿਆ ਤੇ ਸਦਾ ਵਾਸਤੇ ਗੁਰੂ ਦੀ ਉਸਤਤ ਵਾਲੇ ਬਣ ਗਏ। ਇਹ ਹੈ ਗੁਰਮੁਖ ਜਨਾਂ ਦੇ ਜੀਵਨ। ਸੋ ਇਸ ਕਰਕੇ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਸੋਝੀ ਤੇ ਸਮੱਤ ਦੇਣ। ਅਸੀਂ ਹਰ ਗੱਲ ਤੇ ਫੁੱਟ ਪਾ ਕੇ ਬਹਿ ਜੰਨੇ ਆ। ਕਿਸੇ ਪਾਸੇ ਦੇਖ ਲਓ, ਕੌਮ ਸਾਡੀ ਟੁਕੜੇ ਹੋਈ ਹੈ, ਅੰਦਰੋਂ ਤੇ ਬਾਹਰੋਂ ਸਿੱਖ ਧਰਮ ਦੇ ਬੜੇ ਮਾਰੂ ਹਮਲੇ ਹੋ ਰਹੇ ਆ। ਤੇ ਜੇ ਅਸੀਂ ਇਸੇ ਤਰ੍ਹਾਂ ਹੀ ਚੱਲਦੇ ਰਹੇ,
ਬਹੁਤ ਵੱਡਾ ਨੁਕਸਾਨ ਅਸੀਂ ਖਾ ਚੁੱਕੇ ਹਾਂ। ਅੱਗੇ ਵੀ ਖਤਰੇ ਦੀ ਘੰਟੀ ਤੁਹਾਡੇ ਸਿਰ ਤੇ ਹੈ, ਤੇ ਜੇ ਅਸੀਂ ਸੁਰੱਖਿਅਤ ਰਹਿਣਾ ਚਾਹੁੰਦੇ ਹਾਂ, ਜਥੇਬੰਦ ਹੋਵੋ। ਰਾਣਾ ਰੰਗ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ, ਔਰ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ। ਜੋ ਪਾਤਸ਼ਾਹ ਦਾ ਸਿਧਾਂਤ ਹੈ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ, ਉਹਦੇ ਅੱਗੇ ਅਰਦਾਸ ਕਰੋ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੇ ਤਿੱਤੈ ਲਿਹੋ ਉਬਾਰ। ਜਥੇਬੰਦ ਹੋਣਾ ਸਿੱਖੋ। ਫੁੱਟ ਵਿੱਚੋਂ ਕੀ ਨਿਕਲੇਗਾ? ਰਹਿਤ ਮਰਜ਼ਾਦਾ ਦੇ ਉੱਤੇ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ, ਟੀਕਾ ਟਿੱਪਣੀ ਦੇ ਤੇ ਵੀ ਕਰੀ ਜਾਂਦੇ ਆ। ਹੋ ਚੁੱਕੀ ਹੈ, ਕਈ ਕੁਝ ਹੋ ਚੁੱਕਾ, ਮੰਗਲ ਬਦਲੇਗਾ। ਕਿੰਨੀ ਜਦੋਜਹਿਦ ਹੋਈ, ਪੰਜਾਂ ਪਿਆਰਿਆਂ ਤੇ ਵੀ, ਪੰਜ ਬਾਣੀਆਂ ਉੱਤੇ ਵੀ, ਜਿਹੜੇ ਧਰਮ ਦਾ ਪ੍ਰਚਾਰ ਕਰਨ ਵਾਲੇ ਮਹਾਂਪੁਰਖ ਆ ਉਹਨਾਂ ਤੇ ਵੀ ਕਿੰਤੂ ਪਰੰਤੂ। ਕਿਉਂਕਿ ਕਈਆਂ ਦਾ ਤਾਂ ਸਵਾਇਆ ਰਸਾ ਚੱਬੀ ਜਾਣਾ। ਕਈ ਬੱਚਿਆਂ ਨੂੰ ਗੂਠਾ ਚੁੰਘਣ ਦੀ ਆਦਤ ਪੈ ਜਾਂਦੀ, ਦੁੱਧ ਤਾਂ ਨਿਕਲਦਾ ਨਹੀਂ, ਟਾਈਮ ਪਾਸ ਜ਼ਰੂਰ ਹੋ ਜਾਂਦਾ। ਗੱਜ ਕੇ ਬੋਲੋ। ਕਈ ਹੈਸ ਤਾਂ ਹੀ ਟਾਈਮ ਪਾਸ ਕਰਦੇ ਆ। ਬਾਣੀ ਪੜ੍ਹ ਕੇ ਕਰੋ, ਭਜਨ ਕਰਕੇ। ਜੇ ਕਿਸੇ ਨੂੰ ਕਲਮ ਦੀ ਬੁੱਧੀ ਦੀ ਸ਼ਕਤੀ ਦਿੱਤੀ ਆ, ਸਾਰੀ ਕੌਮ ਨਸ਼ੇ ਨੇ ਤਬਾਹ ਕਰ ਦਿੱਤੀ, ਫੈਸ਼ਨਾਂ ਨੇ ਤਬਾਹ ਕਰ ਦਿੱਤੀ। ਘਰ ਘਰ ਡਿਵੋਰਸ, ਜੰਮਦੀਆਂ ਕੁੜੀਆਂ ਮਾਰੀ ਜਾਂਦੇ ਆ, ਦਾਜ ਦਹੇਜਾਂ ਦੀਆਂ ਗੰਦੀਆਂ ਲਾਹਨਤਾਂ, ਆਤਮ ਘਾਤ ਦੀਆਂ ਬਿਮਾਰੀਆਂ, ਏਡ ਦੀਆਂ ਬਿਮਾਰੀਆਂ। ਸਾਧ ਸੰਗਤ ਜੀ, ਮਾਰ ਛਾਲਾਂ ਆ ਰਹੀਆਂ ਨੌਜਵਾਨਾਂ ਦੇ ਅੰਦਰ। 85% ਸਾਡੇ ਪੰਜਾਬ ਦੇ ਅੰਦਰ ਬੱਚੇ ਨਸ਼ਈ ਹੋ ਚੁੱਕੇ, 75% ਕੁੜੀਆਂ। ਉਹ ਬਿਮਾਰੀ ਇੱਧਰ ਨੂੰ ਵੀ ਛੂਤ ਦੀ ਆ ਰਹੀ ਹੈ, ਕਿਉਂਕਿ ਆਪਣਾ ਸੰਬੰਧ ਚੱਲਦਾ ਹੀ ਹੈ ਦੋਹਾਂ ਦੇਸਾਂ, ਜਿੱਥੇ ਵੀ ਅਸੀਂ ਬੈਠੇ ਹਰ ਪਾਸੇ। ਸੋ ਇਸ ਕਰਕੇ ਅੱਜ ਕੌਮ ਜਿਹੜੀ ਬਹੁਤ ਵੰਡੀਆਂ 'ਚ ਵੰਡਦੀ ਜਾ ਰਹੀ। ਛੋਟੀਆਂ ਛੋਟੀਆਂ ਸੰਸਥਾ, ਛੋਟੀਆਂ ਛੋਟੀਆਂ ਸੁਸਾਇਟੀਆਂ ਇੰਨੀਆਂ ਬਣ ਗਈਆਂ। ਕਹਿੰਦੇ 12 ਮੈਂ ਜੋਗੀ ਖੱਪ ਜਾਵੇ, ਸੰਨਿਆਸੀ 6-4। ਜੋਗੀ ਤਾਂ 12 ਪੰਥ ਸੀਗੇ, ਸੰਨਿਆਸੀਆਂ ਦੇ 10 ਸੀ, ਮੁਸਲਮ 72 ਫਿਰਕੇ। ਹੁਣ ਸਾਡੇ ਅੰਤੇ ਕੋਈ ਨਹੀਂ। ਜਿਹੜਾ ਜਾਂਦਾ ਸਾਧ ਸੰਗਤ ਜੀ ਆਪੋ ਆਪਣੇ ਬਣਾਈ ਜਾਂਦਾ। ਪਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਬੈਠੇ ਸੀ, ਕਹਿੰਦੇ ਅਫਸੋਸ ਅਫਸੋਸ ਅਫਸੋਸ। ਕਹਿੰਦੇ ਪਾਤਸ਼ਾਹ ਆਪਦੀ ਰਸਨਾ ਤੋਂ ਗੁਰੂ ਨਾਨਕ ਸਾਹਿਬ ਗੱਦੀ। ਕਹਿੰਦੇ ਭਾਈ ਇਹ ਗੁਰੂ ਨਾਨਕ ਨੇ ਸਿੱਖੀ ਦਾ ਜਹਾਜ਼ ਬਣਾਇਆ ਸੀ, ਬੇੜਾ ਫੁੱਟ ਗਿਆ। ਕਹਿੰਦੇ ਮਹਾਰਾਜ ਉਹੀ ਜੋਤ ਆ, ਇਹਨੂੰ ਫੇਰ ਕਾਇਮ ਕਰ ਦਿਓ। ਕਹਿੰਦੇ 10ਵੇਂ ਜਾਮੇ ਕਰਾਂਗੇ। 10ਵਾਂ ਜਾਮਾ ਕਰ ਗਿਆ, ਫੇਰ ਮਿਸਲਾਂ ਬਣੀਆਂ, ਖਾਲਸਾ ਰਾਜ ਆਇਆ। ਉਹ ਬੇੜਾ ਉਦੋਂ ਦਾ ਇਹੋ ਜਿਹਾ ਟੁੱਟਾ ਹੋਇਆ, ਬਾਬਾ ਵੀਰ ਸਿੰਘ ਵੀ ਤੋਪਾਂ ਦੇ ਗੋਲੇ ਨਾ ਉੜੇ। ਤੇ ਬਾਬਾ ਵੀਰ ਸਿੰਘ ਨੇ ਕਿਹਾ ਸੀ, ਜੱਟ ਜੱਟ, ਨਾਈ ਨਾਈ, ਚੀਰ ਚੀਰ, ਮੋਚੀ ਮੋਚੀ। ਮਾਰੇ ਨੰਬਰ ਛਕਾ ਕੇ ਖਾਲਸੇ ਬਣਾਏ ਸੀ, ਅਸੀਂ ਜਾਤਾਂ ਪਾਤਾਂ 'ਚ ਫੇਰ ਵੰਡ ਗਏ, ਤੇ ਗੁਰਦੁਆਰੇ ਜਾਤਾਂ ਦੇ ਨਾਂ ਤੇ ਬਣਨੇ ਸ਼ੁਰੂ ਹੋ ਗਏ। ਆ ਬੋਰਡ ਲੱਗੇ ਹੋਏ ਆ, ਆਪਣਾ ਇਲੈਕਸ਼ਨ ਤੇ ਖੜੇ ਆ। ਜਿਹੜਾ ਸਿੱਖਾਂ ਦਾ ਬੱਚਾ ਨਾਲ ਸਿੰਘ ਸ਼ਬਦ ਨਹੀਂ ਲਿਖਦਾ ਤੇ ਬੀਬੀ ਕੌਰ ਨਹੀਂ ਲਿਖਦੀ। ਵਿਆਹ ਹੁੰਦਾ ਕਾਰਡ ਛਪਦਾ, ਦਵਿੰਦਰ ਬਿੰਦ ਰਵਿੰਦਰ। ਇਹ ਨਹੀਂ ਪਤਾ ਕੁੜੀ ਕਿਹੜੀ ਆ ਤੇ ਮੁੰਡਾ ਕਿਹੜਾ। ਗੱਜ ਕੇ ਬੋਲੋ। ਮੁੰਡੇ ਦੀ ਮੁੰਡੇ ਨਾਲ ਸ਼ਾਦੀ ਹੋ ਰਹੀ ਆ ਕਿ ਕੁੜੀ ਦੀ ਕੁੜੀ ਨਾਲ ਹੋ ਰਹੀ ਹੈ। ਜਿਹਦਾ ਸਿੰਘ ਹੋਵੇ ਕੌਰ ਹੋਵੇ ਤਾਂ ਹੀ ਪਤਾ ਲੱਗੇ। ਤੰਦ ਨਹੀਂ ਟੁੱਟੇ, ਤਾਣੀਆਂ ਟੁੱਟੀਆਂ ਹੋਈਆਂ। ਜਿਹੜਾ ਗੰਢਣ ਗੰਢੀ ਹੈ। ਹੁਣ ਤਾਂ ਪਾਤਸ਼ਾਹ ਅੱਗੇ ਅਰਦਾਸ ਆ, ਹੁਣ ਭਾਲ ਬੁਕੁੰਨੀ ਹੋਈ, ਅੰਧੇਰੇ ਰਾਹ ਨਾ ਕੋਈ, ਕੂੜ ਅਮਾਵਸ ਸੱਚ ਚੰਦਰਮਾ, ਦੀਸੈ ਨਾਹੀਂ ਕਹਿ ਚੜਿਆ। ਉਹ ਹਾਲਤ ਬਣਦੀ ਜਾ ਰਹੀ ਹੈ। ਇਸ ਕਰਕੇ ਗੁਰਮੁਖ ਪਿਆਰਿਓ, ਬਾਕੀ ਸਾਰੀਆਂ ਕੌਮਾਂ ਕਿੰਨੀ ਤਰੱਕੀ ਪ੍ਰਗਤੀ ਵੱਲ ਜਾ ਰਹੀਆਂ, ਪਰ ਸਾਡੀ ਕੌਮ ਕਿਉਂ ਮਾਰ ਖਾ ਰਹੀ? ਸਿੱਖ ਬਹਾਦਰ ਆ। ਸਿੱਖਾਂ ਨੇ ਦੁਨੀਆ ਦੇ ਜੰਗਲ ਕੱਟ-ਕੱਟ ਆਬਾਦ ਕੀਤੇ, ਸਿੱਖਾਂ ਦੀਆਂ ਕੁਰਬਾਨੀਆਂ ਵਾਧਿਆ। ਸਿੱਖਾਂ ਨੇ ਬੜੇ ਮਹਾਂਪੁਰਖ, ਸੂਰਮੇ, ਦਾਨੀ, ਤਿਆਗੀ ਪੈਦਾ ਕੀਤੇ, ਔਰ ਸਿੱਖਾਂ ਨੇ ਬੜੇ ਡਾਕਟਰ, ਫਿਲਾਸਫਰ, ਸੰਗੀਤਕਾਰ ਪੈਦਾ ਕੀਤੇ। ਸਿੱਖਾਂ ਨੇ ਬੜੀਆਂ ਲੜਾਈਆਂ ਦੇ ਵਿੱਚ ਵਿਜੈ ਪ੍ਰਾਪਤ ਕੀਤੀ। ਮਾਰ ਕਿਉਂ ਖਾ ਰਹੇ ਆ? ਇੱਕ ਤਾਂ ਸ਼ਰਾਬ ਦੀ ਬੋਤਲ ਨਹੀਂ ਖੜਾ ਛੱਡਦੇ, ਦੂਜਾ ਫੁੱਟ ਬਹੁਤ ਹੈ, ਤੀਜਾ ਕਿਸੇ ਸਿਆਣੇ ਨੂੰ ਪੱਲੇ ਨਹੀਂ ਬੰਨ੍ਹਦੇ। ਗੱਜ ਕੇ ਬੋਲੋ। ਸਿਆਣੇ ਦੀ ਖਿੱਲੀ ਉਡਾਉਂਦੇ ਆ। ਜੇ ਕਿਸੇ ਸੂਝਵਾਨ ਬੰਦੇ ਤੋਂ ਗਾਈਡਲਾਈਨਸ ਲੈ ਕੇ ਤੁਰਾਂਗੇ, ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਕੋਲ ਗਿਆਨ ਦਾ ਭੰਡਾਰ ਆ, ਪਰ ਇਸ ਗਿਆਨ ਨੂੰ ਦੇਣ ਵਾਲੇ ਵੀ ਚਾਹੀਦੇ ਆ ਕਿ ਨਹੀਂ?
ਗੁਰੂ ਗ੍ਰੰਥ ਸਾਹਿਬ ਮਹਾਨ ਆ, ਇਹਦੀ ਮਹਾਨਤਾ ਕੋਈ ਦੱਸੂਗਾ ਤੇ ਪਤਾ ਲੱਗੇਗਾ। ਇਹਦੇ ਸਤਿਕਾਰ ਦਾ, ਇਹਦੇ ਪਿਆਰ ਦਾ, ਇਹਦੀ ਸੇਵਾ ਦਾ, ਹਾਂਜੀ, ਫੇਰ ਹੀ ਸਾਨੂੰ ਸਿੱਖਿਆ ਮਿਲੇਗੀ ਦੀ ਸੇਵਾ ਕਿਵੇਂ ਕਰਨੀ। ਆਮ ਬੰਦਾ ਤੇ ਪ੍ਰਕਾਸ਼ ਵੀ ਨਹੀਂ ਕਰ ਸਕਦਾ, ਸੁੱਖ ਆਸਣ ਵੀ ਨਹੀਂ, ਆਦਬ ਸਤਿਕਾਰ ਨਹੀਂ, ਧੂਫ ਬੱਤੀ ਕਰਨੀ, ਭੋਗ ਲਵਾਉਣਾ, ਮਾਰੀ ਪੂਜਾ ਕਰਨੀ ਆ, ਪਾਠ ਮਰਜ਼ਾਦਾ ਕਰਨੀ, ਸੰਥਾ ਪੰਥਾ ਹਰ ਚੀਜ਼ ਜਿਹੜੀ ਆ ਫੇਰ ਵੀ ਕਿਸੇ ਨਾ ਕਿਸੇ ਤੋਂ ਸਿੱਖਣੀ ਪਊਗੀ। ਆ ਸਾਨੂੰ ਆਇਆਂ ਨੂੰ ਅੱਧੀ ਸਦੀ ਹੋ ਗਈ ਹੈ, ਹਾਲੇ ਵੀ ਕਈ ਵਾਰੀ ਡਰੀ ਦਾ ਮਹਾਰਾਜ ਤੋਂ ਤਰਾਫਤਰਾ ਤੁਹਾਡੀ ਸੇਵਾ ਕੋਈ ਫਰਕ ਨਾ ਰਹਿ ਜਾਏ। ਸੰਗਤ ਅੱਗੇ ਵੀ ਹੱਥ ਜੋੜ ਕੇ ਖੜੀ ਦਾ, ਕੋਈ ਸੰਗਤ ਦਾ ਤਿਰਸਕਾਰ ਨਾ ਹੋ ਜਾਏ, ਕੋਈ ਅਸੀਂ ਗੁਰਮਤਿ ਤੋਂ ਉਲਟ ਕੰਮ ਨਾ ਕਰ ਬੈਠੇ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਇਹ ਤਾਂ ਬਹੁਤ ਸੂਝ ਬੂਝ ਦਾ ਮਾਰਗ ਹੈ। ਕਬੀਰ ਸਾਹਿਬ ਕਹਿੰਦੇ ਆ, ਜਬ ਕਿਸ ਜਾਣੇ ਨੇ ਤਬ ਸੁਖ ਨੀਂਦ ਬਿਹਾਏ, ਅਬ ਜੋ ਬੂਝਾ ਬੂਝਣਾ ਪੂਰੀ ਪਰੀ ਬੁਲਾਏ। ਕਹਿੰਦੇ ਜੇ ਜਾਣਦੇ ਨਾ ਕੁਛ ਵੀ, ਖਾ ਲਿਆ ਸੌ ਲਿਆ ਇੰਨਾ ਕੁ ਜੀਵਨ ਸੀ। ਕਹਿੰਦੇ ਜਿੱਦਣ ਦਾ ਹੁਣ ਸੂਝ ਆਈ ਹੈ, ਇੱਕ ਇੱਕ ਪੈਰ ਸੋਚ ਕੇ ਰੱਖਣਾ ਪੈਂਦਾ, ਇੰਨੀ ਸਮਝਦਾਰੀ ਦੇ ਨਾਲ ਚੱਲਣਾ ਪੈਂਦਾ। ਸਾਡੀ ਸਾਰਿਆਂ ਨਾਲੋਂ ਛੋਟੀ ਕੌਮ ਆ, ਉਹ ਵੀ ਸਾਰੇ ਦੇਸ਼ਾਂ ਵਿੱਚ ਖਿਲਰੀ ਹੋਈ ਹੈ। ਦੇਸ਼ਾਂ ਦਾ ਵਾਤਾਵਰਨ ਦਿਨੋਂ ਦਿਨ ਵਿਗੜਦਾ ਜਾ ਰਿਹਾ, ਹਾਲਾਤ ਇੰਨੇ ਗੰਭੀਰ ਹੁੰਦੇ ਜਾ ਰਹੇ ਆ। ਤੇ ਜੇ ਤੁਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਾਂਗੇ, ਕੱਲ ਨੂੰ ਸੰਕਟ ਦੀ ਘੜੀ ਆ ਗਈ ਤੇ ਦੱਸੋ ਕੌਣ ਸੰਭਾਲੇਗਾ। ਹਿੰਦੁਸਤਾਨ ਦੀ ਗੁਲਾਮੀ ਦਾ ਕਾਰਨ ਇਹ ਸੀ, ਉਹ ਜਿਹੜੇ ਬੜੇ ਬੜੇ ਰਜਵਾੜੇ ਸੀ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ। ਜੈ ਚੰਦ ਨੇ ਆਪਣੀ ਕਿਰਤ ਕੱਢਣ ਲਈ 850 ਸਾਲ ਮੁਗਲਾਂ ਦੀ ਝੋਲੀ 'ਚ ਹਿੰਦੁਸਤਾਨ ਪਾਤਾ। ਫਿਰ 3 ਸਦੀਆਂ ਤੋਂ ਬਾਅਦ ਗੋਰਿਆਂ ਦੇ ਰਿਹਾ। ਫਿਰ ਨੌਜਵਾਨ ਕਾਲਜਾਂ ਦੇ ਮੁੰਡੇ ਉੱਠੇ, ਪੜ੍ਹੇ ਲਿਖੇ, ਉਹਨੇ ਉੱਠ ਕੇ ਅੰਦੋਲਨ ਸ਼ੁਰੂ ਕੀਤੇ। ਭਗਤ ਸਿੰਘ, ਊਧਮ ਸਿੰਘ ਆਦਿਕ ਹੋਰ ਕਿੰਨੇ ਕੁ ਗਿਣਾ। ਤੇ ਸਾਧ ਸੰਗਤ, ਇਹ ਨਹੀਂ ਕਿ ਗਾਂਧੀ ਦੇ ਚਰਖੇ ਨਾਲ ਰਾਜ ਮਿਲ ਗਿਆ, ਪਤਾ ਨਹੀਂ ਕਿ ਖਾਲਸਿਆਂ ਨੂੰ ਕਿੰਨਾ ਕੁ ਖੂਨ ਹੁਣ ਤੱਕ ਡੋਲਣਾ ਪਿਆ। ਇਹ ਆਜ਼ਾਦੀ ਦੇ ਆਨੰਦ ਫੋਕੇ ਨਹੀਂ। ਆਜ਼ਾਦੀ ਦਿਵਾਉਣ ਵਾਲਾ ਕੌਣ ਆ ਤੇ ਆਜ਼ਾਦੀ ਦੀਆਂ ਬਹਾਰਾਂ ਲੁੱਟਣ ਵਾਲਾ ਕੌਣ ਆ, ਇਹ ਗੱਲ ਅਸੀਂ ਸਮਝਦੇ ਨਹੀਂ। ਜੇ ਸਮਝ ਵਿੱਚ ਆ ਜਾਏ ਤੇ ਅਸੀਂ ਜਥੇਬੰਦ ਹੋ ਕੇ ਤੁਰ ਪਈਏ। ਆ 84 ਚ ਕੀ ਕੁਝ ਹੋਇਆ, ਕੀ ਕੁਝ ਹੋ ਰਿਹਾ, ਹਾਲੇ ਵੀ ਸਮਝ ਨਹੀਂ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸ਼ਰਾਬਾਂ, ਭੰਗੜੇ, ਨਾਚ ਮੁਜਰੇ, ਡਾਂਸ, ਕਲੱਬਾਂ ਪੱਬਾਂ 'ਚ ਹਾਲੇ ਵੀ ਅਸੀਂ ਸਮਝੇ ਨਹੀਂ। ਅਬਨਾ ਭਜਸ ਭਜਸ ਕਾ ਭਾਈ, ਆਵੇ ਅੰਤ ਨਾ ਭਜਿਆ ਜਾਈ। ਸਮਝਣ ਦੀ ਕੋਸ਼ਿਸ਼ ਕਰੋ, ਨਹੀਂ ਤਾਂ ਫਿਰ ਜਨ ਭਗਤ ਨੂੰ ਕੋ ਕਹੋ ਨਾ ਮੰਨੋ, ਤੇ ਫਿਰ ਕੀਤੋ ਆਪ ਨੂੰ ਪਈ ਹੈ, ਭੋਗਣਾ ਪੈਂਦਾ ਹੈ। ਸਿਆਣਾ ਬੰਦਾ ਤਾਂ ਕਹਿ ਜਾਂਦਾ। ਸਾਨੂੰ ਸਿਆਣਿਆਂ ਨੇ ਸਿੱਖਿਆ ਦਿੱਤੀ, ਮਹਾਂਪੁਰਖਾਂ ਨੇ। ਆਪ ਤੇ ਭਾਵੇਂ ਉਹਨੇ ਸਿਆਣੇ ਨਹੀਂ, ਪਰ ਸਿਆਣਿਆਂ ਕੋ ਬੈਠਦੇ ਹੁੰਦੇ ਸੀ। ਗੱਜ ਕੇ ਬੋਲੋ, ਸਿਆਣੇ ਕੋ ਬਹਿਣਾ ਵੀ ਥੋੜੀ ਥੋੜੀ ਅਕਲ ਆ ਜਾਂਦੀ ਹੈ। ਸਿਆਣੇ ਪੁਰਸ਼ਾਂ ਦੀ 100 ਮੂਰਖਾਂ ਨਾਲੋਂ ਇੱਕ ਸਿਆਣੇ ਦੀ ਸੰਗਤ ਕਰਨੀ ਚੰਗੀ ਹੈ। ਔਰ ਉਹਨਾਂ ਬੰਦਿਆਂ ਦੀ ਸਿੱਖਿਆ ਸੁਣੋ ਜਿਹੜੇ ਤੁਹਾਡੇ ਏਕਤਾ ਕਰਦੇ ਆ, ਜਿਹੜੇ ਤੁਹਾਨੂੰ ਪਾੜਦੇ ਆ, ਲੀਰੋ ਲੀਰ ਕਰਦੇ ਆ, ਚਾਹੇ ਧਰਮ ਦੇ ਨਾਂ ਤੇ ਹੈ, ਚਾਹੇ ਧਰਮ ਸ਼ਾਸਤਰਾਂ ਦੇ ਨਾਂ ਤੇ ਹੈ, ਚਾਹੇ ਮਰਜ਼ਾਦਾ ਦੇ ਨਾਂ ਤੇ ਹੈ। ਉਹਨਾਂ ਤੋਂ ਕਿਨਾਰਾ ਕਸ਼ੀ ਕਰੋ, ਸਾਵਧਾਨੀ ਨਾਲ ਚੱਲੋ। ਇੱਕ ਸੂਈ ਹੁੰਦੀ ਹੈ, ਇੱਕ ਕੈਂਚੀ ਹੁੰਦੀ ਹੈ। ਸੂਈ ਤਾਂ ਦਰਜੀ ਨੇ ਪੱਗ ਤੇ ਟੰਗੀ ਹੁੰਦੀ ਹੈ, ਕੈਂਚੀ ਪੈਰਾਂ 'ਚ ਰੁਲਦੀ ਹੈ। ਕੈਂਚੀ ਲੀਰਾਂ ਕਰਦੀ ਹੈ, ਉਹ ਸੀਂਦੀ ਹੈ। ਇਹ ਨੁਕਤਾ ਸਿੱਖੋ। ਇੱਕ ਛੱਜ ਹੁੰਦਾ, ਕਿ ਛਾਨਣੀ ਹੁੰਦੀ ਹੈ। ਛੱਜ ਕੀ ਕਰਦਾ, ਰੁਆੜੀ ਪਿਆਜੀ ਕੱਢ ਕੇ ਬਾਹਰ ਘੁੰਡੀਆਂ ਸੜਦਾ, ਤੇ ਛਾਨਣੀ ਦਾਣੇ ਛਾਣ ਦਿੰਦੀ ਹੈ, ਰੋੜ ਰੱਖ ਲੈਂਦੀ ਹੈ। ਛੱਜ ਵਾਂਗੂ ਬਰਾਈ ਕੱਢ ਕੇ ਬਾਹਰ ਸੁੱਟਿਓ, ਤੇ ਛਾਨਣੀ ਵਾਂਗੂ ਰੋੜ ਕੰਕਰ ਨਾ ਸਾਂਭ ਕੇ ਰੱਖ ਲਿਓ। ਇਹ ਨੁਕਤਾ ਅੱਜ ਲੈ ਕੇ ਜਾਣਾ ਅਤੇ ਇਸੇ ਦਾ ਅੱਗੇ ਪ੍ਰਚਾਰ ਕਰਨਾ। ਮੈਂ ਜਾਂ ਸੋਧੀ ਰੋਜ਼ ਤੁਹਾਡੇ ਦਰਮਿਆਨ ਨਹੀਂ ਆ ਸਕਦੇ, ਜਾਂ ਹੋਰ ਮਹਾਂਪੁਰਖ। ਦੁਨੀਆ ਕਿੱਥੇ ਤੱਕ ਹੈ, ਸਾਰੇ ਘੁੰਮਣਾ ਹੋਇਆ, ਸਾਰੇ ਜਾਣਾ ਹੋਇਆ। ਆਪਣਾ ਦੇਸ਼ ਹੀ ਬਹੁਤ ਹੈ ਪ੍ਰਚਾਰ ਲਈ, ਬਹੁਤ ਔਖਾ ਹੈ। ਪਰ ਚੰਦ ਦਿਨ ਆ, ਜਿਹੜੀ ਸਿੱਖਿਆ ਬਾਣੀ ਦੇ ਆਧਾਰ ਤੇ ਦਿੱਤੀ ਜਾਂਦੀ ਹੈ, ਇਹਨੂੰ ਗ੍ਰਹਿਣ ਵੀ ਕਰੋ, ਚੇਤੇ ਵੀ। ਪਰਿਵਾਰ ਚ ਲਿਆਓ, ਰਿਸ਼ਤੇਦਾਰਾਂ, ਮਿੱਤਰਾਂ, ਕੌਮ ਤੱਕ ਲਿਜਾਓ, ਫੇਰ ਚੜ੍ਹਦੀ ਕਲਾ ਹੋਏਗੀ। ਸਾਰੇ ਪ੍ਰਚਾਰਕ ਬਣ ਜਾਓ, ਬਣੋ ਨੇਕੀ ਦੇ। ਜੇ ਕਿਸੇ ਨੂੰ ਵਿਦਵਤਾ ਦਿੱਤੀ ਹੈ, ਉਹ ਆਪਣੀ ਕਲਮ ਨੂੰ ਕੌਮ ਦੀ ਚੜ੍ਹਦੀ ਕਲਾ, ਬੁਰਾਈ ਛਡਾਉਣ ਵਾਲੇ ਪਾਸੇ, ਨਸ਼ੇ ਛਡਾਉਣ ਵਾਲੇ, ਕੁਕਰਮ ਛਡਾਉਣ ਵਾਲੇ, ਹਾਂਜੀ, ਚੰਗਾ ਆਚਾਰ ਪੈਦਾ ਕਰਨ ਲਈ ਲਿਖੋ, ਚੰਗਾ ਜੀਵਨ ਬਣਾਉਣ ਲਈ, ਗੁਰਸਿੱਖੀ ਵਧਾਉਣ ਲਈ, ਸ਼ਰਧਾ ਭਗਤੀ, ਪ੍ਰੇਮਾ ਭਗਤੀ, ਗਿਆਨ ਦਾ, ਧਰਮ ਦਾ, ਸਿੱਖ ਦੀ ਆਰਥਿਕ ਦਸ਼ਾ ਨੂੰ, ਰਾਜਨੀਤਿਕ, ਸਮਾਜਿਕ, ਵਿਵਹਾਰਕ ਦਸ਼ਾ, ਪਰਮਾਰਥੀ ਦਸ਼ਾ ਨੂੰ ਮਹਾਨ ਬਣਾਉਣ ਵਾਸਤੇ ਲਿਖੋ। ਜੇ ਨਾ ਲਿਖਣਾ, ਅਸੀਂ ਉਹਨਾਂ ਵਿਦਵਾਨਾਂ ਦਾ ਸਤਿਕਾਰ ਕਰਾਂਗੇ।
ਉਹਨਾਂ ਨੂੰ ਸਟੇਜਾਂ ਦੇ ਸਰੂਪੇ ਵੀ ਦੇਵਾਂਗੇ। ਤੇ ਜਿਹੜੇ ਕੌਮ ਨੂੰ ਲੀਰੋ ਲੀਰ ਕਰਦੇ ਆ ਉਹਨਾਂ ਨੂੰ ਗੁਰੂ ਮਹਾਰਾਜ ਨਹੀਂ ਬਖਸ਼ਣਗੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆ ਹੁਣ ਸ਼ਬਦ ਸਾਰੇ ਗੱਜ ਵੱਜ ਕੇ ਬੋਲਿਓ ਤਿੰਨਾਂ ਹਿੱਸਿਆਂ 'ਚ, ਤੇ ਉਹ ਤੋਂ ਬਾਅਦ ਫਿਰ ਆਪ ਜੀ ਤੋਂ ਛੁੱਟੀ ਲੈਣੀ ਹੈ ਤੇ ਖਿਮਾ ਵੀ, ਕਿਉਂਕਿ ਫਿਰ ਮੇਰੀ ਫਲਾਈਟ ਹੈ ਤੇ ਸਮਾਂ ਇਜਾਜ਼ਤ ਨਹੀਂ ਦਿੰਦਾ। ਤੇ ਸੋਧੀ ਸਾਹਿਬ ਜੀ ਦਾ, ਪ੍ਰਬੰਧਕਾਂ ਦਾ, ਸਾਰੀਆਂ ਸੰਗਤਾਂ ਦਾ, ਨਿਹੰਗ ਸਿੰਘ ਜੀ, ਸਾਰੇ ਸੇਵਾਦਾਰ ਛੋਟੇ ਵੱਡੇ ਸਾਰਿਆਂ ਦਾ, ਦੇਸ਼ ਵਾਸੀਆਂ ਦਾ, ਪ੍ਰਦੇਸ਼ ਵਾਲਿਆਂ ਦਾ, ਤੁਸੀਂ ਇਹਨਾਂ ਦੇ ਨਿਸ਼ਾਨ ਚਲਾਏ ਹੈ। ਗੁਰਦੁਆਰੇ ਸੰਗਤ ਪੰਗਤ ਦੀ ਪ੍ਰਥਾ ਤੇ ਗਿਆਨੀ ਸਿੰਘ ਜਿੰਨੇ ਆ ਕੇ ਇੱਥੇ ਧਰਮ ਪ੍ਰਚਾਰ ਕਰਦੇ ਆ। ਟਕਸਾਲ ਵਾਲੇ ਸਿੰਘਾਂ ਨੂੰ ਵੀ ਇਹ ਨਿਮਰਤਾ ਸਹਿਤ ਹੀ ਪ੍ਰੇਰਨਾ ਕਰਾਂਗਾ ਕਿ ਤੁਸੀਂ ਵੀ ਫੁੱਟ ਦਾ ਸ਼ਿਕਾਰ ਨਾ ਹੋ। ਉੱਥੇ ਬਲੈਚ ਵੀ ਬੜਾ ਇਕੱਠੇ ਕਰਦੇ ਆਏ ਆ, ਗੁਰਮੁਖੋ ਸਤਿਕਾਰ ਘਟੂਗਾ। ਇੱਥੇ ਵੀ ਰਲ ਮਿਲ ਕੇ ਚੱਲੋ। ਖਾਬ ਹੈ ਖਰਚ ਹੈ ਰਲ ਮਿਲ ਭਾਈ, ਟੋਟ ਨਾ ਵੱਧ ਹੋ ਜਾਏ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਦਿਆਰ। ਰਲ ਮਿਲ ਕੇ ਚੱਲੋ, ਪ੍ਰੇਮ ਨਾਲ ਚੱਲੋ। ਮਹਾਰਾਜ ਨੇ ਕੌਤਕ ਕੀਤਾ ਸੀ ਨਾ, ਚੌਲ ਬਣਾਏ, ਇੱਕ ਦਿਨ ਕੁੱਤੇ ਛੱਡਤੇ। ਉਹ ਖਾਣਾ ਦਾ ਕੀ, ਕੁੱਤੇ ਦਾ ਕੁੱਤਾ ਬੈਰੀ, ਵੱਡ ਵੱਡ ਲਹੂ ਲੁਹਾਨ ਹੋ ਗਿਆ। ਦੂਏ ਦਿਨ ਹਰਨ ਛੱਡੇ, ਉਹ ਢਿੱਡ ਭਰ ਕੇ ਚਲਾ ਗਿਆ ਪੂਛਾਂ ਲਾਉਂਦੇ। ਮਹਾਰਾਜ ਕਹਿੰਦੇ ਜੇ ਤਾਂ ਐਵੇਂ ਹਰਨਾਂ ਵਾਲੀ ਵਿਰਤੀ ਧਾਰੋਗੇ ਨਾ, ਏਕਤਾ ਵਾਲੀ, ਢਿੱਡ ਭਰੋਗੇ, ਮੌਜਾਂ ਲੁੱਟੋਗੇ। ਤੇ ਜੇ ਕੂਕਰ ਵਿਰਤੀ ਧਾਰੀ, ਆਖ ਲੋ ਲਹੂ ਲੁਹਾਨ ਹੋ ਗਿਆ ਵੱਡ ਵੱਡ ਕੇ। ਏਕਤਾ ਸਿੱਖਿਓ, ਇਤਫਾਕ ਸਿੱਖਿਓ, ਰਲ ਮਿਲ ਕੇ ਚੱਲਣਾ ਸਿੱਖਿਓ। ਦਸਮ ਪਾਤਸ਼ਾਹ ਤਾਂ ਬਹੁਤ ਕੁਝ ਕਰਕੇ ਗਏ, ਸਾਨੂੰ ਸਮਝਾ ਕੇ ਗਏ, ਕਿਰਪਾ ਕਰਕੇ ਗਏ ਆ। ਹੁਣ ਦੇਖੋ ਬਾਣੀ 'ਚ ਹੈ, ਗੁਰਮੰਤਰਹੀਣ ਜੋ ਪ੍ਰਾਣੀ, ਤਰਗੰਤ ਜਨਮ ਭ੍ਰਸ਼ਟ ਨੇ, ਕੂਕਰਿਆ ਸੂ ਕਿੰਨੇ ਕਰੜੇ ਸ਼ਬਦ। ਜੇ ਕਹੀਏ ਮਹਾਰਾਜ ਨੇ ਇਹ ਕਿਉਂ ਲਿਖਿਆ, ਅਸੰਖ ਮੂਰਖੰਦ ਘੋਰ, ਅਸੰਖ ਚੋਰ ਹਰਾਮ ਖੋਰ। ਮਹਾਰਾਜ ਨੇ ਜੋ ਲਿਖਿਆ ਸਹੀ ਲਿਖਿਆ, ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾਹੀਂ। ਹੂੰ ਆਪਹੁ ਬੋਲਣਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੋ ਹੁਕਮ ਆ। ਹੁਕਮ ਦੇ ਉੱਤੇ ਕੋਈ ਕਿੰਤੂ ਪਰੰਤੂ ਹੁੰਦੀ ਹੀ ਨਹੀਂ। ਸੋਨੇ ਦੇ ਉੱਤੇ ਕਦੀ ਮਲਮਾ ਨਹੀਂ ਜੇ ਚੜਦਾ। ਗੱਜ ਕੇ ਬੋਲੋ। ਜਿੰਨਾ ਮਰਜੀ ਜ਼ੋਰ ਲਾਈ ਜਾਂਦੇ ਆ, ਬਾਣੀ ਬਾਣੀ ਰਹਿਣੀ ਹੈ। ਬਾਣੀ ਦੇ ਕਰਤੇ ਨੇ ਉਹੀ ਰਹਿਣਾ, ਮਾਨਤਾ ਰਹਿਣੀ। ਦੇਖੋ ਤੋਜ ਕੇ ਜਹਾਂਗੀਰੀ ਆ ਸੋਧੀ ਸਾਹਿਬ, ਜਹਾਂਗੀਰ ਮੌਕੇ ਦਾ ਡਿਕਟੇਟਰ ਬਾਦਸ਼ਾਹ, ਉਹ ਗੁਰੂ ਅਰਜਨ ਸਾਹਿਬ ਨੂੰ ਲਿਖਦਾ ਕਿ ਬਿਆਸ ਦੇ ਕਿਨਾਰੇ ਅਰਜਨਮਲ ਨਾਮ ਦਾ ਧਾੜਵੀ ਰਹਿੰਦਾ, ਡਾਕੂ ਰੱਖੇ ਆ, ਭੋਲੇ ਪਾਲੇ ਮੁਸਲਮਾਨ ਹਿੰਦੂ ਵੀ ਵਾਹ ਕਰਦਾ। ਇਹ ਕੁਫਰ ਦੀ ਦੁਕਾਨ ਮੈਂ ਬੰਦ ਕਰਨੀ, ਮੁਰਤਿਆਂ ਤੋਂ ਵਾਲੇ, ਇੰਨੀ ਸਜ਼ਾ, ਇੰਨਾ ਜੁਰਮਾਨਾ, ਜਾਂ ਮੁਸਲਮਾਨ ਹੁਣ ਕਰਾਮਾਤ। ਇਹ ਲਿਖਿਆ ਉਹ ਪਤਾ ਨਹੀਂ ਕਿਹੜੀ ਲਾਇਬ੍ਰੇਰੀ 'ਚ ਸੇਂਕ ਉਹਨੂੰ ਖਾਂਦੀ ਹੋਣੀ ਆ। ਤੇ ਦੂਏ ਪਾਸੇ ਭੱਟਾ ਨੇ ਵੀ ਲਿਖਿਆ, ਰਚਨਾ ਇੱਕੋ ਹੀ ਟਾਈਮ ਦੀ ਹੈ, ਸੁਣੋ ਧਿਆਨ ਨਾਲ। ਅੰਤ ਨਾ ਪਾਵਤ ਦੇਵ ਸਭੈ, ਮੁਨ ਇੰਦਰ ਮਹਾਸਿਵ ਜੋਗ ਕਰੀ, ਫੁਨ ਬੇਦ ਬਰਾਂਚ ਵਿਚਾਰ ਰਹਿਓ, ਹਰ ਜਾਪ ਨ ਛਾੜਿਓ ਇਹ ਕਰੀ, ਮਥਰਾ ਜਨ ਕੋ ਦੀਨ ਦਿਆਲ ਹੈ, ਸਭ ਸੰਗਤ ਸ੍ਰੇਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਸੋ ਅਰਜਨ ਮਹ। ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਜਾ ਰਿਹਾ, ਚੌਰ ਹੋ ਰਿਹਾ, ਉੱਥੇ ਭੱਟਾਂ ਦੀ ਬਾਣੀ ਤੇ ਵੀ ਹੋ ਰਿਹਾ। ਜਹਾਂਗੀਰ ਦੀ ਜਿਹੜੀ ਰਚਨਾ ਲਾਇਬ੍ਰੇਰੀ ਪਈ, ਉਹਨੂੰ ਪੁੱਛਦਾ ਕੋਈ ਨਾ। ਮੌਕੇ ਦਾ ਬਾਦਸ਼ਾਹ, ਭੱਟ ਵਿਚਾਰੇ ਗਰੀਬ ਸੇਵਾਦਾਰ ਆ। ਇਸ ਤਰ੍ਹਾਂ ਬਹੁਤ ਲੋਕ ਲਿਖੀ ਜਾਂਦੇ ਆ, ਉਹਦਾ ਕੋਈ ਮੁੱਲ ਨਹੀਂ, ਬੋਲੀ ਜਾਂਦੇ ਆ। ਕਾਮਾਂ ਰੋਲੀ ਪਾਉਂਦੇ ਆ, ਉਹਦਾ ਕੀ ਮੁੱਲ ਆ? ਕਾਮਾਂ ਦੇ ਗਏ ਢੱਗੇ ਨਹੀਂ ਮਰਦੇ। ਬਹੁਤਾ ਫਿਕਰ ਕਰਨ ਦੀ ਵੀ ਲੋੜ ਨਹੀਂ ਹੁੰਦੀ। ਪਰ ਗੁਰਬਾਣੀ ਦੇ ਉੱਤੇ ਮਲਮਾ ਨਹੀਂ ਜੇ ਚੜਦਾ। ਇਹ ਸੱਚੇ ਪਾਤਸ਼ਾਹ ਦੀ ਆਪਣੀ ਰਚਨਾ, ਉਹ ਆਪਣੀ ਬਾਣੀ ਦੇ ਮਾਲਕ ਆਪ ਆ, ਤੇ ਸਾਨੂੰ ਫਿਕਰ ਕਾਹਦਾ? ਕਈ ਕਹਿੰਦੇ ਜੀ ਆਹ ਗ੍ਰੰਥ ਫਲਾਨਾ। ਮੈਂ ਕਿਹਾ ਬਾਣੀ ਨੇ ਸਾਡੀ ਰੱਖਿਆ ਕਰਨੀ, ਕਸੀ ਬਾਣੀ ਦੀ। ਹਾਂ, ਸੇਵਾ ਸੰਭਾਲ ਕਰਨੀ ਉਹ ਸਾਡਾ ਫਰਜ਼ ਹੈ। ਜਿੰਨੀ ਕੋਈ ਕੀਮਤੀ ਚੀਜ਼ ਹੁੰਦੀ ਹੈ, ਉਹਦੀ ਸੇਵਾ ਸੰਭਾਲ ਵੀ ਉਤਨੇ ਇਹਤਿਆਤ ਨਾਲ ਹੁੰਦੀ ਹੈ। ਹੀਰਾ ਮੂਰਖ ਨੂੰ ਦੇ ਦਿਓ ਜਾਂ ਕਮਜ਼ੋਰ ਬੰਦੇ ਨੂੰ, ਦੋ ਚਪੇੜਾਂ ਮਾਰ ਖੋ ਕੇ ਲਜੂ। ਉਹ ਰਾਜਾ ਹੀ ਕੋ ਰੱਖ ਸਕਦਾ, ਮਾੜਾ ਹੀਰਾ ਕਿੱਥੋਂ ਰੱਖ ਲੂ? ਇਸ ਕਰਕੇ ਜਿੰਨੀ ਕੋਈ ਕੀਮਤੀ ਚੀਜ਼, ਉਹਦੀ ਸੰਭਾਲ ਵੀ ਉਤਨੀ ਵੱਡੀ। ਇਹ ਮਨੁੱਖ ਜਨਮ ਵੱਡਾ ਕੀਮਤੀ ਹੈ। ਇਹਦੀ ਸੰਭਾਲ ਵਾਸਤੇ ਸਾਨੂੰ ਬੜੀ ਇਹਤਿਆਤ ਵਿਚਾਰ ਦੇ ਨਾਲ ਚੱਲਣਾ ਚਾਹੀਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਲੋ ਗੱਜ ਵੱਜ ਕੇ ਬੋਲੋ ਭਾਈ। ਇੱਕ ਨਾਨੂੰ ਸੋਝੀ ਆ ਗਈ ਆ, ਇੱਕ ਨਾਨੂੰ ਸੋਝੀ ਆ ਗਈ ਆ, ਇੱਕ ਨਾਨੂੰ ਸੋਝੀ ਆ ਗਈ ਆ, ਇੱਕ ਨਾਨੂੰ ਸੋਝੀ ਆ ਗਈ ਆ,
ਇੱਕ ਨਾਨੂੰ ਸੋਝੀ ਆ ਗਈ ਆ, ਇੱਕ ਨਾਨੂੰ ਸੋਝੀ ਆ ਗਈ ਆ। ਇੱਕ ਫਿਰਦੇ ਬੇਪਰਵਾਹ, ਇੱਕ ਨਾਨੂੰ ਸੋਝੀ ਆ ਗਈ ਆ, ਇੱਕ ਨਾਨੂੰ ਸੋਝੀ ਆ ਗਈ ਆ। ਇੱਕ ਫਿਰਦੇ ਬੇਪਰਵਾਹ, ਇੱਕ ਨਾਨੂੰ ਸੋਝੀ ਆ ਗਈ ਆ, ਇੱਕ ਨਾਨੂੰ ਸੋਝੀ ਆ ਗਈ ਆ। ਇੱਕ ਨਾਨੂੰ ਸੋਝੀ ਆ ਗਈ ਆ, ਇੱਕ ਨਾਨੂੰ ਸੋਝੀ ਆ ਗਈ ਆ। ਸੋ ਪਰਮ ਪਵਿੱਤਰ ਸਾਧ ਸੰਗਤ ਜੀ, ਵਿਚਾਰ ਲੈ ਕੇ ਤੁਰੋ, ਵਿਚਾਰ ਦੇ ਸਹਿ ਚੱਲੋ। ਜੇ ਸਾਡੇ ਅੰਦਰ ਕਿਸੇ ਦੇ ਕਮਜ਼ੋਰੀ ਵੀ ਹੈ, ਬਹਿਸ ਝਗੜਿਆਂ ਦੀ ਲੋੜ ਨਹੀਂ। ਪ੍ਰੇਮ ਪਿਆਰ ਨਾਲ ਵੀਰ ਜੀ, ਭੈਣ ਜੀ, ਮਾਤਾ ਜੀ, ਬਜ਼ੁਰਗ ਜੀ, ਆਪਾਂ ਕੌਮ ਵਿੱਚ ਫੁੱਟ ਨਾ ਪਾਈਏ, ਰਲ ਮਿਲ ਕੇ ਚੱਲੀਏ। ਕਈ ਪੰਥਕ ਮਸਲੇ ਆ ਜਿਹੜੇ ਬਹਿ ਕੇ ਵਿਚਾਰਨ ਯੋਗ ਹੁੰਦੇ ਆ, ਉਹ ਭੰਡੀ ਪ੍ਰਚਾਰ ਨਾਲ ਹੱਲ ਨਾ ਹੋਣੇ ਆ, ਨਾ ਹੋ ਸਕਦੇ। ਇਸ ਵਾਸਤੇ ਜੇ ਕਿਤੇ ਸ਼ੰਕਾ ਹੋਵੇ, ਸਾਰਿਆਂ ਨੂੰ ਰਲ ਮਿਲ ਕੇ ਬੈਠੋ, ਬਹਿ ਕੇ ਵਿਚਾਰੋ ਤੇ ਮਨ ਦੀਆਂ ਭ੍ਰਾਂਤੀਆਂ ਦੂਰ ਕਰੋ, ਫਿਰ ਚੜ੍ਹਦੀ ਕਲਾ ਹੀ ਹੈ। ਇੰਨੀਆਂ ਬੇਨਤੀਆਂ ਕਰਦੇ ਹੋਏ ਫਿਰ ਇੱਥੋਂ ਦੇ ਪ੍ਰਬੰਧਕ ਸੇਵਾਦਾਰ ਸੋਧੀ ਸਾਹਿਬ ਜੀ ਦਾ ਤੇ ਮਹਾਂਪੁਰਖਾਂ ਦੇ ਵਿਦਿਆਰਥੀ ਹੈ, ਉਹਨੇ ਦੇਖੋ ਕਿੰਨਾ ਉਦਮ ਕੀਤਾ। ਸਤਿਗੁਰ ਸੱਚੇ ਪਾਤਸ਼ਾਹ ਦਾਸ ਤੇ ਵੀ, ਆਪ ਤੇ ਵੀ, ਸਾਰੀ ਕੌਮ ਦੀ, ਦੇਸ਼ ਦੀ, ਸਾਰੇ ਸੰਸਾਰ ਦਾ ਭਲਾ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਜੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਿਧਾਂਤ ਹੈ, ਉਹਨਾਂ ਦੇ ਪਾਵਨ ਚਰਨਾਂ ਦੇ ਛੋਹ ਨਾਲ ਪਵਿੱਤਰ ਹੋਈ ਨਗਰੀ ਸੁਲਤਾਨਪੁਰ ਲੋਧੀ, ਜਿੱਥੋਂ ਮਹਾਰਾਜ 4 ਉਦਾਸੀਆਂ ਕਰਕੇ ਸੰਦੇਸ਼ ਦੇਣ ਗਏ ਸੀ, ਤੇ ਸਤਿਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੀ ਧੂੜ ਲੈ ਕੇ ਤੁਹਾਡੇ ਚਰਨਾਂ 'ਚ ਗੁਰੂ ਮਹਾਰਾਜ ਦੀ ਬਾਣੀ ਦਾ ਸਿਧਾਂਤ ਹੀ ਪ੍ਰਚਾਰਨ ਲਈ ਆਉਣ ਦਾ ਇਸ ਭਾਗ ਮਿਲਿਆ। ਤੇ ਇਸ ਤਰ੍ਹਾਂ ਸਾਰੇ ਬਾਣੀ ਨੂੰ ਗ੍ਰਹਿਣ ਕਰੋ, ਸ਼ਬਦ ਨੂੰ, ਤੇ ਤੜਕੇ ਉਠੋ, ਇਸ਼ਨਾਨ ਕਰੋ, 1.5 ਘੰਟਾ ਸਵੇਰੇ, ਘੰਟਾ ਸ਼ਾਮ ਨੂੰ ਸਿਮਰਨ ਵੀ ਕਰੋ, ਤੇ ਨਿਤਨੇਮ ਵੱਧ ਤੋਂ ਵੱਧ ਖੰਡੇਵਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ। ਰੋਮਾਂ ਦੀ ਬੇਅਦਬੀ ਤਿਆਗੋ, ਨਸ਼ੇ ਆਪਸ ਵਿੱਚ ਏਕਤਾ ਇਤਫਾਕ ਕਰਕੇ ਚੱਲੋ, ਫਿਰ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।